हाँ जी, सत श्री अकाल। मैं कुलदीप सिंह सिद्धू ਤੇ ਆਪਾਂ ਲੜੀਵਾਰ ਚਰਚਾ ਕਰ ਰਹੇ ਹਾਂ ਕਾਂਸਟੇਬਲ ਦੇ ਪੁਰਾਣੇ ਕੁਐਸਚਨਾਂ ਦੇ, ਇੰਟੈਲੀਜੈਂਸ ਕਾਂਸਟੇਬਲ ਦੇ ਕੰਪਿਊਟਰ ਦੇ ਕੁਐਸਚਨ ਜਿਹੜੇ ਪੁਰਾਣੇ ਪੇਪਰਾਂ 'ਚ ਆਏ ਹੋਏ ਨੇ 2021 ਦੇ ਸਪੈਸ਼ਲੀ ਆਪਾਂ ਉਹੀ ਡਿਸਕਸ ਕਰ ਰਹੇ ਹਾਂ। ਸੋ ਉਹਦੀ ਇੱਕ ਵੀਡੀਓ ਆਪਾਂ ਆਲਰੇਡੀ ਅਪਲੋਡ ਕਰ ਚੁੱਕੇ ਹਾਂ। ਆਈ ਹੋਪ ਕਿ ਤੁਸੀਂ ਉਹ ਦੇਖਿਓ। ਜੇਕਰ ਨਹੀਂ ਦੇਖੀ ਤਾਂ ਮੈਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ, ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ। ਇਹਦੇ ਤੋਂ ਬਿਨਾ ਜਿਹੜੇ ਬਾਕੀ ਦੇ ਕੁਐਸਚਨ ਨੇ, ਜਿਵੇਂ ਪਹਿਲਾ ਚੈਪਟਰ ਜਨਰੇਸ਼ਨ ਦਾ ਹਿਸਟਰੀ ਦਾ ਚੈਪਟਰ ਹੈ ਨਾ, ਦੂਜਾ ਬੇਸਿਕ ਉਹਦੇ ਵਿੱਚ ਇਨਪੁਟ ਆਊਟਪੁੱਟ ਡਿਵਾਈਸ ਨੇ, ਤੀਸਰੇ ਦੇ ਵਿੱਚ ਆਪਾਂ CPU ਵਾਲੇ ਕੁਐਸਚਨ ਰੱਖੇ ਹੋਏ ਨੇ, ਤੇ 8ਵੇਂ ਚੈਪਟਰ ਦੇ ਵਿੱਚ ਐਕਸਲ, ਵਰਡ, ਪਾਵਰ ਪੁਆਇੰਟ। ਉਹ ਜ਼ਰੂਰ ਦੇਖਿਓ, ਛੱਡ ਕੇ ਨਾ ਜਾਇਓ, ਕਿਉਂਕਿ ਆਪਾਂ ਸੀਰੀਜ਼ ਚਲਾ ਰਹੇ ਸੀ ਲਗਾਤਾਰ ਚੈਪਟਰ ਵਾਈਜ਼। ਪਰ ਵਿੱਚੋਂ ਹੀ ਸਟੂਡੈਂਟ ਦੀ ਡਿਮਾਂਡ ਆਈ, ਕਿਉਂਕਿ ਮੈਂ ਸਬ ਇੰਸਪੈਕਟਰ ਦੇ ਕੁਐਸਚਨ ਕਰਾ ਰਿਹਾ ਸੀ ਨਾ, ਤਾਂ ਉਹ ਤੁਹਾਡੇ ਚੋਂ ਹੀ ਬੱਚਿਆਂ ਨੇ ਕਿਹਾ ਵੀ ਇਹ ਕਰਵਾਏ ਜਾਣ, ਤਾਂ ਫਿਰ ਮੈਂ ਉਹ ਛੱਡ ਕੇ ਚੀਜ਼ਾਂ ਆਪਾਂ ਵੀ ਹੁਣ ਤੁਹਾਡਾ ਪੇਪਰ ਨੇੜੇ ਆਇਆ ਹੋਇਆ ਤਾਂ ਫਿਰ ਆਪਾਂ ਇਹ ਕੁਐਸਚਨ ਕਰਾਉਣੇ ਸਟਾਰਟ ਕੀਤੇ ਨੇ। ਤਾਂ ਮੈਂ ਸਾਰੇ ਨਹੀਂ ਕਰਾਉਂਗਾ ਕਿਉਂਕਿ ਰਿਪੀਟ ਹੋ ਜਾਣਗੇ, ਪਹਿਲਾ, ਦੂਜਾ, ਤੀਜਾ ਤੇ 8ਵਾਂ ਚੈਪਟਰ ਉਹ ਤੁਸੀਂ ਜ਼ਰੂਰ ਕਰਨੇ ਆ। ਉਹਦੇ 'ਚ ਹੋਰ ਵੀ ਨੇ, ਜਿਵੇਂ ਪਟਵਾਰੀ ਦਾ ਐਗਜ਼ਾਮ ਹੋਇਆ ਸੀ, ਜੇਲ੍ਹ ਵਾਰਡਨ ਦਾ, ਉਹ ਕੁਐਸਚਨ ਤੁਸੀਂ ਕਰਨੇ ਆ, ਕਰ ਸਕਦੇ ਹੋ, ਅਦਰਵਾਈਜ਼ ਸਕਿਪ ਕਰ ਸਕਦੇ ਹੋ। ਬਟ ਤੁਸੀਂ ਆਪਣੇ ਵਾਲੇ ਇੰਟੈਲੀਜੈਂਸ ਅਸਿਸਟੈਂਟ ਕਾਂਸਟੇਬਲ ਵਾਲੇ ਜ਼ਰੂਰ ਕਰਨੇ ਨੇ, ਠੀਕ ਹੈ। ਸੋ ਆਪਾਂ ਦੇਖਦੇ ਹਾਂ, ਕੁਐਸਚਨ ਦੇਖਦੇ ਹਾਂ। ਸੋ ਇਹ ਮੇਰਾ ਪ੍ਰੋਫਾਈਲ ਹੈ, BTech MTech PhD ਤੇ 4 ਟਾਈਮ ਗੇਟ ਕੁਆਲੀਫਾਈਡ, UGC ਨੈਟ ਕੁਆਲੀਫਾਈਡ ਐਂਡ ਆਈ ਹੈਵ 8 ਈਅਰ ਟੀਚਿੰਗ ਐਕਸਪੀਰੀਅੰਸ, ਠੀਕ ਹੈ। ਸੋ ਆਪਾਂ ਕੁਐਸਚਨ ਸਟਾਰਟ ਕਰਦੇ ਹਾਂ। ਕੰਪਿਊਟਰ ਦੇ ਕੁਐਸਚਨ ਨੇ, ਇਹ ਬੜੇ ਸੌਖੇ ਕੁਐਸਚਨ ਨੇ, ਔਖਾ ਕੁਝ ਵੀ ਨਹੀਂ ਹੈਗਾ। ਜੇਕਰ ਤੁਸੀਂ ਤਿਆਰੀ ਕੀਤੀ ਹੈ ਤਾਂ ਤੁਹਾਨੂੰ ਜ਼ਿਆਦਾ ਵਧੀਆ ਲੱਗੂਗਾ, ਜੇ ਨਹੀਂ ਤਿਆਰੀ ਕੀਤੀ ਤਾਂ ਮੈਂ ਥਿਊਰੀ ਨਾਲ ਨਾਲ ਕਰਵਾਊਂਗਾ। ਤੇ ਉਵੇਂ ਤੁਸੀਂ ਜਾਓਗੇ ਨੋਰਮਲ ਸਪੀਡ ਤੇ, ਆਪਾਂ ਨੂੰ ਥੋੜਾ ਜਿਹਾ ਐਂ ਲੱਗਦਾ ਵੀ ਹੌਲੀ ਚੱਲ ਰਿਹਾ ਕੰਮ, ਕਿਉਂਕਿ ਪੇਪਰ ਦੇ ਵਿੱਚ ਟਾਈਮ ਥੋੜਾ ਆਪਣੇ ਕੋਲੇ, ਤਾਂ ਤੁਸੀਂ 1.5 ਜਾਂ 2 ਦੀ ਸਪੀਡ ਕਰਕੇ ਦੇਖ ਸਕਦੇ ਹੋ, ਠੀਕ ਹੈ। ਮੈਂ ਇੰਨੀ ਕਾਹਲ 'ਚ ਨਹੀਂ ਕਰਾ ਸਕਦਾ, ਕਿਉਂਕਿ ਫਿਰ ਮੈਨੂੰ ਅੰਦਰੋਂ ਹੀ ਸੈਟੀਸਫੈਕਸ਼ਨ ਨਹੀਂ ਹੁੰਦੀ, ਵੱਧਾ ਝੱਟੀ ਜੀ ਲੱਗਦੀ ਆ। ਆਪਾਂ ਡਿਟੇਲ 'ਚ ਕੰਮ ਕਰਾਂਗੇ, ਕੋਈ ਆਪਾਂ ਨੂੰ ਜਲਦਬਾਜ਼ੀ ਨਹੀਂ। ਕੁਐਸਚਨ ਆਪਾਂ ਥੋੜੇ ਕੱਢ ਲਾਂਗੇ ਪੇਪਰ ਦੇ ਵਿੱਚ, ਬਟ ਸਹੀ ਹੋਣੇ ਚਾਹੀਦੇ ਨੇ, ਇਹ ਚੀਜ਼ ਮੈਟਰ ਕਰਦੀ ਹੈ, ਠੀਕ ਹੈ। ਸੋ ਦੇਖਦੇ ਹਾਂ ਆਪਾਂ। ਪਹਿਲਾ ਕੁਐਸਚਨ ਹੈਗਾ, ਜਿਵੇਂ RAM ਸਟੈਂਡਸ ਫॉर, ਐਬਰੀਵੇਸ਼ਨ 'ਚੋਂ ਵੀ 1-2 ਕੁਐਸਚਨ ਆ ਜਾਂਦੇ ਨੇ, ਬਹੁਤ ਸੌਖਾ ਹੈ। RAM ਹੁੰਦਾ ਹੈ ਰੈਂਡਮ ਐਕਸੈਸ ਮੈਮਰੀ, ਸੋ ਪਹਿਲੇ ਦਾ ਫਿਰ C ਆਂਸਰ ਹੈ, ਰੈਂਡਮ ਐਕਸੈਸ ਮੈਮਰੀ। ਨੈਕਸਟ ਕੁਐਸਚਨ ਹੈਗਾ, Ubuntu ਆਪਰੇਟਿੰਗ ਸਿਸਟਮ ਇਜ਼ ਡਿਵੈਲਪਡ ਬਾਈ। Ubuntu ਆਪਰੇਟਿੰਗ ਸਿਸਟਮ ਕਿਹਨੇ ਡਿਵੈਲਪ ਕੀਤਾ ਸੀ? ਤੇ ਇਹ ਆਪਾਂ ਨੂੰ ਪਤਾ ਹੀ ਹੈ, ਕੈਨੋਨੀਕਲ LTD ਨੇ, ਲਿਮਟਿਡ ਨੇ, ਠੀਕ ਹੈ। 2004 ਦੇ ਵਿੱਚ ਬਣਿਆ ਇਹ, ਰਿਟਨ ਇਨ ਅਸੈਂਬਲੀ ਐਂਡ C ਲੈਂਗੁਏਜ, ਤੇ ਡਿਵੈਲਪਰ ਸੀਗਾ ਇਹਦਾ ਕੈਨੋਨੀਕਲ ਲਿਮਟਿਡ, ਤੇ ਇਹ ਲਾਈਨਿਕਸ ਦਾ ਡਿਸਟਰੀਬਿਊਸ਼ਨ ਹੈ, ਠੀਕ ਹੈ। Ubuntu ਹੈ ਜਿਹੜਾ ਲਾਈਨਿਕਸ ਬੇਸਡ ਹੈ, ਐਂ ਕਹਿ ਲਓ ਲਾਈਨਿਕਸ ਤੋਂ ਹੀ ਥੋੜੇ ਬਹੁਤ ਫੀਚਰ ਬਦਲਾ ਕੇ ਜੇ ਇਹ ਆਪਰੇਟਿੰਗ ਸਿਸਟਮ ਬਣਿਆ। ਤੇ ਬਾਕੀ ਦੇ ਆਪਰੇਟਿੰਗ ਸਿਸਟਮ ਇਹਦੀ ਮੈਂ ਤੁਹਾਨੂੰ ਲਿਸਟ ਪਹਿਲਾਂ ਹੀ ਦਿੱਤੀ ਹੋਈ ਹੈ, ਪਹਿਲੇ ਪਾਰਟ ਦੇ ਵਿੱਚ ਵੀ ਦੱਸਿਆ ਹੋਇਆ ਹੈ ਨਾ। ਸੋ ਤੁਸੀਂ ਦੇਖ ਸਕਦੇ ਹੋ ਵੀ ਯੂਨਿਕਸ ਹੈ ਜਿਹੜਾ 1969 ਦੇ ਵਿੱਚ ਆਇਆ, C ਲੈਂਗੁਏਜ ਦੇ ਵਿੱਚ ਲਿਖਿਆ। ਡਿਵੈਲਪਰ ਕੌਣ ਸੀ ਇਹਦੇ? ਕੈਨ ਥੌਮਸਨ ਐਂਡ ਡੈਨਿਸ ਰਿਚੇ। ਐਂ ਡੌਸ ਇਹ ਇੰਪੋਰਟੈਂਟ ਹੈ, ਵਿੰਡੋ ਵੀ ਇੰਪੋਰਟੈਂਟ ਹੈ, ਬਾਕੀ ਦੇ ਸਾਰੇ ਮੈਂ ਦੱਸੇ ਹੋਏ ਨੇ ਪਹਿਲੀ ਵੀਡੀਓ ਦੇ ਵਿੱਚ, ਠੀਕ ਹੈ। ਤਾਂ ਕਰਕੇ ਹੁਣ ਆਪਾਂ ਟਾਈਮ ਵੇਸਟ ਨਹੀਂ ਕਰਦੇ। ਸੋ ਤੁਸੀਂ ਦੇਖ ਸਕਦੇ ਹੋ, ਇਹ ਸਕਰੀਨਸ਼ਾਟ ਲੈਣਾ, ਸਕਰੀਨਸ਼ਾਟ ਲੈ ਸਕਦੇ ਹੋ। ਅਗਲਾ ਕੁਐਸਚਨ ਹੈਗਾ, ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਅਬਾਊਟ ਯੂਨਿਕਸ ਆਪਰੇਟਿੰਗ ਸਿਸਟਮ। ਕਹਿੰਦਾ ਯੂਨਿਕਸ ਆਪਰੇਟਿੰਗ ਸਿਸਟਮ ਦੇ ਰਿਗਾਰਡਿੰਗ ਕਿਹੜੀ ਸਟੇਟਮੈਂਟ ਠੀਕ ਆ? ਤਾਂ ਇਟ ਇਜ਼ ਏ ਪੋਰਟੇਬਲ। ਪੋਰਟੇਬਲ ਦਾ ਮਤਲਬ ਹੁੰਦਾ ਇੱਕ ਥਾਂ ਤੋਂ ਦੂਜੀ ਥਾਂ ਤੇ ਆਸਾਨੀ ਨਾਲ ਲਿਜਾਇਆ ਜਾ ਸਕੇ, ਹੈ ਨਾ। ਆਪਾਂ ਕਹਿ ਨਹੀਂ ਹੁੰਦੇ ਪੋਰਟੇਬਿਲਿਟੀ ਦਾ ਇਸ਼ੂ ਹੈ। ਜਿਵੇਂ ਹੁਣ ਲੈਪਟਾਪ ਹੈ, ਲੈਪਟਾਪ ਦੇ ਵਿੱਚ ਪੋਰਟੇਬਿਲਿਟੀ ਜ਼ਿਆਦਾ ਹੁੰਦੀ ਹੈ, ਇੱਕ ਥਾਂ ਤੋਂ ਦੂਜੀ ਥਾਂ ਤੇ ਆਪਾਂ ਲਿਜਾ ਸਕਦੇ ਹਾਂ, ਬੱਸ 'ਚ ਵੀ ਕੈਰੀ ਕਰ ਸਕਦੇ ਹਾਂ। ਜਿਹੜਾ ਡੈਸਕਟਾਪ ਹੁੰਦਾ, ਕੰਪਿਊਟਰ ਹੁੰਦਾ ਘਰੇ ਆਪਣੇ, ਉਹਦੀ ਪੋਰਟੇਬਿਲਿਟੀ ਨਹੀਂ ਹੁੰਦੀ, ਉਹਨੂੰ ਬੱਸ 'ਚ ਤਾਂ ਨਹੀਂ ਲਿਜਾ ਸਕਦੇ ਨਾ ਆਪਾਂ ਨੂੰ, ਵੱਡਾ ਸਾਈਜ਼ ਹੋ ਜਾਂਦਾ, ਸੋ ਪੋਰਟੇਬਲ ਨਹੀਂ ਹੁੰਦਾ। ਉਵੇਂ ਹੀ ਯੂਨਿਕਸ ਆਪਰੇਟਿੰਗ ਸਿਸਟਮ ਪੋਰਟੇਬਲ ਹੈ। ਹਾਂ ਬਿਲਕੁਲ ਠੀਕ ਹੈ, ਇੱਕ ਆਪਰੇਟਿੰਗ ਸਿਸਟਮ ਤੋਂ ਦੂਜੇ ਆਪਰੇਟਿੰਗ ਸਿਸਟਮ ਦੇ ਵਿੱਚ ਲਿਜਾ ਸਕਦੇ ਹਾਂ, ਪੈਨ ਡਰਾਈਵ 'ਚ ਪਾ ਕੇ ਲੈ ਜਾਓ, ਚਾਹੇ CD DVD 'ਚ ਪਾ ਕੇ ਲੈ ਜਾਓ, ਠੀਕ ਹੈ। ਸੋ ਪਹਿਲੀ ਗੱਲ ਠੀਕ ਆ। ਦੂਸਰਾ ਆਪਸ਼ਨ ਹੈ, ਇਟ ਇਜ਼ ਰਿਟਨ ਇਨ ਅਸੈਂਬਲੀ ਲੈਂਗੁਏਜ। ਇੱਥੇ ਥੋੜਾ ਜਿਹਾ ਸ਼ੱਕ ਜਿਹਾ ਖੜਾ ਹੁੰਦਾ, ਵੈਸੇ ਤਾਂ ਤੁਸੀਂ ਇੱਥੇ ਪੜ੍ਹਿਆ ਹੋਣਾ ਵੀ ਇਹ ਜਿਹੜਾ ਯੂਨਿਕਸ ਹੈ C ਲੈਂਗੁਏਜ ਦੇ ਵਿੱਚ ਰਿਟਨ ਹੈ ਨਾ, ਪਰ ਅਸਲ ਦੇ ਵਿੱਚ ਇਹ ਸ਼ੁਰੂ ਦੇ ਵਿੱਚ ਦੇਖੋ, ਸ਼ੁਰੂ ਦੇ ਵਿੱਚ ਯੂਨਿਕਸ ਹੈ ਜਿਹੜਾ ਓਰੀਜਨਲੀ ਅਸੈਂਬਲੀ ਲੈਂਗੁਏਜ ਦੇ ਵਿੱਚ ਲਿਖਿਆ ਸੀ 1969 ਦੇ ਵਿੱਚ, 1969 ਦੇ ਵਿੱਚ, ਹੈ ਨਾ। ਅਸੈਂਬਲੀ ਲੈਂਗੁਏਜ ਹੈ ਜਿਹਦਾ, ਇਹਦੇ ਵਿੱਚ ਪੋਰਟੇਬਿਲਿਟੀ ਦਾ ਪ੍ਰੋਬਲਮ ਨਹੀਂ ਸੀ। ਪੋਰਟੇਬਿਲਿਟੀ ਕਰਕੇ ਅਸੈਂਬਲੀ ਲੈਂਗੁਏਜ ਇੱਕ ਪੋਰਟੇਬਲ ਲੈਂਗੁਏਜ ਨਹੀਂ ਹੈ, ਕਿਉਂਕਿ ਇਹ ਆਪਰੇਟਿੰਗ ਸਿਸਟਮ ਤੇ ਡਿਪੈਂਡੈਂਟ ਹੈ ਨਾ, ਤਾਂ ਔਖਾ ਸੀ ਕੰਮ। ਤਾਂ ਇਹਨੇ ਲਿਖਿਆ ਕਿਹਨੇ ਸੀ? ਡੈਨਿਸ ਰਿਚੇ ਤੇ ਕੈਨ ਥੌਮਸਨ ਨੂੰ, 2 ਬੰਦਿਆਂ ਨੇ ਲਿਖਿਆ ਸੀ। ਤਾਂ ਫਿਰ ਇਹਨਾਂ ਨੇ ਕੀ ਕੀਤਾ, ਇਹ ਕਹਿੰਦੇ ਕਿਉਂ ਨਾ ਆਪਾਂ ਇੱਕ ਨਵੀਂ ਲੈਂਗੁਏਜ ਬਣਾਈਏ ਜਿਹਦੇ ਵਿੱਚ ਆਪਾਂ ਆਪਰੇਟਿੰਗ ਸਿਸਟਮ ਲਿਖ ਦਈਏ ਤੇ ਉਹ ਵਾਲਾ ਆਪਰੇਟਿੰਗ ਸਿਸਟਮ ਸਾਡਾ ਕੀ ਹੋ ਜੇ? ਪੋਰਟੇਬਲ ਹੋ ਜੇ। ਫਿਰ ਉਹਨਾਂ ਨੇ 1972 ਦੇ ਵਿੱਚ ਨਵੀਂ ਲੈਂਗੁਏਜ ਲਿਖੀ ਜਿਹਦਾ ਨਾਮ ਰੱਖਿਆ C ਲੈਂਗੁਏਜ। ਕਿਹੜੇ ਬੰਦੇ ਦੁਆਰਾ? ਡੈਨਿਸ ਰਿਚੇ ਦੁਆਰਾ। ਡੈਨਿਸ ਰਿਚੇ, ਇਹ ਵੀ ਪੁੱਛ ਲਿਆ ਜਾਂਦਾ ਕਈ ਵਾਰੀ ਕਿ ਹੂ ਇਜ਼ ਦੀ ਫਾਦਰ ਆਫ C ਲੈਂਗੁਏਜ। ਫਾਦਰ ਆਫ C ਲੈਂਗੁਏਜ ਇਜ਼ ਡੈਨਿਸ ਰਿਚੇ, 1972। ਤਾਂ ਫਿਰ 1973 ਦੇ ਵਿੱਚ ਉਹਨੇ ਰੀਰਾਈਟ ਕਰਤਾ, ਰੀਰੋਟ ਦੀ ਆਪਰੇਟਿੰਗ ਸਿਸਟਮ ਇਨ C ਲੈਂਗੁਏਜ ਡਿਊ ਟੂ ਪੋਰਟੇਬਿਲਿਟੀ।
ਕਲੀਅਰ ਹੋਈ ਗੱਲ। ਸੋ ਫਿਰ ਇਹ ਵਾਲੀ ਸਟੇਟਮੈਂਟ ਤਾਂ ਹੈ ਜਿਹੜੀ ਦੂਜੀ ਗਲਤ ਹੋ ਗਈ, ਇਟ ਇਜ਼ ਰਿਟਨ ਇਨ ਅਸੈਂਬਲੀ ਲੈਂਗੁਏਜ, ਹੈ ਨਾ। ਇੱਕ ਆਹ ਚੀਜ਼ ਮੈਂ ਵਾਰੀ ਦੱਸਦਾ ਤੁਹਾਨੂੰ, ਕਰੈਕਟ ਹੁੰਦਾ ਜਿਹੜੇ ਤੇ ਸਰਕਲ ਲਾ ਲਾਂਗੇ। ਜੇ ਨੋਟ ਕਰੈਕਟ ਪੁੱਛ ਲੇ ਫਿਰ ਤਾਂ ਆਨਸਰ 2 ਆ, ਫਿਰ A ਆਨਸਰ ਹੈ। ਜੇ ਕਰੈਕਟ ਪੁੱਛ ਲਿਆ ਫਿਰ D ਆਨਸਰ ਹੈ। ਕਲੀਅਰ ਹੋਈ ਗੱਲ। ਸੋ D ਆਨਸਰ ਹੈ। ਅਗਲਾ ਕੁਐਸਚਨ ਹੈ ਮੈਚ ਦੀ ਫੋਲੋਇੰਗ ਵਿਦ ਰੈਫਰੈਂਸ ਟੂ ਡਾਇਰੈਕਟ ਐਕਸੈਸ ਡਿਵਾਈਸ। ਕਹਿੰਦਾ ਡਾਇਰੈਕਟ ਐਕਸੈਸ ਡਿਵਾਈਸ ਦੇ ਹਿਸਾਬ ਨਾਲ ਮੈਚ ਕਰੋ। ਮੈਗਨੈਟਿਕ ਡਿਸਕ ਕਿਹੜੀ ਹੁੰਦੀ ਹੈ, ਆਪਟੀਕਲ ਕਿਹੜੀ ਹੁੰਦੀ ਹੈ, ਮੈਮਰੀ ਸਟੋਰੇਜ ਡਿਵਾਈਸ ਕਿਹਨੂੰ ਬੋਲਦੇ ਆ ਆਪਾਂ, ਹਨਾ। ਇਹ ਹਾਇਰਾਰਕੀ ਆ, ਮੈਂ ਬਹੁਤ ਡਿਟੇਲ ਦੇ ਵਿੱਚ ਕਰਾਈ ਹੈ, ਡਿਟੇਲ 'ਚ ਤਾਂ ਨਹੀਂ ਕਰਾਉਂਗਾ, ਵੈਸੇ ਦੱਸ ਦੇਣਾ। ਰਜਿਸਟਰ, ਕੈਸ਼ੇ, ਰੈਮ, ਇਲੈਕਟ੍ਰੋਨਿਕ ਤੇ ਫਲੈਸ਼। ਇਲੈਕਟ੍ਰੋਨਿਕ ਫਲੈਸ਼ ਦੇ ਵਿੱਚ SSD, ਮੈਮਰੀ ਕਾਰਡ, ਪੈਨ ਡਰਾਈਵ, SD ਕਾਰਡ, ਹੈ ਨਾ। SSD ਬਹੁਤ ਇੰਪੋਰਟੈਂਟ ਐਬਰੀਵੇਸ਼ਨ ਦੱਸ ਦੇਣਾ ਦੀ, ਸੋਲਿਡ ਸਟੇਟ ਡਰਾਈਵ, ਸੋਲਿਡ ਸਟੇਟ ਡਰਾਈਵ। ਤੇ ਮੈਗਨੈਟਿਕ ਡਿਸਕ ਦੇ ਵਿੱਚ ਫਲੋਪੀ ਡਿਸਕ, ਜਿਪ ਡਿਸਕ ਤੇ ਹਾਰਡ ਡਿਸਕ। SSD ਦੀ ਸਪੀਡ ਜ਼ਿਆਦਾ, ਦੇਖੋ ਉੱਪਰ ਨੂੰ ਸਪੀਡ ਵੱਧਦੀ ਹੈ, ਥੱਲੇ ਨੂੰ ਆਪਾਂ ਜਾਈ ਜਾਵਾਂਗੇ ਸਪੀਡ ਘਟ ਜਾਂਦੀ ਹੈ। ਤਾਂ SSD ਦੀ ਸਪੀਡ ਜ਼ਿਆਦਾ ਹੈ ਹਾਰਡ ਡਿਸਕ ਦੇ ਨਾਲੋਂ। ਤੁਸੀਂ ਨਵਾਂ ਲੈਪਟਾਪ ਖਰੀਦਣ ਜਾਂਦੇ ਹੋ, ਉੱਥੇ ਅੱਜ ਕੱਲ੍ਹ ਚੱਲ ਰਿਹਾ ਨਾ ਬੜਾ ਟ੍ਰੈਂਡ, ਤੁਹਾਨੂੰ ਪੁੱਛਦੇ ਆ ਵੀ ਤੁਹਾਨੂੰ ਹਾਰਡ ਡਿਸਕ ਚਾਹੀਦੀ ਹੈ ਕਿ SSD ਚਾਹੀਦੀ ਹੈ। ਤਾਂ SSD ਦੀ ਦੇਖੋ ਮਿੱਤਰੋ ਸਪੀਡ ਵੀ ਜ਼ਿਆਦਾ ਹੈ, ਬਟ ਨਾਲ ਕੋਸਟਲੀ ਵੀ ਹੈ, ਕੋਸਟ ਵਧੂਗੀ। ਜੇ ਕਿਸੇ ਦਾ ਲੈਪਟਾਪ ਸਲੋ ਹੈ ਨਾ, ਤੁਸੀਂ SSD ਪਵਾ ਲਓ ਤਾਂ ਤੁਹਾਡੇ ਲੈਪਟਾਪ ਦੀ ਸਪੀਡ ਹੈ ਜਿਹੜੀ ਫਾਸਟ ਹੋ ਜੂਗੀ। ਠੀਕ ਹੈ। ਸੋ ਮੈਗਨੈਟਿਕ ਡਿਸਕ ਦੀਆਂ ਦੱਸਤੀਆਂ ਮੈਂ, ਫਲੋਪੀ ਤੇ ਜਿਪ ਤੇ ਹਾਰਡ ਡਿਸਕ। ਆਪਟੀਕਲ ਦੇ ਵਿੱਚ CD, DVD ਤੇ ਬਲੂ-ਰੇ। ਮੈਗਨੈਟਿਕ ਦੇ ਵਿੱਚ ਕੈਸਟ ਤੇ ਵੀਡੀਓ ਕੈਸਟ ਰਿਕਾਰਡਰ। ਸਕਰੀਨਸ਼ਾਟ ਲੈ ਸਕਦੇ ਹੋ। ਸੋ ਉਹਦੇ ਹਿਸਾਬ ਨਾਲ ਹੀ ਆਪਾਂ ਮੈਚ ਕਰਦੇ ਹਾਂ। ਮੈਗਨੈਟਿਕ ਡਿਸਕ ਕਿਹੜੀ ਹੁੰਦੀ ਹੈ, ਜਿਪ ਡਿਸਕ, ਕਿਉਂਕਿ ਮੈਗਨੈਟਿਕ ਡਿਸਕ ਦੇ ਵਿੱਚ 3 ਆਉਂਦੀਆਂ ਨੇ, ਫਲੋਪੀ, ਜਿਪ ਤੇ ਹਾਰਡ ਡਿਸਕ। ਤਾਂ ਮੈਗਨੈਟਿਕ ਦਾ ਹੋ ਗਿਆ ਜਿਪ, ਆਪਟੀਕਲ ਦਾ ਹੁੰਦਾ CD ਤੇ ਮੈਗਨੈਟਿਕ ਸਟੋਰੇਜ ਡਿਵਾਈਸ ਦਾ ਗਿਆ ਫਲੈਸ਼। ਠੀਕ ਹੈ। ਸੋ ਇਹ ਫਿਰ ਇਹਦਾ ਮੈਚਿੰਗ ਹੋ ਗਿਆ। ਪਹਿਲੇ ਦਾ ਹੋ ਗਿਆ ਦੂਜਾ, ਪਹਿਲੇ ਦਾ ਦੂਜਾ 2 'ਚ ਆ ਗਿਆ, ਪਹਿਲਾ ਚੌਥਾ ਕੱਟ ਗਿਆ, ਪਹਿਲਾ ਕੱਟ ਗਿਆ। ਪਹਿਲੇ ਦਾ ਦੂਜਾ ਤੇ ਦੂਜੇ ਦਾ ਤੀਜਾ, ਦੂਜੇ ਦਾ ਤੀਜਾ ਫਿਰ C ਆਨਸਰ ਹੈ। ਠੀਕ ਹੈ। ਬੜਾ ਸੌਖਾ ਕੰਮ ਹੈ, ਹੈ ਨਾ। ਜੇ ਆਪਾਂ ਟੌਪਿਕ ਨੂੰ ਡਿਟੇਲ ਦੇ ਵਿੱਚ ਪੜਾਂਗੇ ਫਿਰ ਸਾਨੂੰ ਚੀਜ਼ਾਂ ਸੌਖੀਆਂ ਲੱਗਦੀਆਂ ਨੇ। ਤੇ ਨਾਲੇ ਮੈਨੂੰ ਬਹੁਤ ਸਾਰੇ ਕਮੈਂਟ ਆ ਰਿਹਾ, ਵਧੀਆ ਲੱਗ ਰਿਹਾ ਕਿ ਤੁਹਾਨੂੰ ਹੈਲਪ ਹੋ ਰਹੀ ਹੈ ਜੋ ਮੈਂ ਕੰਮ ਕਰਾ ਰਿਹਾ, ਹੈ ਨਾ। ਤੇ ਸਟੂਡੈਂਟਸ ਦਾ ਪਹਿਲਾਂ, ਕਿਉਂਕਿ ਮੈਂ ਸਬ ਇੰਸਪੈਕਟਰ ਦੇ ਕੁਐਸਚਨ ਕਰਾ ਰਿਹਾ ਸੀ, ਉੱਥੇ ਮੈਨੂੰ ਕਿਹਾ ਵੀ ਤੁਸੀਂ ਕਾਂਸਟੇਬਲ ਵਾਲਿਆਂ ਦਾ ਕੰਮ ਵੀ ਕਰਾਓ, ਕਿਉਂਕਿ ਮੈਂ ਇੱਕੋ ਹੀ ਗੱਲ, ਮੈਨੂੰ ਹਮੇਸ਼ਾ ਵਧੀਆ ਲੱਗਦੀ ਹੈ ਗੱਲ ਵੀ ਆਪਾਂ ਜਿਵੇਂ ਕੁੱਤੀਆਂ ਕਹਿੰਦੇ ਕੰਧਾਂ ਤੇ ਚੜਾ ਕੇ ਰੱਖਣੀਆਂ, ਹੈ ਨਾ। ਕਹਿੰਦੇ ਜੀ ਸਬ ਇੰਸਪੈਕਟਰ ਵਾਲਿਆਂ ਦੀਆਂ ਕੁੱਤੀਆਂ ਤਾਂ ਕੰਧਾਂ ਤੇ ਹੋਣਗੀਆਂ ਪੇਪਰ ਦੇ ਵਿੱਚ, ਤੇ ਕਾਂਸਟੇਬਲ ਵਾਲੇ ਕਹਿੰਦੇ ਸਾਡੀਆਂ ਕੁੱਤੀਆਂ ਥੱਲੇ ਕਿਉਂ ਰਹਿਣ। ਸੋ ਮੈਨੂੰ ਬੜੇ ਕਮੈਂਟ ਆ ਰਹੇ, ਬੰਦੇ ਬੋਲ ਰਹੇ ਆ ਕਿ ਵੀ ਹੁਣ ਸਾਡੀਆਂ ਕੁੱਤੀਆਂ ਉਹਨਾਂ ਤੋਂ ਵੀ ਤਾਂ ਬੈਠੀਆਂ ਹੋਣਗੀਆਂ ਕੰਧਾਂ ਤੇ। ਠੀਕ ਹੈ। ਸੋ ਬਹੁਤ ਵਧੀਆ ਲੱਗ ਰਿਹਾ। ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਕਮੈਂਟ ਕਰਕੇ ਵੀ ਮੈਨੂੰ ਦੱਸਿਆ ਕਰੋ। ਬਾਕੀ ਕੋਈ ਵੀ ਸੁਜੈਸ਼ਨ ਹੈ ਤੁਸੀਂ ਮੈਨੂੰ ਸੁਜੈਸ਼ਨ ਦੇ ਸਕਦੇ ਹੋ। ਇਹ ਨਹੀਂ ਹੈ, ਮੈਂ ਇਹ ਨਹੀਂ ਕਲੇਮ ਕਰਦਾ ਵੀ ਕੰਪਿਊਟਰ ਦਾ ਮੈਨੂੰ ਸਾਰਾ ਕੁਝ ਹੀ ਆਉਂਦਾ, ਕਿਉਂਕਿ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਕੋਈ ਵੀ ਬੰਦਾ ਬੇਸ਼ੱਕ ਮੈਂ PhD ਹਾਂ ਕੰਪਿਊਟਰ ਦੇ ਵਿੱਚ, ਪਰ ਮੈਨੂੰ ਸਾਰੀਆਂ ਚੀਜ਼ਾਂ ਨਹੀਂ ਆਉਂਦੀਆਂ। ਤਾਂ ਤੁਸੀਂ ਦੱਸੋਗੇ, ਤੁਸੀਂ ਚਲੋ ਪਬਲਿਕ ਪਲੇਟਫਾਰਮ ਤੇ ਕਮੈਂਟ ਕਰਨਾ, ਤੁਹਾਨੂੰ ਐਂ ਲੱਗੂਗਾ ਵੀ ਯਾਰ ਬੰਦਾ ਇੰਨੀ ਮਿਹਨਤ ਕਰ ਰਿਹਾ ਸਾਡੇ ਲਈ, ਹੈ ਨਾ, ਵੀ ਆਪਾਂ ਕੀ ਦੱਸਾਂਗੇ ਐਵੇਂ ਕਰਕੇ। ਤਾਂ ਉਹਦੇ ਲਈ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਜੇ ਤੁਹਾਨੂੰ ਕੋਈ ਡਾਊਟ ਹੈ, ਕੁਝ ਪੁੱਛਣਾ ਹੈ, ਮੈਂ ਉਹ ਵੀ ਤੁਹਾਨੂੰ ਦੱਸ ਦੂੰਗਾ। ਅਗਰ ਤੁਹਾਨੂੰ ਕਿਸੇ ਤੇ ਲੱਗਦਾ ਵੀ ਇਹਦਾ ਆਹ ਹੋਣਾ ਚਾਹੀਦਾ, ਉਹ ਵੀ ਆਪਾਂ ਦਰੁਸਤ ਕਰ ਲਾਂਗੇ। ਠੀਕ ਕਰਨ ਲਈ ਬੈਠੇ ਹਾਂ, ਸਿੱਖਣ ਲਈ ਮੈਂ ਵੀ ਬੈਠਾ ਤੁਹਾਡੇ ਨਾਲ ਸਿੱਖ ਰਿਹਾ। ਠੀਕ ਹੈ। ਸੋ ਇਹ ਮੇਰੀ ਰਿਕੁਐਸਟ ਹੈ ਥੋੜੀ ਜਿਹੀ ਕਿ ਜੇ ਤੁਹਾਨੂੰ ਕਿਤੇ ਵੀ ਕੋਈ ਰੋਂਗ ਆਨਸਰ ਲੱਗੇ ਜਾਂ ਕੋਈ ਵੀ ਪ੍ਰੋਬਲਮ ਲੱਗੇ ਤਾਂ ਮੈਨੂੰ ਜ਼ਰੂਰ ਦੱਸਿਓ, ਤਾਂ ਕਿ ਮੈਂ ਗਲਤ ਨਾ ਕਰਾ ਸਕਾਂ ਅੱਗੇ। ਠੀਕ ਹੈ। ਬਾਕੀ ਕਮੈਂਟ ਕਰ ਦਿਆ ਕਰੋ, ਹੌਸਲਾ ਵੱਧਦਾ ਇਹਨਾਂ ਚੀਜ਼ਾਂ ਦੇ ਨਾਲ, ਤੇ ਆਪਦੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਦਿਓ। ਠੀਕ ਹੈ। ਨੈਕਸਟ ਚੱਲਦੇ ਹਾਂ ਆਪਾਂ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਮੇਡ ਅਪ ਆਫ ਦੀ ਸਰਕੂਲਰ ਥਿਨ ਪਲਾਸਟਿਕ ਜੈਕਟ ਕੋਟਡ ਵਿਦ ਮੈਗਨੈਟਿਕ ਮਟੀਰੀਅਲ ਟੂ ਹੋਲਡ 1.44 MB ਡੇਟਾ। ਕਹਿੰਦਾ ਉਹ ਸਰਕੂਲਰ ਥਿਨ ਪਲਾਸਟਿਕ, ਇਹ ਸਰਕੂਲਰ ਵੀ ਹੋ ਸਕਦਾ ਤੇ ਸਕੁਆਇਰ ਵੀ, ਦੋਨੋਂ ਚੀਜ਼ਾਂ ਹੋ ਸਕਦੀਆਂ ਨੇ। ਕੋਟਡ ਪਲਾਸਟਿਕ ਦੀ ਹੁੰਦੀ ਹੈ ਤੇ ਕਹਿੰਦਾ ਉਹਦੀ ਮੈਕਸੀਮਮ ਕੈਪੈਸਿਟੀ 1.44 MB ਹੁੰਦੀ ਹੈ। ਉਹ ਕਿਹੜਾ ਹੁੰਦਾ? ਪੈਨ ਡਰਾਈਵ ਨਹੀਂ, ਪੈਨ ਡਰਾਈਵ ਤਾਂ GB ਦੇ ਵਿੱਚ ਹੈ। CD ਵੀ ਨਹੀਂ, CD ਦੀ ਮੈਕਸੀਮਮ ਕੈਪੈਸਿਟੀ 700 MB ਹੁੰਦੀ ਹੈ। ਤੇ DVD ਦੀ ਮੈਕਸੀਮਮ ਕੈਪੈਸਿਟੀ ਹੈ ਆਪਣੇ ਕੋਲੇ 4.7 GB। ਤੇ ਅੱਜ ਕੱਲ੍ਹ ਬਲੂ-ਰੇ ਆ ਰਹੀਆਂ ਨੇ, ਉਹ ਵੀ CD DVD ਹੁੰਦੀਆਂ ਨੇ ਨਾ, ਉਹਦੀ ਮੈਕਸੀਮਮ ਕੈਪੈਸਿਟੀ 25 GB ਤੱਕ ਹੈ। ਤਾਂ ਫਲੋਪੀ ਬਚਦਾ ਹੈ, ਫਲੋਪੀ ਦੀ ਮੈਕਸੀਮਮ ਕੈਪੈਸਿਟੀ 1.44 MB ਹੈ। ਤਾਂ ਆਨਸਰ ਤਾਂ ਹੈਗਾ B। ਮਾੜਾ ਮੋਟਾ ਦੇਖ ਲੈਂਦੇ ਹਾਂ। ਫਲੋਪੀ ਦੇ 3 ਸਾਈਜ਼ ਆਏ ਸੀ, ਕਈ ਵਾਰੀ ਕੁਐਸਚਨ ਪੁੱਛ ਲੈਂਦਾ। ਇਹ ਤਾਂ ਹੈਗਾ 5.25 ਇੰਚ ਤੇ ਪਹਿਲੇ ਵਾਲਾ ਸੀਗਾ 8 ਇੰਚ, 5.25 ਇੰਚ ਤੇ 3.5 ਇੰਚ। ਇੱਕ ਵਾਰੀ ਉਹਨੇ ਐ ਕੁਐਸਚਨ ਪੁੱਛਿਆ, ਕਹਿੰਦਾ ਵਿਚ ਆਫ ਦੀ ਫੋਲੋਇੰਗ ਆਰ ਨਾਟ ਏ ਸਾਈਜ਼ ਆਫ ਫਲੋਪੀ ਡਿਸਕ। ਤਾਂ ਫਲੋਪੀ ਡਿਸਕ ਦੇ 3 ਸਾਈਜ਼ ਨੇ, 8 ਇੰਚ ਦੀ ਹੈ ਇੱਕ ਇਹ ਤਾਂ 5.5 ਹੋ ਗਿਆ ਨਾ, 1/4 ਕਰੀਏ 5.25 ਆਪਾਂ। 5.25 ਇੰਚ
ਤੇ 3.5 ਇੰਚ, 3 ਸਾਈਜ਼ ਨੇ। ਤਾਂ ਮੈਕਸਿਮਮ ਕੈਪੈਸਿਟੀ ਹੈ ਜਿਹੜੀ 1.44 MB ਹੀ ਸੀਗੀ, ਠੀਕ ਹੈ। ਇਸ ਤੋਂ ਬਾਅਦ ਚ ਜਿਪ ਡਿਸਕ ਆਈ ਸੀ, ਜਿਪ ਡਿਸਕ ਦੇ ਵਿੱਚ 750 MB ਤੱਕ ਡੇਟਾ ਸਟੋਰ ਕਰ ਸਕਦੇ ਸੀ ਆਪਾਂ। ਕਲੀਅਰ ਹੋਈ ਗੱਲ। ਤੇ ਉਹ ਨੋਟਸਾਂ ਦੇ ਵਿੱਚ ਸਾਰੀਆਂ ਚੀਜ਼ਾਂ ਦਿੱਤੀਆਂ ਹੋਈਆਂ ਨੇ, ਮੈਂ ਨੋਟਸ ਤੁਹਾਨੂੰ ਪ੍ਰੋਵਾਈਡ ਕਰਾ ਸਕਦਾ, ਫ੍ਰੀ ਆਫ ਕਾਸਟ ਆ, ਕੋਈ ਆਪਾਂ ਚਾਰਜਸ ਨਹੀਂ ਲੈ ਰਹੇ ਤੁਹਾਡੇ ਤੋਂ, ਤੁਹਾਡੇ ਲਈ ਮਿਹਨਤ ਕੀਤੀ ਆਪਾਂ, ਹਨਾ। ਸੋ ਕਿਉਂਕਿ ਮੈਨੂੰ ਸਟਾਰਟਿੰਗ ਦੇ ਵਿੱਚ ਆਪਾਂ ਤੁਹਾਡੇ ਵਾਂਗੂ ਹੀ ਪੜ੍ਹੇ ਆ, ਪਿੰਡਾਂ ਤੋਂ ਬਿਲੋਂਗ ਕਰਦੇ ਆ, ਹਨਾ। ਇੰਨੀਆਂ ਚੀਜ਼ਾਂ ਨਹੀਂ ਆਉਂਦੀਆਂ ਸੀ, ਤੇ ਜਦੋਂ ਚੀਜ਼ਾਂ ਸਿੱਖੀਆਂ ਫਿਰ ਇਹ ਲੱਗਿਆ ਵੀ ਯਾਰ ਟੀਚਰ ਕਿਉਂ ਨਹੀਂ ਪੜ੍ਹਾਉਂਦੇ ਸਾਨੂੰ ਕਾਲਜਿਸ ਦੇ ਵਿੱਚ। ਮੈਂ ਬੀਟੈਕ ਕੀਤੀ ਇੱਥੋਂ ਯਾਦਵਿੰਦਰਾ ਕਾਲਜ ਤਲਵੰਡੀ ਸਾਬੋ ਤੋਂ, ਸਾਨੂੰ ਵੀ ਨਹੀਂ ਪੜ੍ਹਾਇਆ ਜਾਂਦਾ ਸੀ ਇੰਨਾ ਵਧੀਆ। ਚਲੋ ਆਪਾਂ ਮਾੜਾ ਨਹੀਂ ਕਹਿੰਦੇ, ਉਹਨਾਂ ਕਰਕੇ ਇੱਥੇ ਆ ਟੀਚਰਾਂ ਕਰਕੇ, ਪਰ ਇਹ ਸੀਗਾ ਵੀ ਹੋਰ ਜ਼ਿਆਦਾ ਮਿਹਨਤ ਕਰ ਸਕਦੇ ਸੀ। ਪਰ ਫਿਰ ਆਪਾਂ ਆਪੇ ਮਿਹਨਤ ਕੀਤੀ, ਤਾਂ ਫਿਰ ਆਪਾਂ ਉਦੋਂ ਹੀ ਸੋਚ ਲਿਆ ਸੀਗਾ ਵੀ ਨਹੀਂ ਯਾਰ ਆਪਾਂ ਨੂੰ ਨਹੀਂ ਪੜ੍ਹਾਇਆ, ਆਪਾਂ ਬਲੇਮ ਥੋੜੀ ਕਰਦੇ ਰਹਾਂਗੇ ਸਾਰੀ ਉਮਰ ਵੀ ਸਾਨੂੰ ਪੜ੍ਹਾਇਆ ਨਹੀਂ, ਹਨਾ। ਤਾਂ ਆਪਾਂ ਪੜ੍ਹਾਵਾਂਗੇ। ਤਾਂ ਉਸੇ ਸ਼ੌਂਕ ਦੇ ਵਿੱਚੋਂ ਚੀਜ਼ਾਂ ਨਿਕਲੀਆਂ ਹੋਈਆਂ ਨੇ। ਤਾਂ ਨੋਟਸ ਬਣਾਉਣ ਦਾ ਮੈਨੂੰ ਬਹੁਤ ਸ਼ੌਂਕ ਹੈ, ਮੈਂ ਤੁਹਾਡੇ ਲਈ ਹੀ ਬਣਾਏ ਨੇ ਨੋਟਸ, ਕੋਈ ਚਾਰਜਸ ਨਹੀਂ, ਫ੍ਰੀ ਆਫ ਕਾਸਟ ਹੈ। ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰੋ, ਤੁਸੀਂ ਨੋਟਸ ਲੈ ਸਕਦੇ ਹੋ, ਠੀਕ ਹੈ। ਨੈਕਸਟ ਕੁਐਸਚਨ ਹੈ, ਬਹੁਤ ਵਧੀਆ ਕੁਐਸਚਨ ਹੈ, ਮੈਂ ਪਹਿਲੇ ਪਾਰਟ ਦੇ ਵਿੱਚ ਵੀ ਇਹਦੇ ਨਾਲ ਦਾ ਕੁਐਸਚਨ ਕਰਾ ਚੁੱਕਿਆ। ਡਿਸਕ ਕੈਪੈਸਿਟੀ ਤੇ ਕੁਐਸਚਨ ਹੈ, ਸਟੋਰੇਜ ਕੈਪੈਸਿਟੀ ਆਫ ਡਿਸਕ ਸਿਸਟਮ, ਇਹ ਵੀ ਆਇਆ ਹੋਇਆ 9/9/2021 ਨੂੰ। ਤਾਂ ਸਪੋਜ਼ ਕਰੋ ਆਪਾਂ ਦੇਖਦੇ ਹਾਂ ਪਹਿਲਾਂ, ਇਹ ਡਿਸਕ ਆਪਣੇ ਕੋਲੇ ਸਟੈਕ ਹੁੰਦਾ ਹੈ, ਜਿਵੇਂ ਪਹਿਲਾ ਪਲੈਟਰ, ਇਹ ਪਲੈਟਰ ਇੱਕ ਪਲੋਟਰ ਹੁੰਦਾ ਹੈ ਨਾ, ਤੁਹਾਨੂੰ ਯਾਦ ਆ ਗਿਆ ਹੋਣਾ। ਪਲੋਟਰ ਇੱਕ ਡਿਵਾਈਸ ਹੁੰਦਾ, ਪ੍ਰਿੰਟਰ ਦਾ ਭਾਪਾ ਜਿਹੜਾ ਵੱਡੀਆਂ ਫਲੈਕਸਾਂ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ, ਉਹ ਪਲੋਟਰ ਹੁੰਦਾ, ਪਲੈਟਰ ਹੁੰਦਾ। ਪਲੈਟਰ ਦੇ ਦੋ ਸਰਫੇਸ ਹੁੰਦੇ ਨੇ, S1 ਸਰਫੇਸ ਤੇ S2, ਯਾਨੀ ਕਿ ਅਪਰ ਸਰਫੇਸ ਤੇ ਲੋਅਰ ਸਰਫੇਸ, S3 S4 S5 S6। ਤਾਂ ਇਹ ਜਿਹੜਾ ਪਲੈਟਰ ਹੁੰਦਾ ਹੈ ਨਾ, ਪਲੈਟਰ ਦੇ ਦੋ ਪਾਸੇ ਹੁੰਦੇ ਨੇ, ਉੱਪਰਲਾ ਪਾਸਾ ਤੇ ਥੱਲੇ ਵਾਲਾ ਪਾਸਾ। ਉੱਪਰਲੇ ਪਾਸੇ ਤੇ ਵੀ ਟਰੈਕ ਬਣੇ ਹੁੰਦੇ ਨੇ, ਮੰਨ ਲਓ ਇਹ ਡਿਸਕ ਹੈ, ਇੱਥੇ ਬਣੇ ਹੋਏ ਨੇ ਟਰੈਕ, ਐਂ ਜੇ ਕਰਕੇ ਵਿੰਗੇ ਜਿਹੜੇ ਬਣਨਗੇ, ਡਰਾਇੰਗ ਤਾਂ ਠੀਕ ਜੀ ਆਪਣੀ, ਇਹ ਟਰੈਕ ਬਣੇ ਹੋਏ ਨੇ, ਹਨਾ। ਇਹ ਟਰੈਕਸ ਦੇ ਵਿੱਚ ਸੈਕਟਰ ਬਣੇ ਹੋਏ ਨੇ, ਰੰਗ ਬਦਲ ਗਏ ਥੋੜਾ ਜਿਹਾ, ਥੋੜਾ ਜਿਹਾ ਤਾਂ ਪੂਰਾ ਹੀ ਬਦਲ ਗਿਆ ਹੁਣ। ਇੱਥੇ ਕੀ ਬਣੇ ਹੁੰਦੇ ਨੇ, ਸੈਕਟਰ ਬਣੇ ਹੁੰਦੇ ਨੇ, ਆਹ ਹੈਗੇ ਨੇ ਸੈਕਟਰ। ਸਿਰਫ ਇੰਨਾ ਹਿੱਸੇ ਨੂੰ ਸੈਕਟਰ ਬੋਲਿਆ ਜਾਂਦਾ, ਤੇ ਇਹ ਪੂਰਾ ਹਿੱਸਾ ਇੱਥੋਂ ਲੈ ਕੇ ਇੱਥੋਂ ਤੱਕ ਜੇ ਆਪਾਂ ਲੈ ਜਾਈਏ ਗੋਲ ਘੇਰਾ, ਇਹਨੂੰ ਆਪਾਂ ਬੋਲਦੇ ਹਾਂ ਟਰੈਕ। ਜਿਵੇਂ ਤੁਸੀਂ ਤੁਹਾਡਾ ਪੇਪਰ ਕਲੀਅਰ ਹੋ ਗਿਆ, ਫਿਰ ਫਿਜ਼ੀਕਲ ਦੇਵੋਗੇ, ਹਨਾ, ਉੱਥੇ ਟਰੈਕ ਤੇ ਰਨਿੰਗ ਕਰਦੇ ਆਪਾਂ, ਉਹ ਟਰੈਕ ਹੁੰਦਾ। ਉਹਦੇ ਛੋਟੇ ਛੋਟੇ ਹਿੱਸੇ ਕੀ ਹੁੰਦੇ ਨੇ, ਸੈਕਟਰ ਹੁੰਦੇ ਨੇ। ਮੈਂ ਲਾਸਟ ਐਗਜ਼ਾਮਪਲ ਦੇ ਵਿੱਚ ਵੀ ਇਹ ਗੱਲ ਕਰਾਈ ਸੀ ਕਿ ਸਪੋਜ਼ ਕਰੋ, ਆਪਾਂ ਉਹੀ ਐਗਜ਼ਾਮਪਲ ਲੈ ਲੈਂਦੇ ਹਾਂ, ਉਹਦੇ ਵਿੱਚੋਂ ਹੀ ਲੇਮੈਨ ਐਗਜ਼ਾਮਪਲ ਚੋਂ ਜ਼ਿਆਦਾ ਸਮਝ ਆਊਗਾ। ਮੰਨ ਲਓ ਇਹ ਇੱਕ ਟਰੈਕ ਹੈ ਆਪਣੇ ਕੋਲੇ ਡਿਸਕ ਦਾ, ਇੱਕ ਡਿਸਕ ਦੇ ਟਰੈਕ ਦੇ ਵਿੱਚ, ਇੱਕ ਟਰੈਕ ਦੇ ਵਿੱਚ 5 ਘਰ ਬਣੇ ਹੋਏ ਨੇ, 5 ਹਾਊਸਿਸ। 1 ਟਰੈਕ ਕੰਟੇਨ 5 ਹਾਊਸਿਸ, ਜਾਂ ਅਸੀਂ ਕਹਿ ਸਕਦੇ ਹਾਂ 5 ਹਾਊਸਿਸ ਪਰ ਟਰੈਕ। ਇਹਦਾ ਮਤਲਬ ਵੀ ਤਾਂ ਸੇਮ ਹੀ ਹੈ, ਪਰ ਟਰੈਕ। 5 ਹਾਊਸਿਸ ਪਰ ਟਰੈਕ ਦਾ ਮਤਲਬ ਹੈ 5 ਹਾਊਸ ਬਣੇ ਹੋਏ ਨੇ ਇੱਕ ਟਰੈਕ ਦੇ ਵਿੱਚ, ਤੇ ਇੱਕ ਹਾਊਸ ਦੇ ਵਿੱਚ 6 ਬੰਦੇ ਰਹਿੰਦੇ ਨੇ, ਤਾਂ 6 ਪਰਸਨਸ ਪਰ ਹਾਊਸ। ਤੇ ਮੈਂ ਤੁਹਾਨੂੰ ਇਹ ਕਹਿਤਾ ਕਿ ਡਿਸਕ ਦੇ ਵਿੱਚ 10 ਟਰੈਕ ਬਣੇ ਹੋਏ ਨੇ, ਦੱਸੋ ਟੋਟਲ ਕਿੰਨੇ ਬੰਦੇ ਰਹਿੰਦੇ ਨੇ। ਡਿਸਕ ਦੇ ਵਿੱਚ 10 ਟਰੈਕ ਬਣੇ ਹੋਏ ਨੇ, ਇੱਕ ਟਰੈਕ ਦੇ ਵਿੱਚ 5 ਹਾਊਸ ਨੇ, ਇੱਕ ਹਾਊਸ ਦੇ ਵਿੱਚ 6 ਬੰਦੇ ਨੇ। ਬੜਾ ਸੌਖਾ ਮੈਥ ਹੈ ਯਾਰ, ਤੁਸੀਂ ਰੀਜ਼ਨਿੰਗ ਕੀਤੀ ਹੈ, ਤੁਸੀਂ ਮੈਥ ਕੀਤਾ, ਤਾਂ ਕੁਝ ਵੀ ਗੱਲ ਨਹੀਂ ਇਹਦੇ ਵਿੱਚ। ਥੋੜਾ ਟੈਕਨੀਕਲ ਸ਼ਬਦ ਜੇ ਉਲਝਾ ਦਿੰਦੇ ਆ, ਤਾਂ ਹੀ ਮੈਂ ਤੁਹਾਨੂੰ ਲੇਮੈਨ ਚ ਕਰਾ ਰਿਹਾ, ਹਨਾ। ਤਾਂ ਆਪਾਂ ਜੇ ਕੱਢਣਾ ਹੋਵੇ, ਸਭ ਤੋਂ ਪਹਿਲਾਂ ਆਪਾਂ ਇੱਕ ਟਰੈਕ ਦੇ ਵਿੱਚ ਡੇਟਾ ਕੱਢ ਲਾਂਗੇ, ਕਿਉਂਕਿ ਇੱਕ ਸੈਕਟਰ ਦੇ ਵਿੱਚ ਇੱਕ ਹਾਊਸ ਹੈ, ਆਹ ਹਾਊਸ ਹੈ, ਇਹਦੇ ਵਿੱਚ 6 ਬੰਦੇ ਰਹਿੰਦੇ ਨੇ। ਟੋਟਲ ਕਿੰਨੇ ਨੇ ਆਪਾਂ ਕੱਢ ਲਾਂਗੇ, ਨੰਬਰ ਆਫ ਪਰਸਨਸ ਪਰ ਟਰੈਕ। ਇੱਕ ਟਰੈਕ ਦੇ ਵਿੱਚ ਆਪਾਂ ਬੰਦੇ ਕੱਢ ਲਾਂਗੇ, ਕਿੰਨੇ ਆ ਜਾਣਗੇ, ਤਾਂ ਪਰ ਟਰੈਕ ਇੱਕ ਟਰੈਕ ਦੇ ਵਿੱਚ 5 ਘਰ ਨੇ, ਹਰੇਕ ਘਰ 'ਚ 6 ਬੰਦੇ ਨੇ, ਤਾਂ 30 ਪਰਸਨ ਹੋ ਜਾਣਗੇ ਇੱਕ ਟਰੈਕ ਤੇ, ਪੂਰੇ ਟਰੈਕ ਤੇ। ਆ ਦੇਖੋ ਇੱਥੋਂ ਤੱਕ 5 ਘਰ ਨੇ ਤੇ 6 ਹਰੇਕ 'ਚ ਬੰਦੇ ਨੇ, 30 ਬੰਦੇ ਹੋ ਗਏ। ਤੇ ਹੁਣ ਐਵੇਂ ਦੇ ਕਿੰਨੇ ਟਰੈਕ ਬਣੇ ਹੋਏ ਨੇ, 10 ਬਣੇ ਹੋਏ ਨੇ, ਤਾਂ ਫਿਰ ਆਪਾਂ ਪੂਰੇ ਕੱਢਾਂਗੇ, ਨੰਬਰ ਆਫ ਪਰਸਨਸ ਪਰ ਸਰਫੇਸ। ਪਰ ਸਰਫੇਸ ਮੈਂ ਕਿਉਂ ਕਹਿ ਰਿਹਾ, ਕਿਉਂਕਿ ਮੈਂ ਉੱਪਰਲੇ ਸਰਫੇਸ ਦੀ ਗੱਲ ਕਰਦਾ, ਡਿਸਕ ਦੇ CD ਜਾਂ DVD ਦੇ ਉੱਪਰਲੇ ਸਰਫੇਸ ਦੀ, ਥੱਲੇ ਵੀ ਉਨੇ ਹੀ ਹੋਣਗੇ, ਤਾਂ ਮੈਂ ਇੱਕ ਪਰ ਸਰਫੇਸ ਦੀ ਗੱਲ ਕੀਤੀ ਹੈ। ਪਰ ਸਰਫੇਸ ਦੇ ਵਿੱਚ ਆਪਾਂ ਨੂੰ ਪਤਾ 10 ਟਰੈਕ ਨੇ, ਤਾਂ 10 ਗੁਣਾ 5, ਕਿਉਂਕਿ ਹਰੇਕ ਦੇ ਵਿੱਚ ਇੱਕ ਟਰੈਕ ਦੇ ਵਿੱਚ 5 ਘਰ ਨੇ ਤੇ ਹਰੇਕ 'ਚ 6 ਬੰਦੇ ਨੇ, ਇੰਨੇ ਪਰਸਨਸ ਹੋ ਗਏ। ਨੰਬਰ ਆਫ ਪਰਸਨਸ ਪਰ ਸਰਫੇਸ ਇੰਨੇ ਹੋ ਗਏ ਨਾ। ਹੁਣ ਇਹ ਇੱਕ ਸਰਫੇਸ ਦੇ ਸੀ, ਤੇ ਜੇ ਮੈਂ ਤੁਹਾਨੂੰ ਕਹਿੰਦਾ ਵੀ 10 ਸਰਫੇਸ ਨੇ ਜਾਂ 15 ਸਰਫੇਸ ਨੇ, 15 ਸਰਫੇਸਿਸ ਦੇ ਵਿੱਚ ਕਿੰਨੇ ਹੋ ਜਾਣਗੇ, ਹੈ ਨਾ,
ਤਾਂ ਉਹ ਹੋ ਜਾਣਗੇ 15 ਗੁਣਾ 10 ਗੁਣਾ 5 ਗੁਣਾ 6। ਤਾਂ 15 ਕੀ ਨੇ? ਨੰਬਰ ਆਫ ਸਰਫੇਸ। ਜਨਰਲ ਫਾਰਮੂਲਾ ਬਣਾ ਦਈਏ, ਨੰਬਰ ਆਫ ਸਰਫੇਸਿਸ ਡਿਸਕ ਪੈਕ ਦੇ ਵਿੱਚ। ਨੰਬਰ ਆਫ ਸਰਫੇਸਿਸ ਕਿੰਨੇ ਨੇ? 10 ਕੀ ਨੇ? ਟਰੈਕ ਨੇ। ਤਾਂ ਇੱਥੇ ਆਪਾਂ ਲਿਖਾਂਗੇ ਨੰਬਰ ਆਫ ਟਰੈਕਸ ਕਾਹਦੇ ਵਿੱਚ? ਪਰ ਸਰਫੇਸ ਦੇ ਵਿੱਚ। ਇੱਕ ਸਰਫੇਸ ਦੇ ਵਿੱਚ ਕਿੰਨੇ ਟਰੈਕ ਨੇ? ਪਰ ਸਰਫੇਸ। ਤੇ 5 ਕੀ ਹੈ? ਨੰਬਰ ਆਫ ਸੈਕਟਰਸ ਨੇ ਇੱਕ ਟਰੈਕ ਦੇ ਵਿੱਚ। ਤਾਂ ਨੰਬਰ ਆਫ ਸੈਕਟਰਸ ਪਰ ਟਰੈਕ। ਮੈਨੂੰ ਪਤਾ ਤੁਸੀਂ ਆ ਪਰਪੁਰ ਤੋਂ ਹੀ ਉਲਝੀ ਜਾਓਗੇ ਵੀ ਇਹ ਪਰ ਦਾ ਕੀ ਮਤਲਬ। ਪਰ ਦਾ ਮਤਲਬ ਇੱਕ। ਨੰਬਰ ਆਫ ਸੈਕਟਰਸ ਨੇਗੇ ਇੱਕ ਟਰੈਕ ਦੇ ਵਿੱਚ, ਪਰ ਦਾ ਮਤਲਬ ਇੱਕ ਹੁੰਦਾ। ਫਿਰ ਆ ਗਿਆ ਜੀ 6। ਇੱਥੇ ਆਪਾਂ ਪਰਸਨਸ ਦੀ ਗੱਲ ਕਰਦੇ ਹਾਂ ਵੀ 6 ਪਰਸਨਸ ਨੇ। ਚਾਹੇ ਤਾਂ ਇੱਥੇ ਐਂ ਲਿਖ ਲਓ ਵੀ ਨੰਬਰ ਆਫ ਪਰਸਨਸ ਪਰ ਹਾਊਸ, ਬਟ ਆਪਾਂ ਗੱਲ ਕਰ ਰਹੇ ਹਾਂ CDDVD ਦੇ ਵਿੱਚ ਡੇਟਾ ਦੀ, ਤਾਂ ਇੱਥੇ ਫਿਰ ਨੰਬਰ ਆਫ ਬਾਈਟਸ ਲਿਖ ਦਿੰਦੇ ਆਪਾਂ। ਨੰਬਰ ਆਫ ਬਾਈਟਸ ਪਰ ਸੈਕਟਰ। ਇੱਕ ਸੈਕਟਰ ਦੇ ਵਿੱਚ ਕਿੰਨੀਆਂ ਬਾਈਟਸ ਨੇ, ਇਹ ਜਰਨਲ ਫਾਰਮੂਲਾ ਬਣ ਗਿਆ। ਤਾਂ ਹੁਣ ਤਾਂ ਕੁਝ ਵੀ ਨਹੀਂ ਔਖਾ, ਕਿਉਂ? ਕਿਉਂਕਿ ਜਿੰਨੇ ਸਰਫੇਸ ਨੇ ਉਹਨਿਆਂ ਤੇ ਆਪਾਂ ਡੇਟਾ ਕੈਲਕੂਲੇਟ ਕਰ ਲਾਂਗੇ। ਤਾਂ ਦੇਖੀਏ ਆਪਾਂ ਕੈਪੈਸਿਟੀ ਡਿਸਕ ਦੀ, ਨੰਬਰ ਆਫ ਰਿਕਾਰਡਿੰਗ ਡੈਂਸਿਟੀ। ਸਭ ਤੋਂ ਪਿੱਛੇ ਤਾਂ ਇਹ ਆਊਗਾ ਨੰਬਰ ਆਫ ਬਾਈਟਸ ਪਰ ਸੈਕਟਰ, ਇਹ ਵੀ ਠੀਕ ਹੈ। ਨੰਬਰ ਆਫ ਬਾਈਟਸ ਪਰ ਸੈਕਟਰ, ਇਹ ਵੀ ਠੀਕ ਹੈ। ਨੰਬਰ ਆਫ ਬਾਈਟਸ ਪਰ ਸੈਕਟਰ, ਨੰਬਰ ਆਫ ਬਾਈਟ ਪਰ ਸੈਕਟਰ, ਤਾਂ ਸਾਰਿਆਂ 'ਚ ਹੀ ਹੈ। ਇਹਦੇ ਨਾਲ ਆਪਣੀ ਕੋਈ ਗੱਲ ਨਹੀਂ ਬਣੀ। ਇੱਕ ਸਾਰਿਆਂ ਦੇ ਵਿੱਚ ਗੁਣਾ ਦੀ ਨਿਸ਼ਾਨੀ, ਆਪਾਂ ਕਿਤੇ ਵੀ ਪਲੱਸ ਨਹੀਂ ਪਾਇਆ। ਤਾਂ ਗੁਣਾ ਵਾਲੀ ਨਿਸ਼ਾਨੀ ਤੋਂ ਦੇਖ ਲੈਣਾ ਕੁਐਸਚਨ ਸੋਲਵ ਹੁੰਦਾ। ਪਹਿਲੇ ਦੇ ਵਿੱਚ ਗੁਣਾ ਦੀ ਠੀਕ ਹੈ, ਇੱਥੇ ਵੀ ਗੁਣਾ ਦੀ ਠੀਕ ਹੈ, ਇੱਥੇ ਪਲੱਸ ਦੀ ਇਹ ਕੱਟ ਦਿਓ, ਪਲੱਸ ਨਹੀਂ ਆਉਂਦਾ। ਫਿਰ ਪਲੱਸ ਦੀ ਨਿਸ਼ਾਨੀ ਹੈ, ਪਹਿਲਾਂ ਹੀ ਕੱਟ ਦਿਓ। ਤੇ ਇੱਥੇ ਵੀ ਗੁਣਾ ਦੀ ਨਿਸ਼ਾਨੀ ਹੈ, ਇੱਥੇ ਪਲੱਸ ਦੀ, ਇਹ ਵੀ ਕੱਟ ਦਿਓ। ਆਨਸਰ ਸਿੱਧਾ ਡੀ ਹੈ। ਠੀਕ ਹੈ, ਗੁਣਾ ਪਲੱਸ ਤੋਂ ਵੀ ਪਤਾ ਲੱਗ ਜਾਂਦਾ, ਆਨਸਰ ਡੀ ਹੈ। ਆਪਾਂ ਮਿਲਾਉਂਦੇ ਹਾਂ। ਨੰਬਰ ਆਫ ਰਿਕਾਰਡਿੰਗ ਸਰਫੇਸਿਸ, ਉਸੇ ਨੂੰ ਰਿਕਾਰਡਿੰਗ ਸਰਫੇਸਿਸ ਬੋਲਤਾ। ਸਰਫੇਸਿਸ ਕਾਹਦੇ ਵਾਸਤੇ ਨੇ? ਰਿਕਾਰਡਿੰਗ ਕਰਨ ਵਾਸਤੇ ਹੀ ਹੈ ਨਾ। ਠੀਕ ਹੈ, ਹੋਰ ਕਿਹੜਾ ਕੁਝ ਬੀਜਣ ਵਾਸਤੇ ਹੈ ਇਹ? ਕਿੱਥੇ ਕਿਹੜਾ ਕਣਕ ਬੀਜਣੀ ਹੈ? ਨੰਬਰ ਆਫ ਰਿਕਾਰਡਿੰਗ ਸਰਫੇਸਿਸ ਇਨਟੂ ਨੰਬਰ ਆਫ ਟਰੈਕਸ, ਜਾਂ ਟਰੈਕਸ ਪਰ ਸਰਫੇਸ ਵੀ ਬੋਲ ਸਕਦਾ, ਉਹ ਵੀ ਇੱਕੋ ਹੀ ਗੱਲ ਹੈ ਵੀ ਪਰ ਸਰਫੇਸ। ਇੱਕ ਸਰਫੇਸ ਦੇ ਵਿੱਚ ਕਿੰਨੇ ਟਰੈਕ ਨੇ, ਇਨਟੂ ਨੰਬਰ ਆਫ ਸੈਕਟਰਸ ਪਰ ਟਰੈਕ। ਇੱਕ ਟਰੈਕ ਦੇ ਵਿੱਚ ਕਿੰਨੇ ਸੈਕਟਰ ਨੇ, ਇਨਟੂ ਨੰਬਰ ਆਫ ਬਾਈਟਸ ਪਰ ਸੈਕਟਰ। ਫਿਰ ਇਹਦਾ ਡੀ ਆਨਸਰ ਹੈ। ਆਈ ਹੋਪ ਕਿ ਤੁਹਾਨੂੰ ਇਹ ਚੀਜ਼ ਸਮਝ ਆਈ ਹੋਊਗੀ, ਨਹੀਂ ਤਾਂ ਥੋੜਾ ਪਿੱਛੇ ਕਰਕੇ ਦੁਬਾਰੇ ਦੇਖ ਸਕਦੇ ਹੋ ਵੀਡੀਓ। ਠੀਕ ਹੈ, ਅਗਲਾ ਕੁਐਸਚਨ, ਦੀ ਡਿਫਾਲਟ ਪੋਰਟ ਫਰੋਮ ਐਨੀ HTTP ਰਿਕੁਐਸਟ ਇਜ। ਕਹਿੰਦਾ ਡਿਫਾਲਟ ਪੋਰਟ, ਤੁਹਾਨੂੰ ਯਾਦ ਹੋਵੇ ਪਹਿਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਟਾਈਪਸ ਆਫ ਕੰਪਿਊਟਰ ਐਡਰੈਸ। 4 ਤਰ੍ਹਾਂ ਦੇ ਐਡਰੈਸ ਸੀ, ਫਿਜ਼ੀਕਲ ਐਡਰੈਸ ਨੂੰ, ਹਾਰਡਵੇਅਰ ਐਡਰੈਸ, ਮੈਕ ਐਡਰੈਸ, NIC ਕਾਰਡ ਐਡਰੈਸ ਵੀ ਕਿਹਾ ਸੀ 48 ਬਿਟ ਦਾ ਜਾਂ 6 ਬਾਈਟ ਦਾ ਹੁੰਦਾ। ਤੇ ਲੌਜੀਕਲ ਐਡਰੈਸ ਨੂੰ IP ਐਡਰੈਸ। ਤੇ ਇਹ ਦੋ ਵਰਜਨ ਹੁੰਦੇ ਨੇ ਇਹਦੇ, IPv4 ਤੇ IPv6। 4 ਹੁੰਦਾ ਜਿਹੜਾ 32 ਬਿਟ ਦਾ ਜਾਂ 4 ਬਾਈਟ ਦਾ, 6 ਹੁੰਦਾ 128 ਬਿਟ ਦਾ ਤੇ 16 ਬਾਈਟ ਦਾ। ਪੋਰਟ ਐਡਰੈਸ ਹੁੰਦਾ 16 ਬਾਈਟ ਦਾ ਜਾਂ 2 ਬਾਈਟ ਦਾ। ਠੀਕ ਹੈ, ਸੋ ਇਹ ਮੈਂ ਚੰਗੀ ਤਰ੍ਹਾਂ ਕਰਾਇਆ ਹੋਇਆ, ਤਾਂ ਕਰਕੇ ਮੈਂ ਰਿਪੀਟ ਨਹੀਂ ਕਰਾ ਰਿਹਾ। ਆ ਪੋਰਟ ਐਡਰੈਸ ਪੜ੍ਹਿਆ ਸੀ ਨਾ। ਪੋਰਟ ਐਡਰੈਸ ਆਪਾਂ ਦੇਖਿਆ ਸੀਗਾ ਕਿ ਉਹ ਵਾਲਾ ਐਡਰੈਸ ਜਿਹੜਾ ਯੂਨੀਕਲੀ ਆਇਡੈਂਟੀਫਾਈਜ਼ ਕਰਦਾ ਡਿਫਰੈਂਟ ਟਾਈਪਸ ਆਫ ਦੀ ਸਰਵਿਸਿਜ਼ ਰਨਿੰਗ ਇਨਸਾਈਡ ਏ ਕੰਪਿਊਟਰ। ਤਾਂ ਕਰਕੇ ਮੈਂ ਕਹਿ ਰਿਹਾ ਤੁਹਾਨੂੰ ਵੀ ਬਾਕੀ ਦੀਆਂ ਵੀਡੀਓ ਦੇਖੋ, ਚਾਹੇ ਤੁਸੀਂ ਕਾਂਸਟੇਬਲ ਦਾ ਪੇਪਰ ਦੇਣਾ ਹੈ ਤਾਂ ਜਿਹੜੀਆਂ ਮੈਂ ਐਕਸਪੈਕਟਡ ਕੁਐਸਚਨਾਂ ਦੀਆਂ ਵੀਡੀਓ ਪਾ ਰਿਹਾ ਉਹ ਸਾਰੇ ਪੇਪਰਾਂ ਦਾ ਇਕੱਠੇ ਕਰਕੇ ਬਣਾ ਕੇ ਪਾਏ ਨੇ ਆਪਾਂ। ਕਾਂਸਟੇਬਲ ਦਾ ਵੀ ਆ ਜਾਊਗਾ, ਹੈਡ ਕਾਂਸਟੇਬਲ ਦਾ ਵੀ, ਸਬ ਇੰਸਪੈਕਟਰ ਦਾ ਵੀ। ਕੁਛ ਚੀਜ਼ਾਂ ਐਵੇਂ ਦੀਆਂ ਨੇ ਜਿਹੜੀ ਮੈਂ ਥਿਊਰੀ ਉੱਥੇ ਕਰਾਈ ਹੋਈ ਹੈ, ਤਾਂ ਤੁਹਾਨੂੰ ਉੱਥੇ ਹੈਲਪ ਹੋਊਗੀ ਉਸ ਚੀਜ਼ ਦੀ। ਠੀਕ ਹੈ, ਸੋ ਪੋਰਟ ਐਡਰੈਸ ਹੁੰਦਾ ਜਿਹੜਾ ਇਹ ਡਿਫਰੈਂਟ ਟਾਈਪਸ ਉਹਦੀਆਂ ਸਰਵਿਸਿਜ਼ ਇਨਸਾਈਡ ਰਨਿੰਗ ਏ ਕੰਪਿਊਟਰ, ਉਹਨਾਂ ਨੂੰ ਯੂਨੀਕਲੀ ਆਇਡੈਂਟੀਫਾਈ ਕਰਦਾ। ਜਿਵੇਂ ਇੱਕ ਕੰਪਿਊਟਰ ਤੇ ਜੀਮੇਲ ਵੀ ਚੱਲ ਰਿਹਾ, ਫੇਸਬੁੱਕ ਚੱਲ ਰਿਹਾ, ਯਾਹੂ ਚੱਲ ਰਿਹਾ, ਉਹਨਾਂ ਦਾ ਆਪਣਾ ਇੱਕ ਪੋਰਟ ਨੰਬਰ ਹੁੰਦਾ ਜਿਹੜਾ ਕਿ 16 ਬਿਟ ਜਾਂ 2 ਬਾਈਟ ਦਾ ਹੁੰਦਾ। ਤਾਂ ਫਿਰ ਇਹ ਪ੍ਰੋਟੋਕਾਲ ਦੇ ਪੋਰਟ ਨੰਬਰ ਨੇ। ਜਿਵੇਂ SMTP ਦਾ 25 ਹੈ, ਸਿਕਿਉਰ ਸ਼ੈਲ, SSH ਹੁੰਦਾ ਸਿਕਿਉਰ ਸ਼ੈਲ, ਸਿਕਿਉਰ ਸ਼ੈਲ। ਠੀਕ ਹੈ, ਰੰਗ ਜਿਹਾ ਬਦਲ ਕੇ ਲਾਲ ਜਿਹਾ ਹੀ ਕਰ ਲੈਣੇ। ਹਾਂ, ਤੇ ਇਹਦਾ 22 ਨੰਬਰ ਪੋਰਟ ਹੈ। SMTP ਦਾ 25 ਹੈ। DNS ਦਾ ਹੈ ਡੋਮੇਨ ਨੇਮ ਸਿਸਟਮ ਹੁੰਦਾ, 53 ਨੰਬਰ ਪੋਰਟ ਹੈ। HTTP 80, HTTPS 443। ਇਹ ਸਾਰੇ ਇੰਪੋਰਟੈਂਟ ਨੇ, ਵੀ ਨੋਟ ਕਰ ਲਓ। ਠੀਕ ਹੈ, ਸਕਰੀਨਸ਼ਾਟ ਲੈ ਸਕਦੇ ਹੋ। ਸੋ ਆਪਾਂ ਨੂੰ ਪੁੱਛਿਆ ਉਹਨੇ HTTP ਦਾ, ਤਾਂ 80 ਨੰਬਰ ਡੀ ਆਨਸਰ ਆ ਜਾਊਗਾ। ਕਲੀਅਰ। ਅਗਲਾ ਕੁਐਸਚਨ, ਇਹਦੇ ਨਾਲ ਦਾ ਕੁਐਸਚਨ ਆਪਾਂ ਪਾਰਟ 1 ਦੇ ਵਿੱਚ ਵੀ ਕਰ ਚੁੱਕੇ ਹਾਂ। ਦੇਖੋ ਪਾਰਟ 1 ਚ ਵੀ ਇਹੋ ਜਿਹਾ ਕੁਐਸਚਨ ਆਇਆ ਹੋਇਆ ਸੀ ਕਿਸੇ ਹੋਰ ਪੇਪਰ, ਇਸੇ ਨਾਲ ਦਾ ਹੀ ਹੈ, ਪਤਾ ਨਹੀਂ 9 ਤਰੀਕ ਨੂੰ ਕਿ 8 ਨੂੰ ਹੈ, ਉਹ ਤੁਸੀਂ ਦੇਖਿਆ ਹੀ ਹੋਣਾ। ਕਹਿੰਦਾ what does www.abc.com। ਹੁਣ ਤੁਸੀਂ ਆਪ ਸੋਚੋ, ਜੇ ਤੁਸੀਂ ਥਿਊਰੀ ਪੜ੍ਹੀ ਹੈ ਤਾਂ ਇਹ ਕੀ ਹੈ? ਆਪਾਂ ਪੜ੍ਹਿਆ ਸੀ ਨਾ, ਚਲੋ ਜੇ ਨਹੀਂ ਜਾ ਤਾਂ ਆਪਾਂ ਦੇਖ ਲੈਂਦੇ ਹਾਂ। ਇਹ URL ਹੁੰਦਾ, ਪੂਰੇ ਨੂੰ ਆਪਾਂ URL ਬੋਲਦੇ ਹਾਂ, ਯੂਨੀਫਾਰਮ ਰਿਸੋਰਸ ਲੋਕੇਟਰ। ਪਹਿਲਾ ਪ੍ਰੋਟੋਕਾਲ, ਦੂਸਰਾ ਡੋਮੇਨ ਨੇਮ, ਇੱਥੋਂ ਲੈ ਕੇ ਡੋਮੇਨ ਨੇਮ ਵੀ ਬੋਲਦੇ ਨੇ ਇਹਨੂੰ, ਹੋਸਟ ਨੇਮ ਵੀ ਬੋਲ ਦਿੱਤਾ ਜਾਂਦਾ ਹੈ ਨਾ। ਤੇ ਆਹ ਡਾਇਰੈਕਟਰੀ ਹੁੰਦੀ ਹੈ, ਤੇ ਆਹ ਫਾਈਲ ਦਾ ਪਾਥ ਹੁੰਦਾ ਹੈ।
ਜਾਂ ਰਿਸੋਰਸ ਪਾਥ ਵੀ ਬੋਲਿਆ ਜਾਂਦਾ। ਤਾਂ ਹੁਣ ਆਹ ਚੀਜ਼ ਪੁੱਛਦਾ ਤਾਂ ਇਹ ਡੋਮੇਨ ਨੇਮ ਹੈ। ਦੇਖੋ ਉੱਡੇ ਜਾਂਦੇ ਆ ਨਾ ਕੁਐਸਚਨ, ਐਂ ਚੜਦੀਆਂ ਗੁੱਤੀਆਂ ਕੰਨਾਂ ਤੇ। ਜਿਹਨੂੰ ਥਿਊਰੀ ਪਤਾ ਹੋਵੇ ਫਿਰ ਆਉਂਦਾ ਸਵਾਦ। ਇਹ ਆਨਸਰ ਹੈ। ਅਗਲਾ ਕੁਐਸਚਨ, ਵਿਚ ਆਫ ਦੀ ਫੋਲੋਇੰਗ ਇਜ਼ ਆਰ ਇੱਕ ਜਾਂ ਇੱਕ ਤੋਂ ਜ਼ਿਆਦਾ ਇੰਟਰੈਕਟਿਵ ਟੂਲ ਆਫ ਵੈਬ 2.0। ਕਹਿੰਦਾ ਵੈਬ 2.0 ਦਾ ਇੰਟਰੈਕਟਿਵ ਟੂਲ ਕਿਹੜਾ ਹੈ। ਪਹਿਲਾਂ ਥੋੜਾ ਜਿਹਾ ਵੈਬ 2 ਬਾਰੇ ਦੇਖ ਲੈਣਾ ਕੀ ਹੁੰਦਾ ਹੈ। ਵੈਬ 1.0 2.0 3.0 ਲਾਸਟ ਵੀਡੀਓ 'ਚ ਵੀ ਦੱਸ ਚੁੱਕੇ ਹਾਂ। ਚਲੋ ਵਾਰੀ ਵਾਰੀ ਮੈਂ ਤਾਂ ਦੱਸ ਦਿੰਦਾ ਵੀ ਤੁਹਾਨੂੰ ਪੜ੍ਹਨਾ ਨਾ ਪਵੇ, ਚੀਜ਼ਾਂ ਯਾਦ ਹੋ ਜਾਣ ਤੁਹਾਡੇ। ਜੇ ਆਪਾਂ ਸੁਣਦੇ ਹਾਂ ਨਾ ਚੀਜ਼ਾਂ ਵਾਰੀ ਵਾਰੀ ਫਿਰ ਯਾਦ ਹੋ ਜਾਂਦੀਆਂ। ਜ਼ੋਰ ਤਾਂ ਮੇਰਾ ਲੱਗਦਾ ਥੋੜਾ ਜ਼ਿਆਦਾ, ਚਲੋ ਕੋਈ ਗੱਲ ਨਹੀਂ, ਪਰ ਆਪਾਂ ਨੂੰ ਇਹ ਚੀਜ਼ਾਂ ਹੀ ਇਹ ਵਧੀਆ ਲੱਗਦੀਆਂ ਨੇ ਹਨਾ। ਤੇ ਚਲੋ ਦੇਖਦੇ ਹਾਂ ਆਪਾਂ। ਜਿਵੇਂ ਆਪਾਂ ਕੰਪਿਊਟਰ ਦੀਆਂ ਜਨਰੇਸ਼ਨਾਂ ਪੜ੍ਹੀਆਂ ਨੇ ਉਵੇਂ ਹੀ ਇੰਟਰਨੈਟ ਦੀਆਂ ਡਿਵੈਲਪਮੈਂਟ ਹੋਈਆਂ ਨੇ। ਸਭ ਤੋਂ ਪਹਿਲਾ ਨੈਟਵਰਕ ਆਇਆ 1969 ਦੇ ਵਿੱਚ, ਜਿਹਦਾ ਨਾਮ ਆਪਾਂ ਪੜ੍ਹ ਚੁੱਕੇ ਹਾਂ, ARPANET ਸੀ ਹਨਾ। 1969 ਦੇ ਵਿੱਚ ARPANET ਕਿਹਨੇ ਬਣਾਇਆ ਸੀ? ਡਿਪਾਰਟਮੈਂਟ ਆਫ ਡਿਫੈਂਸ US ਮਿਲਟਰੀ ਦੁਆਰਾ ਸੀਗਾ ਇਹ। ਤਾਂ ਪਹਿਲਾਂ 1969 ਤੋਂ ਪਹਿਲਾਂ ਕੋਈ ਨੈਟਵਰਕ ਨਹੀਂ ਸੀ। ਫਿਰ ਨੈਟਵਰਕ ਬਣਿਆ, ਫਿਰ ਹੌਲੀ ਹੌਲੀ 80 81 82 85 'ਚ ਚੀਜ਼ਾਂ ਸ਼ੁਰੂ ਹੋਈਆਂ ਤੇ ਫਿਰ 90 91 'ਚ ਇੰਟਰਨੈਟ ਦਾ ਦੌਰ ਆਇਆ। ਉਸ ਟਾਈਮ ਤੇ ਵੈਬਸਾਈਟਾਂ ਬਣੀਆਂ, ਫਿਰ HTML ਲੈਂਗੁਏਜ ਬਣੀ ਵੈਬ ਪੇਜ ਬਣਾਉਣ ਦੇ ਲਈ, ਫਿਰ ਵਰਲਡ ਵਾਈਡ ਵੈਬ ਬਣਿਆ। ਵਰਲਡ ਵਾਈਡ ਵੈਬ ਇਹ ਕੰਟੇਨਰ ਸੀ ਜਿਹੜਾ ਸਾਰੀਆਂ ਵੈਬਸਾਈਟਾਂ ਨੂੰ ਹੋਲਡ ਕਰਕੇ ਰੱਖਦਾ ਸੀ। ਇਹ 1989 ਦੇ ਵਿੱਚ ਕਿਹਨੇ ਬਣਾਇਆ ਸੀ? ਟਿਮ ਬਰਨਰ-ਲੀ ਨੇ। ਇਸੇ ਬੰਦੇ ਨੇ ਹੀ, ਟਿਮ ਬਰਨਰ-ਲੀ ਨੇ ਹੀ HTML ਲੈਂਗੁਏਜ ਬਣਾਈ ਹੈ, ਫਾਦਰ HTML ਦਾ। ਤੇ ਇਸੇ ਨੇ ਹੀ ਪਹਿਲਾ ਬਰਾਊਜ਼ਰ ਬਣਾਇਆ ਸੀ ਵਰਲਡ ਵਾਈਡ ਵੈਬ। ਇਹ ਮੈਂ ਦੱਸ ਚੁੱਕਿਆ ਚੰਗੀ ਤਰੀਕੇ ਨਾਲ। ਫਿਰ ਉਹਦਾ ਨੇਮ ਚੇਂਜ ਕਰਕੇ ਨੈਕਸਸ ਰੱਖ ਦਿੱਤਾ ਗਿਆ ਸੀ ਨਾ। ਸੋ ਉਵੇਂ ਹੀ ਵੈਬ ਦੀਆਂ ਡਿਵੈਲਪਮੈਂਟ ਹੋਈਆਂ। ਥੋੜੇ ਸਮੇਂ ਬਾਅਦ ਚੀਜ਼ਾਂ ਇੰਪਰੂਵਮੈਂਟ ਹੁੰਦੀ ਗਈ ਤਾਂ ਉਸ ਨੂੰ ਹੀ ਉਹਨੇ ਕੈਟਾਗਰਾਈਜ਼ ਕਰਤਾ ਵੈਬ 1.0 96 ਤੋਂ 2004 ਤੱਕ। ਤਾਂ ਇਹ ਟਿਮ ਬਰਨਰ-ਲੀ ਨੇ ਟਰਮ ਦਿੱਤੀ ਸੀ ਤੇ ਤੀਜੀ ਵੀ ਟਿਮ ਬਰਨਰ-ਲੀ ਨੇ। ਇਹ ਬਹੁਤ ਇੰਪੋਰਟੈਂਟ ਹੈ, ਇਹਦੇ ਕੁਐਸਚਨ ਪੁੱਛਿਆ ਹੋਇਆ। ਤੇ ਦੂਜਾ ਜਿਹੜਾ ਵੈਬ 2.0 ਹੈ ਉਹ ਟਿਮ ਓਰੈਲੀ ਤੇ ਡੇਲ ਡੌਰਟੀ ਕੀ ਮੈਨੂੰ ਪੜ੍ਹਨਾ ਜਾਂ ਨਹੀਂ ਆਉਂਦਾ, ਡੌਰਟੀ ਬਣਦਾ ਮਤਲਬ ਸ਼ਾਇਦ ਹਨਾ। ਸੋ ਇਹਨੇ ਇਹ ਟਰਮ ਦਿੱਤੀ ਸੀ। ਪਹਿਲੀ ਸਟੈਟਿਕ ਵੈਬ ਸੀ, ਬਿਲਕੁਲ ਇਨਫੋਰਮੇਸ਼ਨ ਨੂੰ ਡਿਸਪਲੇ ਕਰਾਉਣ ਲਈ ਸੀ, ਤੁਸੀਂ ਇੰਟਰੈਕਟ ਨਹੀਂ ਕਰ ਸਕਦੇ ਸੀ ਆਪਾਂ। ਵੈਬ 2 ਦੇ ਵਿੱਚ ਆਪਾਂ ਇੰਟਰੈਕਟ ਕਰ ਸਕਦੇ ਸੀ, ਡਾਇਨਾਮਿਕ ਹੈ। 3 ਜਿਹੜੀ ਹੈ ਉਹ ਵੀ ਡਾਇਨਾਮਿਕ ਹੈ, ਠੀਕ ਹੈ। ਪਹਿਲੀ ਰੀਡੇਬਲ, ਦੂਜੀ ਰੀਡੇਬਲ ਤੇ ਰਾਈਟੇਬਲ, ਤੀਸਰੀ ਰੀਡੇਬਲ, ਰਾਈਟੇਬਲ ਐਂਡ ਐਗਜ਼ੀਕਿਊਟੇਬਲ। ਤੁਸੀਂ ਕੁਝ ਆਪਦਾ ਵੀ ਨਵਾਂ ਬਣਾ ਕੇ ਪਾ ਸਕਦੇ ਸੀ। ਤਾਂ ਪਹਿਲੀ ਨੂੰ ਸਿੰਪਲ ਐਂਡ ਪੈਸਿਵ ਵੈਬ ਬੋਲਦੇ ਸੀ, ਦੂਜੀ ਦੇ ਵਿੱਚ ਸੋਸ਼ਲ ਵੈਬ, ਕੋਲੈਬੋਰੇਟਿਵ ਵੈਬ, ਕਿਉਂਕਿ ਅਸੀਂ ਕਮੈਂਟ ਕਰਨ ਲੱਗ ਗਏ ਸੀ, ਅਸੀਂ ਸ਼ੇਅਰ ਕਰਨ ਲੱਗ ਗਏ ਸੀ ਚੀਜ਼ਾਂ ਨੂੰ। ਤੇ ਯੂਜ਼ਰ ਨੂੰ ਓਨਰ ਬਣਾਤਾ ਸੀ, ਕੰਟੈਂਟ ਓਨਰ, ਕੰਟੈਂਟ ਕ੍ਰੀਏਟਰ। ਜਿਵੇਂ ਹੁਣ ਆਪਾਂ ਗੱਲ ਕਰੀਏ, ਹਰੇਕ ਬੰਦਾ ਵੀਡੀਓ ਬਣਾਈ ਜਾਂਦਾ। ਤੁਸੀਂ ਵੀ ਵੀਡੀਓ ਬਣਾਉਂਦੇ ਹੋਵੋਗੇ ਆਪਦੀਆਂ, ਇੰਸਟਾਗ੍ਰਾਮ ਤੇ ਪਾਉਂਦੇ ਹੋਵੋਗੇ, ਟਿਕਟੌਕ ਪਹਿਲਾਂ ਚੱਲਦਾ ਸੀ, ਮੈਂ ਵੀ ਬਣਾ ਰਿਹਾ। ਤਾਂ ਮੈਂ ਕੀ ਹਾਂ, ਕੰਟੈਂਟ ਕ੍ਰੀਏਟਰ ਆ ਨਾ, ਉਵੇਂ ਤੁਸੀਂ ਵੀ ਕੰਟੈਂਟ ਕ੍ਰੀਏਟਰ ਹੋ। ਤਾਂ ਇਹ ਕਿਹਦੇ ਵਿੱਚ ਪੋਸੀਬਲ ਹੋਇਆ? ਵੈਬ 2.0 'ਚ। ਵੈਬ 1.0 'ਚ ਕੋਈ ਕੰਟੈਂਟ ਓਨਰ ਹੁੰਦਾ ਸੀ, ਕੰਟੇਨਰ, ਲੋਕ ਨਹੀਂ ਸੀਗੇ। ਤਾਂ ਵੈਬ 3.0 ਦਾ ਵੱਡਾ ਕੰਮ ਕੀ ਸੀ ਕਿ ਸਿਮੈਂਟਿਕ ਵੈਬ ਹੈ। ਇਹ ਦੋਨੋਂ ਕੀਵਰਡ ਬੇਸਿਸ ਤੇ ਸਰਚ ਕਰਦੇ ਨੇ। ਕੀਵਰਡ ਸ਼ਬਦ ਹੁੰਦੇ ਨੇ, ਜਿਵੇਂ ਮੈਂ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਸੀ, ਆਪਾਂ ਪੰਜਾਬੀ ਸੱਭਿਆਚਾਰ ਸਰਚ ਮਾਰਾਂਗੇ। ਵੈਬ 1.0 ਤੇ 2.0 ਸਿਰਫ ਸੱਭਿਆਚਾਰ ਨੂੰ ਹੀ ਸਰਚ ਕਰੂ, ਜਿੱਥੇ ਮੈਚ ਕਰ ਗਿਆ ਪੰਜਾਬੀ ਸੱਭਿਆਚਾਰ। ਬਟ 3.0 ਮੀਨਿੰਗ ਸਮਝੂ ਵੀ ਸੱਭਿਆਚਾਰਕ ਦਾ ਮੀਨਿੰਗ ਕੀ ਹੁੰਦਾ, ਕਿਸੇ ਖਿੱਤੇ ਦੇ ਲੋਕਾਂ ਦਾ ਰਹਿਣ ਸਹਿਣ, ਉਹਨੂੰ ਵੀ ਸੱਭਿਆਚਾਰ ਬੋਲਦੇ ਆ ਹਨਾ। ਸੋ ਇਹ ਸਿਮੈਂਟਿਕ ਬੇਸ ਸਰਚ ਹੈ। ਫਿਰ ਵੈਬ 3.0 ਜ਼ਿਆਦਾ ਵਧੀਆ ਹੈ। ਤਾਂ ਕਿਹੜੀਆਂ ਇੰਟਰੈਕਟਿਵ ਟੂਲ? ਇੰਟਰੈਕਟਿਵ 1.0 'ਚ ਤਾਂ ਕਰ ਹੀ ਨਹੀਂ ਸਕਦੇ ਸੀ ਇੰਟਰੈਕਟ, ਆਪਾਂ 2.0 'ਚ ਇੰਟਰੈਕਟ ਕਰ ਸਕਦੇ ਸੀ। ਤਾਂ ਉਹਦੇ ਵਿੱਚ ਫਿਰ ਆਨਲਾਈਨ ਚੈਟ, ਇਹ ਵੀ ਵੈਬ 2.0 ਹੈ। ਗੂਗਲ ਡੌਕਸ, ਦੇਖੋ ਗੂਗਲ ਡੌਕਸ ਕੀ ਹੁੰਦਾ ਹੈ? ਆਨਲਾਈਨ ਸਾਨੂੰ ਵਰਡ, ਐਕਸਲ, ਪਾਵਰ ਪੁਆਇੰਟ ਮਿਲ ਜਾਂਦੇ ਨੇ, ਉਹਨੂੰ ਗੂਗਲ ਡੌਕ ਬੋਲਦੇ ਆ। ਗੂਗਲ ਨੇ ਬਣਾਤਾ ਕਿ ਆਨਲਾਈਨ ਤੁਸੀਂ ਮਾਈਕਰੋਸਾਫਟ ਐਕਸੈਸ ਕਰ ਸਕਦੇ ਹੋ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਤੁਹਾਡੇ ਨਾਲ ਜੇ ਤੁਸੀਂ ਕਾਲਜ 'ਚ ਕੰਮ ਕਰਦੇ ਹੋ ਜਾਂ ਸਕੂਲ 'ਚ, ਕੋਈ ਬੰਦੇ ਨੇ ਡੇਟਾ ਭਰਾਉਣਾ ਕਿਸੇ ਤੋਂ, ਜਾਂ ਤੁਸੀਂ ਆਨਲਾਈਨ ਸਰਵੇ ਕਰਾਉਣਾ ਹੈ, ਤਾਂ ਤੁਸੀਂ ਐਕਸਲ ਫਾਈਲ ਬਣਾ ਕੇ ਗੂਗਲ ਤੇ ਸ਼ੇਅਰ ਕਰ ਦਿਓਗੇ। ਬਾਕੀ ਸਾਰੇ ਆਪਣਾ ਡੇਟਾ ਫਿਲ ਕਰ ਲੈਣਗੇ, ਸਾਰਿਆਂ ਨੂੰ ਦਿਖ ਜੂ। ਤਾਂ ਉਹਨੂੰ ਗੂਗਲ ਡੌਕ ਬੋਲਦੇ ਨੇ। ਤਾਂ ਦੋਨੋਂ ਚੀਜ਼ਾਂ ਦੇ ਵਿੱਚ ਇੰਟਰੈਕਸ਼ਨ ਹੋ ਗਈ ਹੈ ਨਾ। ਫਿਰ ਬੋਥ 1 and 2 ਆਰ ਇੰਟਰੈਕਟਿਵ ਟੂਲ ਆਫ ਵੈਬ 2.0, ਠੀਕ ਹੈ। ਅਗਲਾ ਕੁਐਸਚਨ ਹੈਗਾ, ਵਿਚ ਆਫ ਦੀ ਫੋਲੋਇੰਗ ਇਜ਼ ਐਨ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ। ਇੰਸਟੈਂਟ ਜਿਹੜੀਆਂ ਇੱਕਦਮ ਭੇਜਣ ਲਈ, ਜਿਵੇਂ WhatsApp ਵੀ ਹੈ, ਆਪਾਂ ਨੂੰ ਪਤਾ ਹੈ, ਗੂਗਲ ਟਾਕ, ਜੀਮੇਲ ਦਾ, ਇਹਦਾ ਗੂਗਲ ਦਾ ਹੈ ਨਾ, ਵਾਈਬਰ, ਤਿੰਨੋਂ ਹੀ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ ਨੇ। ਤਾਂ ਡੀ ਆਨਸਰ ਹੈ। ਇਹ ਵਾਲੀਆਂ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨਾਂ ਦੀ ਮੈਂ ਲਿਸਟ ਦਿੱਤੀ ਹੋਈ ਹੈ, ਇਹਨੂੰ ਤੁਸੀਂ ਪੜ੍ਹ ਲਿਓ, ਕੰਮ ਆ ਜਾਣਗੀਆਂ। ਜੋ ਆਇਡੈਂਟੀਫਿਕੇਸ਼ਨ ਲਈ ਪੁੱਛ ਲੈਂਦਾ। ਕੁਝ ਬਿਜ਼ਨਸ ਪਰਪਸ ਦੇ ਲਈ ਹੁੰਦੀਆਂ ਨੇ, ਜਿਵੇਂ ਸਲੈਕ ਚੈਟ ਹੈ, ਫਲੀਪ ਹੈ, ਡਿਸਕੌਰਡ ਹੈ, ਇਹ ਵੀ ਤੁਸੀਂ ਦੇਖ ਲਿਓ ਨਾਲ ਨਾਲ, ਠੀਕ ਹੈ, ਸਕਰੀਨਸ਼ਾਟ ਲੈ ਸਕਦੇ ਹੋ। ਅਗਲਾ ਕੁਐਸਚਨ ਹੈਗਾ ਜੀ, ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਆਰ ਕੰਟੈਂਟ ਨਹੀਂ, ਕਰੈਕਟ ਵਾਲੇ ਜਿੱਥੇ ਦਿਸ ਜੇ ਉੱਥੇ ਅਸੀਂ ਕੀ ਕਰ ਦਿੰਦੇ ਆ? ਉਹ ਤਾਂ ਅਸੀਂ ਗੋਲਾ ਲਾਉਣਾ ਹੀ ਲਾਉਣਾ, ਕਿਉਂਕਿ ਅਸੀਂ ਸਿਲੀ ਮਿਸਟੇਕ ਕਰਨੀ ਨਹੀਂ, ਆਪਾਂ ਕੋਈ ਵੀ ਗਲਤ ਨਹੀਂ ਕਰਨਾ।
ਮੈਂ ਤੁਹਾਨੂੰ ਵਾਰੀ-ਵਾਰੀ ਕਹਿ ਰਿਹਾ, ਇਹ ਗਲਤੀ ਨਹੀਂ ਕਰਨੀ। ਅੱਜ ਹੀ ਜਾ ਕੇ ਤੁਸੀਂ OMR ਸ਼ੀਟਾਂ ਪ੍ਰਿੰਟ ਕਰਾ ਲਿਆਓ, ਘਰੇ ਪ੍ਰਿੰਟ ਕਰਾ ਕੇ ਗੋਲੇ ਲਾ ਕੇ ਦੇਖੋ, ਪ੍ਰੈਕਟਿਸ ਕਰਕੇ ਦੱਸੋ। ਇੱਕ ਵਾਰੀ ਮੈਂ ਸਟ੍ਰੈਟਜੀ ਦੱਸ ਚੁੱਕਿਆ ਇੱਕ ਵੀਡੀਓ 'ਚ, ਪਤਾ ਨਹੀਂ ਕਿਹੜੀ ਸਬ ਇੰਸਪੈਕਟਰ ਦੀ 'ਚ, ਇੱਕ ਵਾਰੀ ਮੈਂ ਕਿਸੇ ਵੀਡੀਓ 'ਚ ਜਿਹੜੀ ਛੋਟੀ ਹੋਈ ਉਹਦੇ 'ਚ ਫਿਰ ਦੱਸ ਦੂੰਗਾ ਵੀ ਕੀ ਸਟ੍ਰੈਟਜੀ ਤੁਸੀਂ ਫੋਲੋ ਕਰਨੀ। ਇੱਕ ਵਾਰੀ ਤੁਸੀਂ ਪ੍ਰਿੰਟ ਕਢਾ ਲਿਓ, ਠੀਕ ਹੈ, OMR ਸ਼ੀਟਾਂ ਦੇ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦੇ ਗਲਤ ਹੁੰਦੇ ਨੇ। ਸਬ ਇੰਸਪੈਕਟਰ ਦਾ ਪੇਪਰ ਆ ਰਿਹਾ, ਵੱਡਾ ਪੇਪਰ ਹੈ, ਦੂਜੇ ਕਾਂਸਟੇਬਲ ਦੇ ਸਾਰੇ ਵੱਡੇ ਪੇਪਰ ਨੇ। ਤੇ ਪਿੱਛੇ ਜੇ ਅੰਗਣਵਾੜੀ ਸੁਪਰਵਾਈਜ਼ਰ ਵਾਲਾ ਹੋਇਆ ਸੀ, ਉਹਦੇ 'ਚ ਬੱਚਿਆਂ ਦਾ ਬਹੁਤ ਲਾਸ ਹੋਇਆ, ਮੈਨੂੰ ਵੀ ਬਹੁਤ ਦੁੱਖ ਹੋਇਆ ਯਾਰ। ਕੰਪਿਊਟਰ ਦੇ ਮੈਂ ਸਾਰੇ ਕੁਐਸਚਨ ਕਰਾਏ ਹੋਏ ਸੀ ਤੇ ਉਹਨਾਂ ਦੇ ਗਲਤ ਹੋ ਗਏ। ਕਹਿੰਦੇ ਸਰ ਦੇਖੋ ਆਹ ਦੇਖੋ ਜੀ, ਸਾਡਾ ਪੇਪਰ ਤੇ ਕਿਹੜਾ ਲੱਗਿਆ ਹੋਇਆ, B ਲੱਗਿਆ ਹੋਇਆ ਨਾ, ਕਹਿੰਦਾ ਆਨਸਰ ਸ਼ੀਟ ਤੇ ਪਤਾ ਨਹੀਂ ਅਸੀਂ ਕਿਵੇਂ ਲਾ ਗਏ। ਫਿਰ ਉੱਥੇ ਦੁੱਖ ਬਹੁਤ ਹੁੰਦਾ ਵੀ ਯਾਰ ਆਪਾਂ ਪੜ੍ਹਾਇਆ ਹੋਇਆ ਸੀ, ਬੰਦੇ ਨੂੰ ਕੁਐਸਚਨ ਆਉਂਦਾ ਸੀ ਵੀ ਗਲਤ ਕਿਉਂ ਹੋ ਗਿਆ। ਤਾਂ ਮੈਨੂੰ ਬੜਾ ਇਸ ਚੀਜ਼ ਦਾ ਹੈਗਾ ਵੀ ਕਰੈਕਟ, ਇਨਕਰੈਕਟ, ਫਾਲਸ ਤੇ ਟਰੂ ਵਾਲੇ 'ਚ ਤਾਂ ਆਪਾਂ ਗਲਤੀ ਕਰਨੀ ਨਹੀਂ, ਹੋ ਹੀ ਨਹੀਂ ਸਕਦਾ ਵੀ ਇੱਥੇ ਅਸੀਂ ਗਲਤੀ ਕਰ ਲਈਏ। ਜ਼ਰੂਰੀ ਨਹੀਂ ਉਹ ਕੰਪਿਊਟਰ ਦਾ ਕੁਐਸਚਨ ਹੈ, ਕਿਸੇ ਵੀ ਸਬਜੈਕਟ ਦਾ ਕੁਐਸਚਨ ਹੈ, ਠੀਕ ਹੈ। OTT ਐਪ ਔਰ ਸਰਵਿਸਿਜ਼ ਬਾਰੇ ਪੁੱਛਦਾ, ਹੇਠ ਲਿਖਿਆਂ ਚੋਂ ਕਿਹੜੀ? WhatsApp ਔਰ iMessage ਫॉर ਮੈਸੇਜ ਔਨ ਮੋਬਾਈਲ ਡਿਵਾਈਸ, ਕੀ ਕਹਿੰਦਾ ਇਹ OTT ਹੈ। Xbox 360 ਔਰ ਵਰਲਡ ਆਫ ਵਾਰਕ੍ਰਾਫਟ ਆਫ ਗੇਮਿੰਗ, ਕਹਿੰਦਾ ਕੀ ਇਹ OTT ਹੈ? ਪਹਿਲਾਂ ਤਾਂ ਆਪਾਂ OTT ਸਮਝਦੇ ਹਾਂ ਕੀ ਹੁੰਦਾ। OTT ਪਲੇਟਫਾਰਮ ਹੁੰਦਾ ਓਵਰ ਦੀ ਟੌਪ, ਇੱਕ ਤਾਂ ਦੀ ਐਬਰੀਵੇਸ਼ਨ ਯਾਦ ਕਰ ਲਓ। ਇਹ ਸਬਸਕ੍ਰਿਪਸ਼ਨ ਬੇਸਡ ਵੀਡੀਓ ਔਨ ਡਿਮਾਂਡ, ਜਿਵੇਂ ਨੈਟਫਲਿਕਸ ਹੈ, ਆਪਾਂ ਕਹਿੰਦੇ ਨਹੀਂ ਯਾਰ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਲਈ ਹੋਈ ਆਪਾਂ ਤਾਂ, ਮਹੀਨੇ ਦਾ 200 ਰੁਪਏ ਲੈਂਦੇ ਨੇ ਉਹ ਇੱਕ ਸਕਰੀਨ ਦਾ, ਹੈ ਨਾ, ਪਹਿਲਾਂ ਫ੍ਰੀ ਹੁੰਦਾ ਸੀ ਇੱਕ ਮਹੀਨਾ। ਸੋ ਉਹ OTT ਪਲੇਟਫਾਰਮ ਨੇ, ਤੁਸੀਂ ਸੁਣਿਆ ਵੀ ਹੋਣਾ, ਆਪਾਂ ਕਹਿੰਦੇ ਆ ਵੀ ਯਾਰ OTT ਪਲੇਟਫਾਰਮ ਹੈ, ਬੋਲੀ ਹਰੇਕ ਜਾਂਦਾ ਪਰ ਪਤਾ ਨਹੀਂ ਕੀ ਹੁੰਦਾ। OTT ਹੁੰਦਾ ਓਵਰ ਦੀ ਟੌਪ ਸਬਸਕ੍ਰਿਪਸ਼ਨ ਬੇਸਡ ਔਨ ਡਿਮਾਂਡ ਵੀਡੀਓ। ਅੱਜ ਕੱਲ੍ਹ ਬਹੁਤ ਸਾਰੀਆਂ ਸਰਵਿਸਿਸ ਨੇ ਜਿਹੜੀਆਂ OTT 'ਚ ਮਿਲਦੀਆਂ ਨੇ, ਜਿਵੇਂ OTT ਟੈਲੀਵਿਜ਼ਨ ਦੇ ਚੈਨਲ ਨੇ, ਹੈ ਨਾ, OTT ਦੇ ਵਿੱਚ ਮੈਸੇਜਿੰਗ ਕਰ ਸਕਦੇ ਹੋ, OTT ਵੌਇਸ ਕਾਲਿੰਗ ਵੀ ਕਰ ਸਕਦੇ ਹੋ, ਜਿਵੇਂ ਸਕਾਈਪ ਵਗੈਰਾ, ਵਾਈਬਰ, WhatsApp, WeChat, Zoom ਵਗੈਰਾ, ਹੈ ਨਾ, ਇਹ ਸਾਰੇ OTT ਦੇ ਪਲੇਟਫਾਰਮ ਨੇ। ਤੇ ਹੋਰ ਕਿਹੜੇ ਕਿਹੜੇ ਪਲੇਟਫਾਰਮ ਨੇ ਜਿਹੜੇ ਇੰਡੀਆ ਦੇ ਵਿੱਚ ਚੱਲਦੇ ਨੇ? ਇਹ ਇੰਡੀਆ ਦੇ ਨਹੀਂ ਹੈਗੇ, ਇੰਡੀਆ 'ਚ ਚੱਲਦੇ ਨੇ, ਜਿਵੇਂ ਨੈਟਫਲਿਕਸ ਹੈ, ਡਿਜ਼ਨੀ ਹੌਟਸਟਾਰ ਹੈ, ਐਮਾਜ਼ੋਨ ਪ੍ਰਾਈਮ ਵੀਡੀਓ ਹੈ, ਨੈਟਫਲਿਕਸ ਦਾ ਕੰਪੀਟੀਟਰ ਹੀ ਹੈ ਨਾ ਐਮਾਜ਼ੋਨ ਪ੍ਰਾਈਮ ਵੀਡੀਓ, MX ਪਲੇਅਰ ਹੈ ਨਾ, ਜਿਹਦੇ ਤੇ ਉਹ ਬੜਾ ਚੱਲਿਆ ਹੈਗਾ, ਕੀ ਆ ਉਹਦਾ ਨਾਮ, ਸੀਰੀਅਲ ਦਾ ਮੈਨੂੰ ਨਾਮ ਭੁੱਲ ਗਿਆ, ਆਸ਼ਰਮ, ਹੈ ਨਾ, ਬੜਾ ਫੇਮਸ ਹੋਇਆ, ਉਹ ਇਹਦੇ ਤੇ ਪਿਆ ਹੈਗਾ MX ਪਲੇਅਰ ਤੇ। ਜੀਓ ਸਿਨੇਮਾ ਹੈ, ਸੋਨੀ ਲਾਈਵ ਹੈ, YouTube TV ਹੈ, ਇਹ ਸਾਰੇ ਪਲੇਟਫਾਰਮ ਕਾਹਦੇ ਤੇ ਨੇ? ESPN। ਅੱਜ ਕੱਲ੍ਹ ਇਹ ਸ਼ਿਫਟ ਹੋ ਗਏ OTT ਤੇ, ਕਿਉਂ? ਕਿਉਂਕਿ ਜਿਹੜੇ ਆਪਣੇ ਘਰਾਂ ਦੇ ਵਿੱਚ LCDਆਂ ਲੱਗੀਆਂ ਹੋਈਆਂ ਨੇ, ਉਹ YouTube ਹੀ ਚੱਲਦਾ, ਉਹਨਾਂ ਤੇ ਇੰਟਰਨੈਟ ਚੱਲਦਾ, ਤਾਂ ਕਰਕੇ ਹੁਣ ਕੇਬਲਾਂ ਕੂਲਾਂ ਦਾ ਜ਼ਮਾਨਾ ਤਾਂ ਖਤਮ ਹੀ ਹੋ ਗਿਆ, OTT ਹੀ ਪਲੇਟਫਾਰਮ ਚੱਲਦਾ, ਠੀਕ ਹੈ। ਫਿਲਮਾਂ ਸਾਰਾ ਕੰਟੈਂਟ OTT ਤੇ ਹੀ ਚੱਲਦਾ, ਤੇ OTT ਵਾਲੇ ਆਪ ਵੀ ਬਣਾਉਣ ਲੱਗ ਗਏ। ਜਿਵੇਂ ਸਿੱਧਾ ਤੁਸੀਂ ਨੈਟਫਲਿਕਸ ਆਪ ਬੰਦਿਆਂ ਨੂੰ ਪੈਸੇ ਦਿੰਦਾ, ਕਹਿੰਦਾ ਤੁਸੀਂ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਪੇ ਕਰਾਂਗੇ, ਤੁਸੀਂ ਕੰਟੈਂਟ ਕ੍ਰੀਏਟ ਕਰੋ, ਠੀਕ ਹੈ। ਸੋ ਇਹ ਵਧੀਆ ਕੰਮ ਹੈ ਇੱਕ OTT। ਸੋ ਫਿਰ ਆਪਾਂ ਗੱਲ ਕੀਤੀ ਸੀਗੀ WhatsApp ਦੀ, WhatsApp ਔਰ iMessage। WhatsApp ਤਾਂ ਹੈਗਾ ਹੀ, ਇਹਦੇ ਵਿੱਚ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ, WhatsApp ਤਾਂ OTT ਹੈਗਾ ਹੀ ਹੈਗਾ, ਹੈ ਨਾ। ਤੇ iMessage ਵੀ ਹੈਗਾ, ਦੇਖੋ iMessage, WeChat, ਵਾਈਬਰ, ਇਹ ਸਾਰੇ ਪੜ੍ਹ ਲਿਓ ਇੱਕ ਵਾਰੀ, ਯਾਦ ਹੋ ਜਾਣਗੇ। ਸਕਾਈਪ, ਟੈਲੀਗ੍ਰਾਮ, ਗੂਗਲ, ਆਲੂ, ਹੈ ਨਾ, HBO, ਆਹਾ, ਸਲਿੰਗ, ESPN, ਉੱਲੂ, ਬੂਟ, ਸਾਰੇ ਪੜ੍ਹ ਲਓ ਨਾਮ ਇੱਕ ਵਾਰੀ, ਠੀਕ ਹੈ। ਫਿਰ Xbox 360, ਇਹ ਕੀ ਹੈ? ਵੀਡੀਓ ਗੇਮ ਐਂਡ ਕੰਸੋਲ ਡਿਵੈਲਪਡ ਬਾਈ ਮਾਈਕਰੋਸਾਫਟ। ਮਾਈਕਰੋਸਾਫਟ ਨੇ ਵੀਡੀਓ ਗੇਮਿੰਗ ਦੇ ਲਈ ਕੰਸੋਲ ਡਿਵੈਲਪ ਕੀਤਾ ਸੀ, ਤਾਂ ਫਿਰ ਇਹਦੇ ਦੋਨੋਂ ਹੀ ਠੀਕ ਲੱਗ ਰਹੇ ਆ ਮੈਨੂੰ, ਬੋਥ 1 and 2 ਆਰ OTT ਪਲੇਟਫਾਰਮ ਦ ਕਲੀਅਰ। ਅੱਗੇ ਦੇਖਦੇ ਹਾਂ ਵਿੱਚ ਉਹਦੀ ਫੋਲੋਇੰਗ ਆ 2 ਵੀਡੀਓ ਸ਼ੇਅਰਿੰਗ ਸਾਈਟ। ਇਹ ਵੀ ਮੈਂ ਪਹਿਲੇ ਪਾਰਟ ਦੇ ਵਿੱਚ ਦੱਸ ਚੁੱਕਿਆ। ਵੀਡੀਓ ਸ਼ੇਅਰ ਕਰਨ ਦੇ ਲਈ ਆਪਾਂ ਨੂੰ ਪਤਾ ਹੈ YouTube ਤਾਂ ਸਾਰਿਆਂ ਨੂੰ ਪਤਾ, Vimeo ਨਹੀਂ ਪਤਾ ਹੋਣਾ, Vimeo ਦੇ ਵਿੱਚ ਵੀ ਆਪਾਂ ਵੀਡੀਓ ਸ਼ੇਅਰ ਕਰ ਸਕਦੇ ਹਾਂ। ਜੇ ਨਹੀਂ ਪਤਾ ਤਾਂ ਲਿਸਟ ਤੋਂ ਯਾਦ ਰੱਖ ਦਿਓ, YouTube, Vimeo, Facebook Watch, Twitch, Dailymotion ਤਾਂ YouTube ਵਰਗਾ ਹੀ ਹੈ, ਇਹਦਾ ਕੰਪੀਟੀਟਰ ਹੈ, ਬਟ YouTube ਨੰਬਰ 1 ਹੈ, ਇਹ ਥੋੜਾ ਜਿਹਾ ਇਹਦੀ ਘੱਟ ਹੈ, ਠੀਕ ਹੈ। ਜਿਵੇਂ ਫਲਿੱਕਰ ਹੈ, ਬਾਈਟ, ਟਿਕਟੌਕ, ਇਹ ਸਾਰੀਆਂ ਚੀਜ਼ਾਂ ਨੇ, IGTV ਬਾਈ Instagram, ਇੱਥੇ ਆਪਾਂ ਵੀਡੀਓ ਸ਼ੇਅਰ ਕਰ ਸਕਦੇ ਹਾਂ। ਤੇ ਫਿਰ ਇਹਦਾ ਆਨਸਰ ਕੀ ਹੈ? C, ਦੋਨੇ ਨੇ, ਹੈ ਨਾ। ਦੇਖੋ ਵਧੀਆ ਕੁਐਸਚਨ ਨੇ ਨਾ, ਸੌਖੇ ਲੱਗ ਰਹੇ ਆ, ਊਂ ਹੀ ਆਪਾਂ ਨੂੰ ਲੱਗਦਾ ਵੀ ਔਖੇ ਆ। ਅੱਗੇ, ਲਾਈਵ ਜਰਨਲ ਪਬਲਿਸ਼ਿੰਗ ਸਾਈਟ ਬਾਅਦ ਲਾਂਚਡ ਇਨ ਵਿਚ ਈਅਰ, ਕਹਿੰਦਾ ਕਿਹੜੇ ਸਾਲ ਦੇ ਵਿੱਚ ਲਾਈਵ ਜਰਨਲ ਪਬਲਿਸ਼ਿੰਗ ਸਾਈਟ ਲਾਂਚ ਕੀਤੀ। ਦੇਖੋ ਲਾਂਚ ਤਾਂ ਕੀਤੀ 1999 'ਚ, ਹੈਗੀ ਕੀ ਸੀ ਇਹ ਵੀ ਜਾਣਨਾ ਜ਼ਰੂਰੀ ਹੈ। ਲਾਈਵ ਜਰਨਲ, ਸਟਾਈਲਿਸ਼ਡ ਲਾਈਵ ਜਰਨਲ ਇਜ਼ ਏ ਰਸ਼ੀਅਨ ਓਨਡ ਸੋਸ਼ਲ ਨੈਟਵਰਕਿੰਗ ਸਰਵਿਸ। ਰਸ਼ੀਆ ਦੀ ਸੀ ਇਹ ਸੋਸ਼ਲ ਨੈਟਵਰਕਿੰਗ ਸਾਈਟ ਸੀ, ਜਿੱਥੇ ਆਪਾਂ ਬਲੌਗ, ਜਰਨਲ ਤੇ ਡਾਇਰੀ ਵਗੈਰਾ ਸਾਰੀਆਂ ਚੀਜ਼ਾਂ ਸੀ। ਤੇ 1999 ਦੇ ਵਿੱਚ ਕਿਹੜੇ ਬੰਦੇ ਨੇ ਬਣਾਈ ਹੈ? ਬ੍ਰੈਡ ਫਿਟਜ਼ਪੈਟਰਿਕ, ਪਤਾ ਨਹੀਂ ਐ ਜੇ ਨਾਮ ਹੈ, ਚਲੋ ਇਹ ਤਾਂ ਮੈਨੂੰ ਲੱਗਦਾ ਨਹੀਂ ਪੁੱਛੂਗਾ। ਕੀ ਇਹਦੇ ਵਿੱਚ ਫੀਚਰ ਸੀਗੇ? ਟੈਕਸਟ ਮੈਸੇਜ ਕਰ ਸਕਦੇ, ਆਡੀਓ, ਵੀਡੀਓ, ਫਾਈਲ ਟ੍ਰਾਂਸਫਰ ਕਰਦੇ, ਮੈਸੇਜ ਹਿਸਟਰੀ ਵਗੈਰਾ ਸਾਰਾ ਕੁਝ ਉਹੀ ਹੈ ਜਿਵੇਂ Facebook, WhatsApp ਹੈ।
ਸੋ 1999 डी आंसर है। ठीक है, अगला फिर क्वेश्चन घैंट आ गया भी विच ऑफ द फॉलोइंग इज आर सोशल नैटवर्किंग साइट्स। सोशल नैटवर्किंग साइट किहड़ियां ने, फ्लिकर ते लिंकडइन ने, दोनों ही सोशल नैटवर्किंग ने, बट फ्लिकर बारे पढ़ते हैं थोड़ा जिहा, आंसर इहदा ठीक है ए है, पढ़ लैंदे आपां फ्लिकर ते लिंकडइन दा की काम है। फ्लिकर है अमेरिकन इमेज होस्टिंग एंड वीडियो होस्टिंग सर्विसिस। ਇਹਦੇ ਤੇ ਫੋਟੋਆਂ ਰੱਖ ਸਕਦੇ ਹਾਂ, ਜਿਵੇਂ ਗੂਗਲ ਫੋਟੋਜ਼ ਹੈ ਨਾ, ਗੂਗਲ ਦਾ ਫੋਟੋਜ਼ ਹੈ ਜਿਹਦੇ 'ਚ ਆਪਾਂ ਫੋਟੋਆਂ ਸ਼ੇਅਰ ਕਰ ਸਕਦੇ ਹਾਂ, ਉਵੇਂ ਹੀ ਫਲਿੱਕਰ ਵੀਡੀਓ ਤੇ ਫੋਟੋ ਸ਼ੇਅਰਿੰਗ ਦਾ ਪਲੇਟਫਾਰਮ ਹੈ, ਸਰਵਿਸ ਹੈ। ਠੀਕ ਹੈ, 2004 'ਚ ਸ਼ੁਰੂ ਹੋਇਆ, ਕਲੀਅਰ ਹੋਈ ਗੱਲ। ਉਵੇਂ ਹੀ ਲਿੰਕਡਇਨ ਹੈ, ਇਹ 2003 'ਚ ਸ਼ੁਰੂ ਹੋਇਆ। ਮੇਨ ਇਹਦਾ ਕੰਮ ਕੀ ਸੀ, ਅਮਰੀਕਨ ਹੈ, ਬਿਜ਼ਨਸ ਐਂਡ ਐਮਪਲੋਇਮੈਂਟ ਓਰੀਐਂਟਡ ਆਨਲਾਈਨ ਸਰਵਿਸਿਸ। ਤਾਂ ਦ ਪਲੇਟਫਾਰਮ ਇਜ਼ ਪ੍ਰਾਇਮਲੀ ਯੂਜ਼ਡ ਫॉर ਪ੍ਰੋਫੈਸ਼ਨਲ ਨੈਟਵਰਕਿੰਗ ਐਂਡ ਕਰੀਅਰ ਡਿਵੈਲਪਮੈਂਟਸ। ਤਾਂ ਇਹਦੇ ਤੇ ਆਪਾਂ ਜੋਬ ਸੀਕਰ ਹੁੰਦੇ ਨੇ, ਜਿਹੜੇ ਜੋਬ ਲੱਭ ਰਹੇ ਹੁੰਦੇ ਨੇ, ਉਹ ਆਪਦਾ CVC ਹੁੰਦਾ, ਕੋਰੀਕੂਲਮ ਵਿਟੇ, ਜਿਹੜਾ ਰਿਜ਼ਿਊਮੇ ਬੋਲਦੇ ਨੇ, ਉਹ ਆਪਾਂ ਰਿਜ਼ਿਊਮੇ ਵਗੈਰਾ ਇਹਦੇ ਤੇ ਪਾ ਸਕਦੇ ਹਾਂ। ਲਿੰਕਡਇਨ ਤੁਹਾਨੂੰ ਫਿਰ ਜਿੱਤੇ ਵੀ ਕਿਤੇ ਵੈਕੈਂਸੀ ਨਿਕਲੀ ਹੁੰਦੀ, ਉੱਥੇ ਜਾ ਕੇ ਤੁਹਾਨੂੰ ਉਹ ਸੁਜੈਸ਼ਨ ਭੇਜ ਦਿੰਦਾ, ਤੁਸੀਂ ID ਬਣਾ ਸਕਦੇ ਹੋ। ਜੇਕਰ ਤੁਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਜੋਬ ਕਰਨਾ ਚਾਹੁੰਦੇ ਹੋ, ਬੈਂਗਲੌਰ ਵਗੈਰਾ, ਨੋਇਡਾ, ਗੁੜਗਾਉਂ, ਹੈ ਨਾ, ਉੱਥੇ ਦੀਆਂ ਤੁਹਾਨੂੰ ਆਪਦਾ ਤੁਸੀਂ ਪ੍ਰੋਫਾਈਲ ਅਪਲੋਡ ਕਰੋ ਲਿੰਕਡਇਨ ਤੇ ID ਬਣਾ ਕੇ, ਉੱਥੋਂ ਤੁਹਾਨੂੰ ਫਿਰ ਕਾਲ ਆਉਣਗੀਆਂ ਕਸਟਮਰ ਕੇਅਰ ਵਾਲੇ, ਜਾਂ ਤੁਸੀਂ ਕਹਿ ਲਓ ਆਹ ਜਿਹੜੇ ਹੁੰਦੇ ਨੇ, ਇਹਨਾਂ ਨੂੰ ਕੀ ਬੋਲਦੇ ਆ, ਬ੍ਰੋਕਰ ਨਹੀਂ ਹੁੰਦੇ, ਜਿਹੜੇ ਆਹ ਪ੍ਰੋਪਰਟੀ ਡੀਲਰ ਜੇ ਹੁੰਦੇ ਨੇ, ਬ੍ਰੋਕਰੇਜ ਦਾ ਕੰਮ ਕਰਦੇ ਨੇ, ਉਹ ਤੁਹਾਨੂੰ ਕਾਲ ਕਰਕੇ ਜੋਬ ਦਿਵਾਉਂਦੇ ਨੇ। ਪਹਿਲੀ ਸੈਲਰੀ, ਅੱਧੀ ਸੈਲਰੀ ਉਹ ਰੱਖਦੇ ਨੇ। ਸੋ ਇਹ ਚੀਜ਼ ਦੇ ਨਾਲ ਵੀ ਜੇ ਤੁਹਾਨੂੰ ਜੋਬ ਸੀਕਿੰਗ ਦਾ ਕੰਮ ਹੈ, ਤੁਸੀਂ ਜੋਬ ਲੱਭ ਰਹੇ ਹੋ, ਤਾਂ ਇਹ ਤਰੀਕਾ ਹੈਗਾ ਇੱਕ। ਠੀਕ ਹੈ, ਤੇ ਐਵੇਂ ਦੀਆਂ ਹੀ ਹੋਰ ਸਾਈਟਾਂ ਨੇਗੀਆਂ, ਜਿਵੇਂ ਆਪਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਸੋਸ਼ਲ ਨੈਟਵਰਕਿੰਗ ਦੀਆਂ ਸਾਈਟਾਂ ਨੇ, ਜਿਵੇਂ ਡਿਗ ਹੈ, ਫਲਿੱਕਰ 2004 'ਚ ਬਣੀਆਂ, ਰੈਡਿਟ ਹੈ, ਇਹ ਪੁੱਛੀਆਂ ਗਈਆਂ ਨੇ, 2 ਫਲਿੱਕਰ ਤੇ ਰੈਡਿਟ ਕਿਹੜੇ ਸਾਲ ਬਣੀਆਂ, ਟਵਿੱਟਰ ਹੈ 2006 'ਚ, ਟੰਬਲਰ ਹੈ, ਬਿਜ ਸ਼ੂਗਰ ਹੈ, ਕੁਐਰਾ ਹੈ, ਕੁਐਰਾ ਇੰਪੋਰਟੈਂਟ ਹੈ, ਪਿੰਟਰੈਸਟ 2003 ਇੰਪੋਰਟੈਂਟ ਹੈ, ਵਾਈਬਰ ਇੰਪੋਰਟੈਂਟ ਹੈ, ਸਨੈਪਚੈਟ ਇੰਪੋਰਟੈਂਟ ਹੈ, ਮੀਡੀਅਮ, ਇਹ ਤੁਸੀਂ ਯਾਦ ਕਰ ਸਕਦੇ ਹੋ। ਠੀਕ ਹੈ, ਇਹਦੇ ਤੋਂ ਬਿਨਾਂ ਹੋਰ ਵੀ ਬਹੁਤ ਨੇ ਸਾਈਟਾਂ। ਕੁਐਸਚਨ ਨਹੀਂ ਕਹਿ ਰਿਹਾ, ਕੁਐਸਚਨ ਨੈਟਵਰਕਿੰਗ ਸਰਵਿਸਿਸ ਨੇ। ਇੱਥੇ ਨੰਬਰਿੰਗ ਦਾ ਉਲਟੀ ਫੁਲਟੀ ਹੋਈ ਹੈ, 50, 75, ਆ ਦੇਖੋ, ਆਹ ਥੋੜੇ ਜਿਹੇ ਨੰਬਰ ਇੱਥੇ, ਮਤਲਬ 100 ਕੁ ਨੇ ਇਹ ਸਾਰੇ। ਜਿਵੇਂ ਆਪਾਂ ਕੁਛ ਪੜ੍ਹੀਆਂ, ਥ੍ਰਿਲਰ ਹੈ, ਵੀਮੀਓ ਹੈ, ਬੈਲੈਂਸ, ਅਲਫਾ, ਜਿਹੜੇ ਮੈਂ ਡਾਰਕ ਜੇ ਕਰੇ ਨੇ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਬਾਕੀ ਦੇ ਠੀਕ ਜੇ ਇੰਪੋਰਟੈਂਟ ਨੇ। ਠੀਕ ਹੈ, ਛੱਡਣਾ ਤਾਂ ਕੋਈ ਨਹੀਂ, ਇੱਕ ਵਾਰੀ ਨਾਮ ਪੜ੍ਹ ਲਿਓ, ਯਾਦ ਕਰਨਾ, ਰੱਟਾ ਨਹੀਂ ਲਾਉਣਾ, ਇਹ ਉੱਥੇ ਆਪਣੇ ਆਪ ਹੀ ਆ ਜਾਂਦੇ ਆ। ਵੈਸੇ ਇੰਨਾ ਔਖਾ ਪਾਇਆ ਵੀ ਨਹੀਂ ਜਾਊਗਾ, ਮੇਨ ਜਿਹੜੇ ਪੋਪੂਲਰ ਨੇ ਉਹ ਮੈਂ ਕਹਿ ਲਓ ਵੀ ਬੋਲਡ ਕਰੇ ਹੋਏ ਨੇ, ਇਹ ਤੇ ਤੁਹਾਨੂੰ ਆਈਡੀਆ ਹੋ ਜੂ। ਲਾਈਨ ਹੈ, ਜਿਵੇਂ ਵਾਈਬਰ ਹੈ, ਸਕਾਈਪ ਹੈ, ਹੈ ਨਾ, ਇਹ ਸਾਰੀਆਂ ਤੁਸੀਂ ਚੀਜ਼ਾਂ ਵਰਤਦੇ ਵੀ ਹੋਵੋਗੇ, ਹੋ ਸਕਦਾ ਕਿਸੇ ਨਾ ਕਿਸੇ ਨੂੰ 143 ਕਰਦੇ ਹੋਵੋਗੇ ਇਸ ਤਰੀਕੇ ਦੇ ਨਾਲ, ਹੈ ਨਾ। ਸੋ ਆਪਾਂ ਕਦੇ ਯੂਜ਼ ਕਰ ਹੀ ਲੈਂਦੇ ਹਾਂ। ਤਾਂ ਇਹਦੇ ਤੋਂ ਬਿਨਾਂ ਕੁਝ ਕੰਪਨੀਆਂ ਤੇ ਫੇਮਸ ਫਾਊਂਡਰ, ਇਹ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸ ਚੁੱਕਿਆ, ਮਾਈਕਰੋਸਾਫਟ ਦਾ ਫਾਊਂਡਰ ਕੌਣ ਹੈ, ਸਕਰੀਨਸ਼ਾਟ ਲੈ ਸਕਦੇ ਹੋ, ਆਪੇ ਪੜ੍ਹ ਲਿਓ, ਹੁਣ ਟਾਈਮ ਵੇਸਟ ਹੋ ਜਾਊਗਾ ਆਪਣਾ, ਹੈ ਨਾ। ਇਹ ਵੀ ਮੈਂ ਸਾਰੀਆਂ ਕਰਾਈਆਂ ਹੋਈਆਂ ਨੇ ਚੀਜ਼ਾਂ। ਉਹਦਾ ਆਨਸਰ ਜਾ ਆ ਗਿਆ ਸੀ ਕਿ ਨਾ, ਭੁੱਲ ਗਿਆ ਮੈਂ ਤਾਂ ਪਿਛਲੇ ਦਾ। ਹਾਂ, ਇਹ ਦੋਨੋਂ ਹੀ ਨੇ ਸੋਸ਼ਲ ਨੈਟਵਰਕਿੰਗ ਦੀਆਂ ਸਾਈਟਾਂ ਨੇ। ਅਗਲਾ ਕੁਐਸਚਨ ਆ ਗਿਆ 16ਵਾਂ, ਹਾਊ ਸ਼ਾਰਟ ਮੈਸੇਜ ਸਰਵਿਸਿਸ, SMS। ਦੇਖੋ, SMS ਦੀ ਐਬਰੀਵੇਸ਼ਨ ਪੁੱਛ ਸਕਦਾ ਆਪਾਂ ਨੂੰ। SMS ਇੱਕ ਆਪਾਂ ਸਿਮ ਪੜ੍ਹਿਆ ਸੀ, ਸਬਸਕ੍ਰਾਈਬਰ ਆਇਡੈਂਟੀਟੀ ਮੋਡਿਊਲ, ਤੇ SMS ਦੀ ਵੀ ਪੁੱਛ ਸਕਦਾ। ਕਹਿੰਦਾ ਹਾਊ SMS ਸਰਵਿਸ ਕੈਨ ਬੀ ਯੂਜ਼ਡ ਫॉर ਡਿਲੀਵਰਿੰਗ ਡਿਸਟੈਂਸ ਲਰਨਿੰਗ ਪ੍ਰੋਗਰਾਮ। ਕਹਿੰਦਾ ਕੋਈ ਡਿਸਟੈਂਸ ਲਰਨਿੰਗ ਦਾ ਪ੍ਰੋਗਰਾਮ ਹੋ ਰਿਹਾ, ਉੱਥੇ ਕਿਵੇਂ ਹੈਲਪ ਕਰਦਾ। ਜਿਵੇਂ ਡਿਸਟੈਂਸ ਲਰਨਿੰਗ ਦੇ ਆਪਾਂ ਕੋਰਸ ਨਹੀਂ ਕਰ ਰਹੇ ਹੁੰਦੇ, ਜਿਵੇਂ ਆਪਾਂ ਕਹਿ ਲਓ ਵੀ ਆਪਣੀ ਇੱਕ ਯੂਨੀਵਰਸਿਟੀ ਹੈ, ਸੈਂਟਰਲ ਯੂਨੀਵਰਸਿਟੀ, ਆਪਣੀ ਇੰਦਰਾ ਗਾਂਧੀ ਨੈਸ਼ਨਲ ਯੂਨੀਵਰਸਿਟੀ, ਉਹ ਸੈਂਟਰਲ ਯੂਨੀਵਰਸਿਟੀ ਵੀ ਹੈ ਤੇ ਓਪਨ ਯੂਨੀਵਰਸਿਟੀ ਵੀ ਹੈ, ਦਿੱਲੀ ਦੇ ਵਿੱਚ ਹੈ। ਉੱਥੋਂ ਕੋਈ ਤੁਸੀਂ ਡਿਸਟੈਂਸ ਲਰਨਿੰਗ ਦਾ ਕੋਰਸ ਕਰਦੇ ਹੋ, ਉੱਥੇ ਮੈਸੇਜ ਕਿਵੇਂ ਹੈਲਪ ਕਰਦੇ ਨੇ। ਸੋ ਕਹਿੰਦਾ ਟੂ ਪ੍ਰੋਵਾਈਡ ਕੰਟੈਂਟ ਸਪੋਰਟ ਸੱਚ ਐਜ਼ ਹਿੰਟ, ਟਿਪਸ ਐਂਡ ਲਿਸਟਸ ਐਂਡ ਸਮਰੀਜ਼। ਪੇਪਰ ਦੇ ਰਿਗਾਰਡਿੰਗ ਆਪਾਂ ਨੂੰ ਹਿੰਟ ਦੇ ਦਿੰਦੇ ਨੇ ਵੀ ਆਹ ਚੀਜ਼ਾਂ ਪੜ੍ਹ ਲਓ, ਟਿਪਸ ਦੱਸ ਦਿੰਦੇ ਨੇ। ਜਿਵੇਂ ਮੈਂ ਤੁਹਾਨੂੰ ਕੋਈ SMS ਦੁਆਰਾ, ਕੋਈ ਜਰੀਏ ਦੁਆਰਾ, ਜਿਵੇਂ ਆਪਣੇ ਕੋਲੇ ਟੈਲੀਗ੍ਰਾਮ ਦਾ ਚੈਨਲ ਆ, ਉੱਥੇ ਮੈਂ ਛੋਟਾ ਜਿਹਾ ਮੈਸੇਜ ਭੇਜ ਕੇ, ਜਾਂ ਆਪਾਂ WhatsApp ਦਾ ਗਰੁੱਪ ਬਣਾ ਲਈਏ, ਉੱਥੇ ਮੈਂ ਤੁਹਾਨੂੰ ਹਿੰਟ ਜੇ ਦੇ ਦਿਆਂ ਵੀ ਇੱਥੋਂ ਪੁੱਛਿਆ ਜਾਊਗਾ, ਆ ਸਕਦੇ ਨੇ, ਟਿਪਸ ਦੇ ਦਾਂ, ਲਿਸਟ ਭੇਜ ਦਿਆਂ, ਕੋਈ ਸਮਰੀ ਪਾ ਦਿਆਂ ਕਿ ਉੱਥੇ ਹੈਲਪ ਕਰਦਾ ਨਾ SMS। ਹਾਂ, ਬਿਲਕੁਲ, ਤੋਂ ਪਹਿਲਾਂ ਠੀਕ ਆ। ਕੈਨ ਬੀ ਯੂਜ਼ਡ ਹੈ ਨਾ, ਇਹ ਕਰੈਕਟ ਹੀ ਹੈ, ਮਤਲਬ ਕੈਨ ਨਾਟ ਬੀ ਯੂਜ਼ ਨਹੀਂ, ਕੈਨ ਬੀ ਯੂਜ਼ਡ, ਤਾਂ ਪਹਿਲਾਂ ਠੀਕ ਹੈ ਇਹ। ਟੂ ਪ੍ਰੋਵਾਈਡ ਐਨਕਰੇਜਮੈਂਟ ਐਂਡ ਮੋਟੀਵੇਸ਼ਨ ਤਾਂ ਹੈਗਾ ਹੀ ਹੈ, ਮੈਂ ਤੁਹਾਨੂੰ ਮੋਟੀਵੇਟ ਕਰ ਹੀ ਰਿਹਾ ਵੀ ਤੁਹਾਡਾ ਪੇਪਰ ਹੈ, ਤੁਸੀਂ ਤਿਆਰੀ ਕੀਤੀ ਹੈ, ਤੁਹਾਡਾ ਕਲੀਅਰ ਹੋਊਗਾ ਜ਼ਰੂਰ। ਠੀਕ ਹੈ, ਉੱਥੇ ਜਾ ਕੇ ਤੁਹਾਨੂੰ ਕੁਐਸਚਨ ਹੋਣਗੇ, ਤਾਂ ਮੋਟੀਵੇਟ ਕਰਨਾ ਬਹੁਤ ਜ਼ਰੂਰੀ ਹੁੰਦਾ। ਜਦੋਂ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਆਪਾਂ ਜਦੋਂ ਪੰਜਾਬ ਹਿਸਟਰੀ ਪੜ੍ਹੀ ਹੋਣੀ ਆ ਤੁਸੀਂ, ਤੇ ਉੱਥੇ ਸ਼ਾਹ ਮੁਹੰਮਦ ਲਿਖਦਾ ਵੀ ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰੀਆਂ ਨੇ। ਕਿਉਂ ਹਾਰ ਗਈਆਂ ਸੀ ਫੌਜਾਂ ਭਲਾ?
ਕਿਉਂਕਿ ਉੱਥੇ ਉਹਨਾਂ ਨੂੰ ਕੋਈ ਮੋਟੀਵੇਟ ਕਰਨ ਵਾਲਾ ਲੀਡਰ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ ਸੀ 1839 ਦੇ ਵਿੱਚ। ਬਾਅਦ ਦੇ ਵਿੱਚ ਉਹ ਟਰੇਟਰ ਨਿਕਲ ਗਏ, ਤੇਜਾ ਸਿੰਘ ਤੇ ਲਾਲ ਸਿੰਘ ਵਰਗੇ। ਤੇ ਪਹਿਲਾ ਜਿਹੜਾ ਐਂਗਲੋ ਸਿੱਖ ਵਾਰ ਹੋਇਆ 1845-46 ਵਾਲਾ, ਉਹਦੇ ਵਿੱਚ ਵੀ ਹਾਰੇ ਸਿਰਫ ਤੇਜਾ ਸਿੰਘ ਤੇ ਲਾਲ ਸਿੰਘ ਕਰਕੇ। ਦੂਜੀ ਐਂਗਲੋ ਸਿੱਖ ਵਾਰ ਦੇ ਵਿੱਚ ਵੀ ਹਾਰੇ। ਤਾਂ ਸ਼ਾਹ ਮੁਹੰਮਦ ਫਿਰ ਲਿਖਦਾ ਜੀ, ਕਹਿੰਦਾ ਸ਼ਾਹ ਮੁਹੰਮਦ ਦਾ ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰੀਆਂ ਨੇ। ਤਾਂ ਮੋਟੀਵੇਟ ਕਰਨ ਵਾਲਾ ਲੀਡਰ ਜ਼ਰੂਰ ਹੋਣਾ ਚਾਹੀਦਾ। ਤਾਂ ਇੱਥੇ ਜ਼ਰੂਰੀ ਹੈ ਕਿ ਇਨਕਰੇਜਮੈਂਟ ਐਂਡ ਮੋਟੀਵੇਸ਼ਨ ਤੁਹਾਨੂੰ ਵੀ ਬਹੁਤ ਜ਼ਿਆਦਾ ਲੋੜ ਹੈ। ਨੈਟ ਤੋਂ ਕੋਈ ਮੋਟੀਵੇਟਰ ਬੰਦਾ ਕੱਢ ਕੇ ਸੁਣ ਸਕਦੇ ਹੋ ਤੁਸੀਂ, 10-15 ਮਿੰਟ ਜ਼ਰੂਰ ਦਿਓ। ਇਹ ਕਿਸੇ ਬੰਦੇ ਨੂੰ ਐਂ ਲੱਗਦਾ ਉਹ ਵੀ ਯਾਰ ਸਾਨੂੰ ਮੋਟੀਵੇਟ ਕਰਨ ਦੀ ਕੀ ਲੋੜ ਹੈ, ਵੀ ਐਵੇਂ ਜਵਾਕਾਂ ਵਾਲੀਆਂ ਗੱਲਾਂ, ਨਹੀਂ, ਪਰ ਲੋੜ ਹੁੰਦੀ ਹੈ ਬੰਦੇ ਨੂੰ। ਆਪਣੇ ਆਪ ਨੂੰ ਜਿਹੜਾ ਬੰਦਾ ਮੋਟੀਵੇਟ ਆਪਣੇ ਅੰਦਰੋਂ ਕਰਦਾ ਉਹ ਬਹੁਤ ਤਕੜਾ ਬੰਦਾ, ਉਹਦੇ ਵਰਗਾ ਕੋਈ ਬੰਦਾ ਨਹੀਂ। ਪਰ ਹਰੇਕ ਬੰਦਾ ਆਪਣੇ ਆਪ ਨੂੰ ਕਰ ਨਹੀਂ ਸਕਦਾ, ਉਹਦੇ ਲਈ ਤੁਹਾਡਾ ਬਹੁਤ ਜ਼ਿਆਦਾ ਸਟਰਗਲ ਚਾਹੀਦੀ ਹੈ। ਇਹ ਤਾਂ ਨਹੀਂ ਕਹੂੰਗਾ ਬਹੁਤ ਜਪ ਤਪ ਚਾਹੀਦਾ, ਫਿਰ ਤਾਂ ਰੂਹਾਨੀ ਗੱਲਾਂ ਹੋ ਜਾਣਗੀਆਂ। ਸਮਾਂ ਚਾਹੀਦਾ, ਜਿੰਨਾ ਤੁਸੀਂ ਮਾੜਾ ਸਮਾਂ ਦੇਖੋਗੇ ਉਨਾ ਹੀ ਜ਼ਿਆਦਾ ਤੁਸੀਂ ਆਪਦੇ ਆਪ ਨੂੰ ਹੈਂਡਲ ਕਰ ਸਕਦੇ ਹੋ। ਪਰ ਇੰਨਾ ਸਮਾਂ ਨਹੀਂ ਹੁਣ ਆਪਣੇ ਕੋਲੇ। ਪਰ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਕਿ ਮੋਟੀਵੇਟਰ ਬੰਦੇ ਲੱਭ ਕੇ ਦੇਖ ਸਕਦੇ ਹੋ ਜਿਹੜੇ ਤੁਹਾਨੂੰ, ਜਿਵੇਂ ਸੰਦੀਪ ਮਹੇਸ਼ਵਰੀ ਹੈ, ਉਹ ਇੱਕ ਆਕਾਸ਼ ਹੈ, ਹੋਰ ਬਹੁਤ ਬੰਦੇ ਨੇ। ਤਾਂ ਕੋਈ ਨਾ ਕੋਈ ਆਪਾਂ ਕਿਹੜਾ ਉਹਨਾਂ ਦੀ ਹਰੇਕ ਗੱਲ ਮੰਨਣੀ ਹੈ, ਜਿਹੜੀ ਆਪਾਂ ਨੂੰ ਚੰਗੀ ਲੱਗੇ ਉਹ ਸੁਣ ਕੇ ਜੇ ਸਾਨੂੰ ਫਾਇਦਾ ਹੁੰਦਾ ਹੈ, ਸਾਨੂੰ ਮੋਟੀਵੇਸ਼ਨਲ 1-2 ਵੀਡੀਓ ਦੇਖ ਕੇ ਜੇ ਅਸੀਂ ਸਬ ਇੰਸਪੈਕਟਰ ਜਾਂ ਕਾਂਸਟੇਬਲ ਭਰਤੀ ਹੋ ਜਾਂਦੇ ਹਾਂ ਤਾਂ ਕੀ ਨੁਕਸਾਨ ਆ ਉਹਦੇ 'ਚ, ਹੈ ਨਾ। ਤਾਂ ਤੁਸੀਂ ਜ਼ਰੂਰ ਟਰਾਈ ਕਰਿਓ, ਮੇਰਾ ਐਕਸਪੀਰੀਅੰਸ ਹੈ, ਫਾਇਦਾ ਹੁੰਦਾ ਇਸ ਚੀਜ਼ ਦੇ ਨਾਲ। ਸੋ ਦੋਨੇ ਚੀਜ਼ਾਂ ਠੀਕ ਨੇ ਇਹ, ਬੋਥ 1 and 2, ਠੀਕ ਆ। ਅਗਲਾ ਕੁਐਸਚਨ ਹੈ ਜੀ, ਵਿਚ ਆਫ ਦੀ ਫੋਲੋਇੰਗ ਆਰ ਆਸਪੈਕਟਸ ਆਫ ਯੂਅਰ ਫੇਸਬੁੱਕ ਅਕਾਊਂਟ। ਫੇਸਬੁੱਕ ਅਕਾਊਂਟ ਦੇ ਕਿਹੜੇ ਆਸਪੈਕਟਸ ਨੇ? ਵਾਲ ਐਂਡ ਸਟੇਟਸ। ਕੰਧ ਹੈ, ਕਹਿੰਦਾ ਤੁਹਾਡੀ ਵਾਲ। ਆਪਾਂ ਕਈ ਵਾਰੀ ਕੋਈ ਬੰਦਾ ਕਿਸੇ ਦਾ ਸਟੇਟਸ ਪਾ ਦੇ, ਪੰਜਾਬੀ 'ਚ ਲਿਖ ਨਹੀਂ ਲੈਂਦਾ ਵੀ ਉਹਦੀ ਕੰਧ ਤੋਂ ਕਾਪੀ, ਤਾਂ ਵਾਲ ਬੋਲਦੇ ਨੇ ਆਪਾਂ, ਸਟੇਟਸ ਬੋਲਦੇ ਨੇ। ਵੀ ਇਹਦੇ ਵਿੱਚ ਲਾਈਕ ਕਮੈਂਟ ਵੀ, ਫੋਟੋਜ਼ ਵੀ ਪਾ ਸਕਦੇ ਹਾਂ। ਤਾਂ ਤਿੰਨੋਂ ਹੀ ਚੀਜ਼ਾਂ ਮੈਚ ਕਰਦੀਆਂ ਨੇ। ਆਨਸਰ ਡੀ ਹੈ। ਫਿਰ ਉੱਡੇ ਜਾਂਦੇ ਆ ਨਾ ਕੁਐਸਚਨ, ਕਿਉਂਕਿ ਹੁਣ ਕੌਨਫੀਡੈਂਸ ਹੈ ਤੁਹਾਨੂੰ ਵੀ ਤੁਹਾਡਾ ਭਰਾ ਬੈਠਾ ਤੁਹਾਡੇ ਲਈ, ਹੁਣ ਤੁਹਾਨੂੰ ਕਰਾਊਗਾ ਕੰਪਿਊਟਰ। ਤੁਹਾਡਾ ਕੰਪਿਊਟਰ ਦਾ ਇੱਕ ਵੀ ਕੁਐਸਚਨ ਬਾਹਰ ਨਹੀਂ ਜਾਣ ਦੇਣਾ ਆਪਾਂ, ਠੀਕ ਹੈ। ਤਾਂ ਕੌਨਫੀਡੈਂਸ ਹੀ ਸਾਡਾ ਬਿਲਡਅਪ ਹੋ ਜੇ ਨਾ, ਉਹਦੇ ਨਾਲ ਹੀ ਅਸੀਂ ਕੁਐਸਚਨ ਸੋਲਵ ਹੁੰਦੇ ਨੇ ਸਾਡੇ। ਅਗਲਾ ਕੁਐਸਚਨ ਆ ਗਿਆ, ਵਿਚ ਆਫ ਦੀ ਫੋਲੋਇੰਗ ਇਜ਼ ਆਰ ਟਾਈਪ ਆਫ ਈਮੇਲ ਸਰਵਿਸਿਸ। ਈਮੇਲ ਸਰਵਿਸ, ਕਹਿੰਦਾ ਹੇਠ ਲਿਖਿਆਂ ਚੋਂ ਈਮੇਲ ਦੀ ਕਿਹੜੀ ਸਰਵਿਸ ਹੈ? ਪੌਪ ਮੇਲ, ਇਹ ਈਮੇਲ ਦੀ ਪ੍ਰੋਟੋਕਾਲ ਹੈ, ਬਿਲਕੁਲ ਠੀਕ ਹੈ। ਵੈਬ ਬੇਸਡ, ਇੰਟਰਨੈਟ ਬੇਸਡ ਤਾਂ ਹੈਗੀ ਹੈ ਪ੍ਰੋਟੋਕਾਲ। ਤੇ ਮੇਲ ਫਾਰਵਰਡਿੰਗ, ਮੇਲ ਨੂੰ ਤੁਸੀਂ ਫਾਰਵਰਡ ਵੀ ਕਰ ਸਕਦੇ ਹੋ ਇੱਕ ਦੂਜੇ ਤੋਂ। ਤੇ ਤਿੰਨੋਂ ਹੀ ਆਨਸਰ ਨੇ। ਦੇਖੋ ਹੁਣ ਤਾਂ ਬਹਿੰਦੇ ਤੁਰੇ ਜਾਂਦੇ ਆ ਨਾ, ਸੀ ਆਨਸਰ ਹੈ। ਫਿਰ ਵੀ ਦੱਸ ਦੇਣਾ, ਈਮੇਲ ਦੇ ਪਹਿਲਾਂ ਵੀ ਕਰਾਇਆ ਹੋਇਆ, ਸੈਂਡਰ ਤੋਂ ਲੈ ਕੇ ਰਿਸੀਵਰ ਤੱਕ। ਸੈਂਡਰ ਦਾ ਵੀ ਮੇਲ ਸਰਵਰ ਹੁੰਦਾ ਹੈ, ਰਿਸੀਵਰ ਦਾ ਵੀ ਮੇਲ ਸਰਵਰ। ਇਹ ਕਿੱਥੇ ਹੁੰਦਾ? ਇਹ ਆਨਲਾਈਨ ਪਿਆ ਹੁੰਦਾ ਨੈਟ ਤੇ। ਮੰਨ ਲਓ ਤੁਸੀਂ 10 ਦਿਨ ਇੰਟਰਨੈਟ ਨਾ ਚਲਾਓ, ਤੁਹਾਡੇ ਮੇਲ ਅਕਾਊਂਟ 'ਚ ਫਿਰ ਵੀ ਮੇਲਾਂ ਆਈ ਜਾਣਗੀਆਂ। ਉਹ ਕਿੱਥੇ ਆਉਂਦੀਆਂ ਨੇ ਮੇਲਾਂ? ਉਹ ਜੀਮੇਲ ਤੇ, ਜਿੱਥੇ ਆਪਾਂ ਆਈਡੀ ਬਣਾਈ ਹੁੰਦੀ ਹੈ, ਜਾਂ ਯਾਹੂ ਤੇ ਮੇਲ ਸਰਵਰ ਹੁੰਦਾ ਇੱਕ ਇੰਟਰਨੈਟ ਤੇ, ਉੱਥੇ ਮੇਲਾਂ ਆਈ ਜਾਂਦੀਆਂ ਨੇ। ਤੇ ਉਵੇਂ ਹੀ ਰਿਸੀਵਰ ਦਾ ਮੇਲ ਸਰਵਰ ਹੁੰਦਾ। ਜਦੋਂ ਅਸੀਂ ਕਿਸੇ ਨੂੰ ਮੇਲ ਭੇਜਦੇ ਹਾਂ, ਅਸੀਂ ਬੰਦੇ ਕੋਲੇ ਨਹੀਂ ਭੇਜਦੇ, ਅਸੀਂ ਉਹਦੇ ਮੇਲ ਸਰਵਰ ਤੇ ਭੇਜ ਦਿੰਦੇ ਹਾਂ ਇੱਥੇ। ਤੇ ਜਦੋਂ ਉਹ ਬੰਦਾ ਇੰਟਰਨੈਟ ਨਾਲ ਜੁੜਦਾ, ਆਪੇ ਉਹਨੂੰ ਮੇਲਾਂ ਦਿਖ ਜਾਂਦੀਆਂ ਨੇ। ਜੇ ਕੋਈ PDF ਫਾਈਲ ਵਗੈਰਾ ਭੇਜੀ ਹੈ ਤਾਂ ਉਹ ਬੰਦਾ ਡਾਊਨਲੋਡ ਕਰ ਲੈਂਦਾ, ਠੀਕ ਆ। ਤਾਂ ਫਿਰ ਇੱਥੇ ਕੁਐਸਚਨ ਮਿੱਤਰੋ ਕਿਵੇਂ ਬਣਦਾ? ਕਹਿੰਦਾ ਉਹ ਐਂ ਪੁੱਛੂਗਾ, ਮੇਲ ਨੂੰ ਭੇਜਣ ਦੇ ਲਈ ਜਾਂ ਟਰਾਂਸਫਰ ਕਰਨ ਦੇ ਲਈ ਕਿਹੜੀ ਪ੍ਰੋਟੋਕਾਲ ਵਰਤੀ ਜਾਂਦੀ ਹੈ? ਉਹ ਪ੍ਰੋਟੋਕਾਲ ਹੈਗੀ ਹੈ ਸਿੰਪਲ ਮੇਲ ਟਰਾਂਸਫਰ ਪ੍ਰੋਟੋਕਾਲ। ਤੇ ਇਹਦਾ ਪੋਰਟ ਨੰਬਰ ਆਪਾਂ ਪੜ੍ਹ ਚੁੱਕੇ ਹਾਂ 25 ਨੰਬਰ। HTTP ਦਾ ਆਪਾਂ ਪੜ੍ਹਿਆ ਸੀਗਾ 80, HTTP 80 ਪੜ੍ਹਿਆ ਸੀ ਨਾ। ਤੇ HTTPS ਦਾ ਪੜ੍ਹਿਆ ਸੀ 443 ਤੇ DNS ਦਾ ਪੜ੍ਹਿਆ ਸੀਗਾ 53। ਬਹੁਤ ਇੰਪੋਰਟੈਂਟ ਨੇ, ਇਹ ਯਾਦ ਰੱਖਣੇ, ਠੀਕ ਹੈ। ਤੇ SMTP ਜਿਹੜੀ ਹੈ ਪ੍ਰੋਟੋਕਾਲ, ਇਹਦਾ 25 ਨੰਬਰ ਪੋਰਟ ਹੈ। ਇਹ ਮੇਲ ਨੂੰ ਭੇਜਣ ਲਈ ਸੈਂਡਰ ਤੋਂ ਲੈ ਕੇ ਰਿਸੀਵਰ ਦੇ ਮੇਲ ਬਾਕਸ ਤੱਕ ਛੱਡ ਕੇ ਆਉਣ ਲਈ ਜਿਹੜੀ ਪ੍ਰੋਟੋਕਾਲ ਵਰਤੀ ਜਾਂਦੀ ਹੈ, ਇਹਨੂੰ ਅਸੀਂ ਬੋਲਦੇ ਹਾਂ ਸਿੰਪਲ ਮੇਲ ਟਰਾਂਸਫਰ ਪ੍ਰੋਟੋਕਾਲ। ਤੇ ਜੇ ਰਿਸੀਵਰ ਦੇ ਮੇਲ ਸਰਵਰ ਤੋਂ ਮੇਲ ਡਾਊਨਲੋਡ ਕਰਨੀ ਹੈ, ਉਹ ਮੇਲ ਨੂੰ ਬੋਲਦੇ ਹਾਂ ਪੋਸਟ ਆਫਿਸ ਪ੍ਰੋਟੋਕਾਲ ਜਾਂ IMAP। IMAP ਹੁੰਦਾ ਇੰਟਰਨੈਟ ਮੈਸੇਜ ਐਕਸੈਸ ਪ੍ਰੋਟੋਕਾਲ ਵੀ ਬੋਲਿਆ ਜਾਂਦਾ ਹੈ, ਇੰਟਰਨੈਟ ਮੇਲ ਐਕਸੈਸ ਪ੍ਰੋਟੋਕਾਲ। ਇੱਕ ਤਾਂ ਮਿੱਤਰੋ ਇਹਨਾਂ ਦੀਆਂ ਤਿੰਨਾਂ ਦੀਆਂ ਐਬਰੀਵੇਸ਼ਨ ਇੰਪੋਰਟੈਂਟ ਨੇ। ਇੱਕ ਦੂਜਾ ਕੁਐਸਚਨ, ਮੇਲ ਭੇਜਣ ਦੇ ਲਈ SMTP, ਡਾਊਨਲੋਡ ਕਰਨ ਦੇ ਲਈ POP3 ਤੇ IMAP, ਠੀਕ ਹੈ। ਆਹ ਤਿੰਨ ਪ੍ਰੋਟੋਕਾਲਸ ਨੇ, ਐਬਰੀਵੇਸ਼ਨ ਮੈਂ ਦੱਸ ਚੁੱਕਿਆ ਹਾਂ। ਅਗਲਾ ਕੁਐਸਚਨ, ਹੂ ਇਜ਼ ਕੰਸੀਡਰਡ ਐਜ਼ ਫਾਦਰ ਆਫ ਮਾਰਕਅਪ ਲੈਂਗੁਏਜ। ਇਹ ਵੀ ਬਹੁਤ ਇੰਪੋਰਟੈਂਟ ਹੈ। ਮਾਰਕਅਪ ਲੈਂਗੁਏਜ ਦਾ ਫਾਦਰ ਕੌਣ ਹੈ? ਆਪਾਂ ਨੂੰ ਪਤਾ HTML ਲੈਂਗੁਏਜ ਹੈ ਜਿਹੜੀ, ਉਹ ਕਿਹਨੇ ਲਿਖੀ ਹੈ? ਉਹ ਲਿਖੀ ਹੈ ਟਿਮ ਬਰਨਰ ਲੀ ਨੇ। ਟਿਮ ਬਰਨਰ ਲੀ ਨੇ। ਤਾਂ HTML ਦਾ ਫਾਦਰ ਤਾਂ ਟਿਮ ਬਰਨਰ ਲੀ ਹੈ। C ਲੈਂਗੁਏਜ ਦੀ ਵੀ ਆਪਾਂ ਗੱਲ ਕਰ ਚੁੱਕੇ ਹਾਂ, ਉਹਦਾ ਫਾਦਰ ਹੈਗਾ ਡੈਨਿਸ ਰਿਚੇ, ਹਨਾ। ਤੇ ਕੰਪਿਊਟਰ ਦਾ ਫਾਦਰ ਕੌਣ ਹੈ? ਦੱਸੋਗੇ ਕਮੈਂਟ ਕਰਕੇ, ਹੂ ਇਜ਼ ਦਾ ਫਾਦਰ ਆਫ ਕੰਪਿਊਟਰ? ਚੱਲ ਦੱਸਿਓ ਮੈਨੂੰ, ਹੂ ਇਜ਼ ਦੀ ਫਾਦਰ ਆਫ ਕੰਪਿਊਟਰ। ਕੰਪਿਊਟਰ ਦਾ ਫਾਦਰ ਕੌਣ ਹੈ? ਤੁਸੀਂ ਆਪਣੇ ਆਪ, ਮੈਂ ਆਪਸ਼ਨਾਂ ਨਹੀਂ ਦਿੰਦਾ, ਮੈਂ ਬਹੁਤ ਵਾਰੀ ਦੱਸ ਚੁੱਕਿਆ, ਤੁਸੀਂ ਆਪਣੇ ਆਪ ਟਾਈਪ ਕਰਕੇ ਦੱਸਿਓ। ਤਾਂ ਫਾਦਰ ਆਫ ਮਾਰਕਅਪ ਲੈਂਗੁਏਜ ਆਪਾਂ ਗੱਲ ਕੀਤੀ ਹੈ, HTML ਦਾ ਫਾਦਰ ਹੈ ਜਿਹੜਾ ਟਿਮ ਬਰਨਰ ਲੀ ਹੈ। ਤਾਂ
SGML ਲੈਂਗੁਏਜ ਬਣਾਈ ਸੀ ਨੇ ਚਾਰਲਸ ਗੋਲਡਫੈਰਬ। ਚਾਰਲਸ ਗੋਲਡਫੈਰਬ ਥਿਊਰੀ ਪੜ੍ਹ ਲੈਂਦੇ ਆ। ਚਾਰਲਸ ਗੋਲਡਫੈਰਬ ਇਜ਼ ਨੋਨ ਐਜ਼ ਏ ਫਾਦਰ ਆਫ SGML। SGML ਹੈ ਸਟੈਂਡਰਡ ਜਰਨਲਾਈਜ਼ਡ ਮਾਰਕਅਪ ਲੈਂਗੁਏਜ। ਇਹਦੀ ਐਬਰੀਵੇਸ਼ਨ ਪੁੱਛ ਸਕਦਾ, ਬਹੁਤ ਇੰਪੋਰਟੈਂਟ ਹੈ। SGML ਸਟੈਂਡਰਡ ਜਰਨਲਾਈਜ਼ਡ ਮਾਰਕਅਪ ਲੈਂਗੁਏਜ। ਇਹ ਲੈਂਗੁਏਜ ਹੈ ਪੇਰੈਂਟ ਲੈਂਗੁਏਜ ਹੈ HTML ਦੀ। HTML ਦੀ ਮਾਂ ਇਹ ਹੈ, ਕਹਿ ਲਓ ਪੇਰੈਂਟ, ਬਾਪੂ ਹੈ ਜਾਂ ਕਹਿ ਲਓ ਮਾਂ ਹੈ। ਤੇ HTML ਬਾਅਦ ਚ ਬਣੀ ਹੈ ਤੇ ਇਹ ਪਹਿਲਾਂ ਬਣੀ ਹੈ ਮਾਰਕਅਪ ਲੈਂਗੁਏਜ। ਤਾਂ ਫਿਰ ਜਿਹੜੀ ਇਹ ਬੰਦੇ ਨੇ ਬਣਾਈ ਹੈ ਇਸੇ ਨੂੰ ਹੀ ਫਾਦਰ ਕਹਾਂਗੇ ਨਾ ਮਾਰਕਅਪ ਲੈਂਗੁਏਜ ਦਾ। ਤਾਂ ਜਿਹੜੀਆਂ ਮਾਰਕਅਪ ਲੈਂਗੁਏਜ ਹੁੰਦੀਆਂ ਨੇ ਹਨਾ, ਇਹ ਵੈਬਸਾਈਟ ਡਿਜ਼ਾਈਨਿੰਗ ਲਈ ਯੂਜ਼ ਕੀਤੀਆਂ ਜਾਂਦੀਆਂ ਨੇ, ਮੋਸਟਲੀ ਯੂਜ਼ਡ ਫॉर ਵੈਬ ਡਿਜ਼ਾਈਨਿੰਗ। ਇਹ ਵੀ ਗੱਲ ਯਾਦ ਰੱਖ ਲਿਓ, ਵੈਬ ਡਿਜ਼ਾਈਨਿੰਗ। ਜੇ ਕੋਈ ਕੁਐਸਚਨ ਆ ਗਿਆ ਤਾਂ ਮੈਂ ਦੱਸ ਦੂੰਗਾ ਵੀ ਵੈਬ ਡਿਜ਼ਾਈਨਿੰਗ ਦੇ ਲਈ ਕਿਹੜੀਆਂ ਕਿਹੜੀਆਂ ਲੈਂਗੁਏਜ ਵਰਤੀਆਂ ਨੇ। ਸ਼ਾਇਦ ਮੈਂ ਕਰਾਇਆ ਹੋਇਆ ਕਿਉਂਕਿ ਮੈਂ ਵੀਡੀਓ ਬਹੁਤ ਬਣਾ ਰਿਹਾ ਅੱਜ ਕੱਲ੍ਹ, ਠੀਕ ਹੈ, ਕਿਉਂਕਿ ਡਿਮਾਂਡ ਹੀ ਬਹੁਤ ਆ ਰਹੀ ਹੈ ਤੁਹਾਡੀ ਵੀ ਛੇਤੀ ਛੇਤੀ ਕਰਾ ਦਿਓ ਕੰਮ, ਦਿਨ ਥੋੜੇ ਰਹਿ ਗਏ। ਤਾਂ ਹੁਣ ਮੈਨੂੰ ਯਾਦ ਨਹੀਂ ਵੀ ਮੈਂ ਕਿਹੜੀ ਵੀਡੀਓ 'ਚ ਕੀ ਕਰਾਇਆ ਹੋਇਆ, ਠੀਕ ਹੈ। ਸੋ ਮੈਂ ਵੀ ਕੁੱਤੀਆਂ ਕੰਨਾਂ ਦੀ ਰੱਖੀਆਂ ਤੁਹਾਡੇ ਵਾਂਗੂ, ਬਸ ਜਿਹੜਾ ਆਉਂਦਾ ਦੱਬੀ ਚਲੋ ਕੰਮ। ਸੋ ਨਾਲ ਤਾਂ ਹੀ ਮੈਂ ਦੁਬਾਰੇ ਦੂਰੇ ਦੱਸੀ ਜਾਂਦਾ ਵੀ ਚੱਲ ਕੋਈ ਗੱਲ ਨਹੀਂ, ਫਾਇਦਾ ਹੀ ਹੋਊਗਾ। ਥੋੜੀ ਜਿਹੀ ਵੀਡੀਓ ਲੰਬੀ ਹੋ ਜਾਂਦੀ, ਮੈਂ ਮਾਫੀ ਚਾਹੂੰਗਾ ਤੁਹਾਡੇ ਤੋਂ ਵੀ। ਮੈਂ ਛੋਟੀਆਂ ਵੀਡੀਓ ਦੇ ਵਿੱਚ ਕੰਮ ਹੋ ਨਹੀਂ ਸਕਦਾ ਕਿਉਂਕਿ ਫਿਰ ਜੇ ਆਪਾਂ ਉਹ ਕੁੱਜੇ 'ਚ ਸਮੁੰਦਰ ਨਹੀਂ ਨਾ ਬੰਦ ਕਰ ਸਕਦੇ, ਆਪਾਂ ਕਹਿਣ 'ਚ ਗੱਲ ਆ ਜਾਂਦੀ, ਪਰ ਮੈਨੂੰ ਇੰਨੀ ਸਮਝ ਹੈ ਨਹੀਂ ਵੀ ਮੈਂ ਕੁੱਜੇ 'ਚ ਸਮੁੰਦਰ ਕਿਵੇਂ ਬੰਦ ਕਰਾਂ, ਹੈ ਨਾ। ਮੈਨੂੰ ਐ ਹੁੰਦਾ ਮੈਂ ਵੱਧ ਤੋਂ ਵੱਧ ਦੱਸਾਂ ਵੀ ਤੁਹਾਡਾ ਪੇਪਰ ਕਲੀਅਰ ਹੋਵੇ, ਤੁਹਾਡੇ ਕੁਐਸਚਨ ਫਸਣ ਨਾ, ਠੀਕ ਹੈ। ਪਰ ਇਹ ਗੱਲ ਜ਼ਰੂਰ ਹੈ ਵੀ 1 ਘੰਟੇ ਦੀ ਵੀਡੀਓ ਦੇਖਣੀ, ਮੈਨੂੰ ਪਤਾ ਹੈ ਵੀ ਬਹੁਤ ਆਪਾਂ ਨੂੰ ਲੱਗਦਾ ਵੀ ਯਾਰ 20-25 ਮਿੰਟ ਦੀ ਵੀਡੀਓ ਹੋਵੇ ਤਾਂ ਕੰਮ ਸੌਖਾ ਹੋ ਜਾਂਦਾ ਹੈ ਨਾ। ਪਰ ਚੱਲ ਕੋਈ ਗੱਲ ਨਹੀਂ, ਕੌੜੇ ਕਸਲੇ ਕਰਕੇ ਜਰ ਲਓ, ਕਹਿੰਦੇ ਵੀ ਐਂਡ ਤੇ ਫਾਇਦਾ ਕਰੂਗੀ ਦਵਾਈ, ਠੀਕ ਹੈ। C ਲੈਂਗੁਏਜ ਹੈ ਜਿਹੜੀ 1972 ਚ ਬਣੀ ਹੈ, ਡੈਨਿਸ ਰਿਚੇ ਪੜ੍ਹ ਚੁੱਕੇ ਹਾਂ। SGML 1986 ਚ ਬਣੀ ਹੈ, ਚਾਰਲਸ ਗੋਲਡਫੈਰਬ। ਤੇ HTML ਪੜ੍ਹ ਲਈ ਆਪਾਂ ਟਿਮ ਬਰਨਰ-ਲੀ। ਇਹ ਤਿੰਨ ਤਾਂ ਇੰਪੋਰਟੈਂਟ ਨੇ। C++ ਚ ਪੜ੍ਹਨੀ ਹੈ ਪੜ੍ਹ ਲਓ, ਨਹੀਂ ਰਹਿਣ ਦਿਓ। ਬਾਜ਼ਾਰ ਨੇ ਸਟੋਰ ਸਟੱਪ ਤੇ ਪਾਈਥਨ ਅੱਜ ਕੱਲ੍ਹ ਲੇਟੈਸਟ ਚੱਲ ਰਹੀ ਹੈ, ਗਾਈਡੋ 1 ਆਪਾਂ ਪੜ੍ਹੀ ਸੀ ਨਾ ਲੈਂਗੁਏਜ। ਪਾਈਥਨ ਜਿਹੜੀ ਹੈ ਮਸ਼ੀਨ ਲਰਨਿੰਗ ਦੇ ਲਈ ਵਰਤੀ ਜਾਂਦੀ ਹੈ, MACHINE, ਮਸ਼ੀਨ ਲਰਨਿੰਗ। ਮਸ਼ੀਨ ਲਰਨਿੰਗ ਕੰਪਿਊਟਰ ਨੂੰ ਸਿਖਾਉਣਾ ਬੰਦਿਆਂ ਵਾਂਗੂ, ਉਹਦੇ ਲਈ ਪਾਈਥਨ ਵਰਤੀ ਜਾਂਦੀ ਹੈ। ਜਾਵਾ ਲੈਂਗੁਏਜ ਹੈ ਤੇ ਇਹਦਾ ਜੇਮਸ ਗੋਸਲਿੰਗ ਹੈ। ਜਾਵਾ ਜਿਹੜੀ ਮੋਸਟਲੀ ਇਹ ਐਪ ਨਹੀਂ ਬਣਦੀਆਂ, ਜਿਹੜੀਆਂ ਆਪਾਂ ਐਂਡਰੋਇਡ ਫੋਨ 'ਚ ਐਪ ਵਗੈਰਾ ਬਣਾਉਣੇ, ਉਹ ਜਾਵਾ ਦੇ ਵਿੱਚ ਜ਼ਿਆਦਾਤਰ ਬਣਦੀਆਂ ਨੇ, ਠੀਕ ਹੈ। ਹੋਰ ਲੈਂਗੁਏਜ 'ਚ ਵੀ ਬਣਦੀਆਂ ਨੇ ਪਰ ਜਾਵਾ ਪਾਪੂਲਰ ਹੈ। ਤਾਂ ਫਿਰ ਇਹਦਾ ਆਨਸਰ ਹੈਗਾ B, ਠੀਕ ਹੈ। ਅਗਲਾ ਕੁਐਸਚਨ, ਮੋਬਾਈਲ ਫੋਨ ਕੈਨ ਬੀ ਇਨਫੈਕਟਡ ਵਿਦ। ਬਈ ਕਹਿੰਦਾ ਮੋਬਾਈਲ ਫੋਨ ਇਹਨਾਂ ਦੋਨਾਂ 'ਚੋਂ ਕਿਹੜੀਆਂ ਚੀਜ਼ਾਂ ਦੇ ਨਾਲ ਇਨਫੈਕਟ ਹੋ ਸਕਦਾ ਹੈ? ਵਰਮ ਦੇ ਨਾਲ ਤੇ ਟਰੋਜਨ ਹਾਰਸ ਦੇ ਨਾਲ। ਆਨਸਰ ਤਾਂ ਮਿੱਤਰੋ ਇਹਦਾ ਹੈਗਾ ਦੋਨੇ, ਕਿ ਵਰਮ ਵੀ ਆ ਸਕਦਾ ਹੈ, ਟਰੋਜਨ ਹਾਰਸ ਵੀ ਆ ਸਕਦਾ ਹੈ। ਤਾਂ ਮੈਂ ਦੱਸ ਦਿਨਾ, ਇੱਥੇ ਮੈਂ ਚਲੋ ਪਾਇਆ ਨਹੀਂ, ਮੈਂ ਦੱਸ ਦਿਨਾ ਵੈਸੇ ਹੀ। ਵਰਮ ਹੁੰਦਾ ਹੈ, ਵਰਮ ਕੀ ਹੁੰਦਾ ਹੈ? ਪਹਿਲਾਂ ਟਰੋਜਨ ਹਾਰਸ ਦੱਸਦੇ ਆ। ਟਰੋਜਨ ਹਾਰਸ ਇੱਕ ਵੱਡਾ ਸਾਰਾ ਲੱਕੜ ਦਾ ਘੋੜਾ ਸੀ। ਹਿਸਟਰੀ ਦੀ ਗੱਲ ਹੈ ਇਹ, ਹਿਸਟਰੀ ਵਾਲੇ ਬੰਦਿਆਂ ਨੂੰ ਪਤਾ ਹੋਣਾ। ਟਰੋਏ ਸਿਟੀ ਤੇ ਗ੍ਰੀਕਸ ਨੇ, ਏਥਨਸ ਬੋਲਦੇ ਆ ਕਿ ਗ੍ਰੀਕ ਬੋਲਦੇ ਆ ਉਹਨਾਂ ਨੂੰ, ਉਹਨਾਂ ਨੇ ਹਮਲਾ ਕਰਤਾ ਟਰੋਏ ਸਿਟੀ ਤੇ। ਵਾਹਵਾ ਟਾਈਮ ਘੇਰਾ ਪਾ ਕੇ ਰੱਖਿਆ, ਕਿਲੇ ਨੂੰ ਘੇਰਾ ਪਾਈ ਬੈਠੇ ਰਹੇ। ਤੇ ਬਾਅਦ ਦੇ ਵਿੱਚ ਉਹਨਾਂ ਨੇ ਕੀ ਸਕੀਮ ਖੇਡੀ, ਗ੍ਰੀਕਸ ਨੇ, ਕਹਿੰਦੇ ਅਸੀਂ ਤੁਹਾਨੂੰ ਲੱਕੜ ਦਾ ਵੱਡਾ ਸਾਰਾ ਘੋੜਾ ਬਣਾ ਕੇ ਭੇਜਤਾ ਉਹਨਾਂ ਨੇ, ਜਿਹਦੇ ਵਿੱਚ ਸੈਨਿਕ ਪਾਤੇ ਅੰਦਰ। ਕਹਿੰਦੇ ਵੀ ਅਸੀਂ ਸੰਧੀ ਕਰ ਲੈਣੇ, ਆਪਾਂ ਲੜਾਈ ਨਹੀਂ ਕਰਦੇ। ਉਹ ਕਹਿੰਦੇ ਠੀਕ ਹੈ। ਰਾਤ ਨੂੰ ਉਹ ਤਾਂ ਭਾਈ ਘੋੜਾ ਅੰਦਰ ਗਿਆ ਤੇ ਉਹ ਤਾਂ ਡੱਕ ਡੁੱਕ ਕੇ ਸੌਂ ਗਏ। ਤੇ ਉਹ ਸੈਨਿਕ ਜਿਹੜੇ ਰਾਤ ਨੂੰ ਅੰਦਰੋਂ ਨਿਕਲੇ ਤੇ ਉਹਨਾਂ ਨੇ ਦਰਵਾਜ਼ਾ ਖੋਲ੍ਹਤਾ ਤੇ ਬਾਹਰ ਸੈਨਿਕ ਜਿਹੜੇ ਬਾਹਰ ਵਾਲੀ ਫੌਜ ਸੀ ਉਹ ਤਿਆਰ ਹੀ ਬੈਠੇ ਸੀ ਤੇ ਉਹਨਾਂ ਨੇ ਹਮਲਾ ਕਰਤਾ ਤੇ ਬਾਹਰ ਵਾਲੇ ਜਿਹੜੇ ਗ੍ਰੀਕ ਸੀਗੇ ਟਰੋਏ ਤੋਂ ਜਿੱਤ ਗਏ ਸੀ। ਤਾਂ ਇਹੀ ਟੈਕਨੀਕ ਲਗਾ ਕੇ ਕੰਪਿਊਟਰ ਦੇ ਵਿੱਚ ਇੱਕ ਮਲੀਸ਼ੀਅਸ ਕੋਡ ਜਾਂ ਮਲੀਸ਼ੀਅਸ ਸੌਫਟਵੇਅਰ ਬਣਾਇਆ ਗਿਆ, ਵਾਇਰਸ ਵਰਗਾ। ਟਰੋਜਨ ਹਾਰਸ ਇੱਕ ਪ੍ਰੋਗਰਾਮ ਹੁੰਦਾ ਜਿਹੜਾ ਅਪੀਅਰਸ ਟੂ ਬੀ ਅ ਲੈਜੀਟੀਮੇਟ। ਲੈਜੀਟੀਮੇਟ ਹੁੰਦਾ ਸਹੀ ਦੇਖਣ ਵਾਲਾ। ਤਾਂ ਹੁਣ ਜਿਹੜਾ ਘੋੜਾ ਉਹਨਾਂ ਨੇ ਭੇਜਿਆ ਸੀ ਉਹ ਦੇਖਣ 'ਚ ਤਾਂ ਠੀਕ ਲੱਗਦਾ ਸੀ ਨਾ। The Trojan horse is a program that appears to be a legitimate program but perform their malicious activity when certain condition met। ਜਦੋਂ ਹੀ ਬੰਦੇ ਆਸੇ-ਪਾਸੇ ਹੋਏ ਘੋੜੇ ਚੋਂ ਨਿਕਲੇ ਤੇ ਦਰਵਾਜ਼ਾ ਖੋਲ੍ਹਿਆ, ਉਵੇਂ ਕੰਪਿਊਟਰ ਦੇ ਵਿੱਚ ਜਦੋਂ ਹੀ ਉਹ ਕੰਡੀਸ਼ਨਾਂ ਆਉਂਦੀਆਂ ਨੇ ਤਾਂ ਉਹ ਆਪਦਾ ਕੰਮ ਕਰ ਜਾਂਦੇ ਨੇ। ਸੋ ਇਹ ਹੁੰਦਾ ਟਰੋਜਨ ਹਾਰਸ। ਤੇ ਵਰਮ, ਵਰਮ ਕਿਹੜਾ ਹੁੰਦਾ? ਜਿਹੜਾ ਰੈਪਲੀਕੇਟ ਇਟਸੈਲਫ ਕਰਦਾ ਹੈ। ਰੈਪਲੀਕੇਟ ਇਟਸੈਲਫ, ਆਪਣੇ ਆਪ ਨੂੰ ਫੈਲਾਉਂਦਾ ਅੱਗੇ, ਤੇ ਐਗਜ਼ੀਕਿਊਟ ਇਟਸੈਲਫ, ਆਪਣੇ ਆਪ ਹੀ ਚਲਾਉਂਦਾ ਰਹਿੰਦਾ ਹੈ। ਤੇ ਇਹ ਵਰਮ ਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇ। ਤੀਸਰੀ ਪ੍ਰੋਪਰਟੀ ਵਰਮ ਦੀ ਹੁੰਦੀ ਹੈ ਕਿ ਉਹ ਸਪੀਡ ਸਲੋ ਕਰ ਦਿੰਦਾ ਹੈ, ਸਲੋ ਡਾਊਨ ਦੀ ਸਪੀਡ, ਸਲੋ ਡਾਊਨ ਦੀ ਸਪੀਡ, ਠੀਕ ਹੈ। ਤਾਂ ਇੱਕ ਮੇਨ ਪੁਆਇੰਟ ਹੈ ਇਹਦਾ ਰਿਸੋਰਸ ਈਟਿੰਗ, ਰਿਸੋਰਸ ਈਟਿੰਗ ਪਰਪਸ। ਇਹਦਾ ਮੇਨ ਪਰਪਸ ਕੀ ਹੁੰਦਾ? ਰਿਸੋਰਸ ਖਾ ਜਾਂਦਾ। ਜਿਵੇਂ ਹੁਣ ਮੈਂ ਤੁਹਾਨੂੰ ਪੜ੍ਹਾ ਰਿਹਾ, ਕੋਈ ਲਾਈਟ ਬੰਦ ਕਰ ਗਿਆ, ਕੋਈ ਮੇਰਾ ਫੋਨ ਖੋ ਕੇ ਲੈ ਗਿਆ, ਕੋਈ ਮਾਈਕ ਖੋ ਕੇ ਲੈ ਗਿਆ, ਉਹ ਮੇਰੀ ਰਿਸੋਰਸ ਖਾ ਗਿਆ, ਤਾਂ ਉਹਨੂੰ ਵਰਮ ਬੋਲ ਦਾਂਗੇ। ਤੇ ਵਾਇਰਸ ਵੀ ਹੁੰਦਾ ਇੱਕ। ਵਾਇਰਸ ਦੇ ਪਹਿਲੇ ਦੋ ਕੰਮ ਤਾਂ ਇਹੀ ਹੁੰਦੇ ਨੇ ਕਿ ਉਹ ਰੈਪਲੀਕੇਟਡ ਸੈਲਫ ਕਰਦਾ ਹੈ ਤੇ ਉਹ ਐਗਜ਼ੀਕਿਊਟਡ ਸੈਲਫ ਕਰਦਾ, ਬਟ ਉਹ ਤੀਜਾ ਕੰਮ ਨਹੀਂ ਕਰਦਾ। ਉਹ ਕੀ ਕਰਦਾ? ਫਾਈਲਾਂ ਨੂੰ ਡਿਲੀਟ ਕਰ ਦਿੰਦਾ,
ਫਾਈਲਾਂ ਨੂੰ ਅਪਡੇਟ ਕਰ ਦਿੰਦਾ, ਫਾਈਲਾਂ ਨੂੰ ਮੋਡੀਫਾਈ ਕਰ ਦਿੰਦਾ, ਸਾਡਾ ਡੇਟਾ ਚੋਰੀ ਕਰ ਲੈਂਦਾ, ਉਹ ਇਹ ਕੰਮ ਕਰਦਾ। ਤਾਂ ਹੁਣ ਲੇਮੈਨ ਕਿਵੇਂ ਸਮਝਾਂ? ਕੋਈ ਬੰਦਾ ਆਇਆ ਮੇਰੀ ਸਿੱਧੇ ਗੋਲੀ ਠੋਕਤੀ, ਉਹ ਹੋ ਗਿਆ ਵਾਇਰਸ। ਜਾਂ ਮੇਰੀ ਲੱਤ ਵੱਢ ਗਿਆ, ਜਾਂ ਮੇਰੀ ਜੀਭ ਵੀ ਵੱਢ ਗਿਆ, ਵੀ ਕਹਿੰਦਾ ਪੜ੍ਹਾ ਕੇ ਦਿਖਾ ਹੁਣ, ਉਹ ਹੋ ਗਿਆ ਵਾਇਰਸ। ਵਰਮ ਕੀ ਹੋ ਗਿਆ? ਉਹ ਕਹਿੰਦਾ ਮੈਂ ਤੈਨੂੰ ਕੰਮ ਨਹੀਂ ਕਰਨ ਦਿੰਦਾ, ਤੇਰੀ ਸਪੀਡ ਸਲੋ ਕਰੂੰਗਾ। ਤਾਂ ਯਾਦ ਰੱਖਣੇ ਦੋਨੋਂ ਹੀ ਜਿਹੜੇ ਮੋਬਾਈਲ ਫੋਨ 'ਚ ਆ ਸਕਦੇ ਨੇ। ਡੀ ਆਂਸਰ ਹੈ, ਠੀਕ ਹੈ। ਅਗਲਾ ਕੁਐਸਚਨ ਹੈ, ਵਾਟ ਇਜ਼ ਦੀ ਫੁੱਲ ਫਾਰਮ ਆਫ URL? ਫੁੱਲ ਫਾਰਮ ਤਾਂ ਬੜੀ ਸੌਖੀ ਹੈ, ਯੂਨੀਫਾਰਮ ਰਿਸੋਰਸ ਲੋਕੇਟਰ। ਗਲਤ ਟਾਈਪ ਹੋ ਗਈ, ਇਸ ਲਈ ਮਿਸਟੇਕ ਹੋ ਗਈ। ਯੂਨੀਫਾਰਮ ਰਿਸੋਰਸ ਲੈਵਲ ਨਹੀਂ ਹੈਗਾ, ਇਸ ਲਈ ਮਿਸਟੇਕ ਨਹੀਂ ਕਰਨੀ। ਮੈਂ ਹੁਣ ਜਾਣ ਕੇ ਨਹੀਂ ਕਰੀ ਸੀ, ਅੱਗੇ ਕਈ ਵਾਰ ਮੈਂ ਜਾਣ ਕੇ ਕਰ ਦੇਣਾ ਹੋਣਾ ਵੀ ਤੁਹਾਨੂੰ ਪਤਾ ਲੱਗ ਜੇ ਨਾ, ਇਹ ਤਾਂ ਮੈਥੋਂ ਹੀ ਹੋ ਗਈ। ਤਾਂ ਫਿਰ ਇਹ ਧਿਆਨ ਨਾਲ ਪੜ੍ਹਨਾ, ਯੂਨੀਫਾਰਮ ਰਿਸੋਰਸ ਲੋਕੇਟਰ, ਕਿਉਂਕਿ 2 ਅੱਖਰ ਮੈਚ ਕਰ ਗਏ ਨਾ ਪਹਿਲੇ 2 ਵਰਡ, ਤਾਂ ਲੋਕੇਟਰ ਵੀ ਧਿਆਨ ਨਾਲ ਦੇਣਾ, ਕਿਉਂਕਿ ਦਿਮਾਗ ਹੀ ਸਾਡਾ ਐਂ ਕੰਮ ਕਰਦਾ। ਬਸ ਯੂਨੀ ਦਾ UNI ਦੇਖ ਲਿਆ, ਪਹਿਲੇ 2 ਅੱਖਰ ਦੇਖਦੇ ਹਾਂ, ਪਿਛਲੇ 2 ਅੱਖਰ ਦੇਖਦੇ ਹਾਂ ਵੀ ਉਹੀ ਹੈ। ਲੋਕੇਟਰ ਤੋਂ ਲੈਵਲ ਤੋਂ ਬਸ ਐਂ ਲੱਗਿਆ ਹੈ ਨਾ। ਸੋ ਗਲਤੀ ਨਹੀਂ ਕਰਨੀ, C ਆਂਸਰ ਹੈ। ਇਹ URL ਹੁੰਦਾ, ਇਹ ਵੈਬਸਾਈਟ ਦਾ ਐਡਰੈਸ ਹੁੰਦਾ, ਇਹਨੂੰ ਆਪਾਂ URL ਬੋਲਦੇ ਹਾਂ। ਆਪਾਂ ਪੜ੍ਹ ਚੁੱਕੇ ਹਾਂ। ਇਹ ਪ੍ਰੋਟੋਕੋਲ ਹੁੰਦੀ ਹੈ। HTTPS ਇਹਦਾ ਪੋਰਟ ਨੰਬਰ ਕਿੰਨਾ ਸੀ? 443। HTTP ਦਾ ਕਿੰਨਾ ਸੀ? ਇਕੱਲੇ HTTP ਦਾ ਯਾਦ ਹੋਊਗਾ ਤੁਹਾਨੂੰ, HTTP ਦਾ ਸੀਗਾ 80। SMTP ਦਾ ਕਿੰਨਾ ਸੀ? 25। ਇਹੀ ਯਾਦ ਕਰਾ ਦੂੰਗਾ ਤੁਹਾਨੂੰ, ਟੈਨਸ਼ਨ ਲੈਣ ਦੀ ਲੋੜ ਨਹੀਂ, ਠੀਕ ਹੈ। 25 40 80, 40 ਦਾ ਹੈ ਨਹੀਂ, 443 ਸੌਰੀ, ਠੀਕ ਆ। ਤੇ DNS ਦਾ ਵੀ ਦੱਸ ਦਿਓ ਲੱਗਦੇ ਹੱਥ। DNS ਦਾ ਹੁੰਦਾ ਹੈ 80, ਗਲਤ ਕਹਿ ਗਿਆ, ਕਿੰਨਾ 53। ਹਾਂ, ਤਾਂ ਇਹ ਸੀਗਾ ਡੋਮੇਨ, ਠੀਕ ਹੈ। ਡੋਮੇਨ ਬੋਲਦੇ ਆ ਇਹਨੂੰ, ਆਪਾਂ ਪਾਥ ਬੋਲਦੇ ਆ, ਫਾਰਵਰਡ ਸਲੈਸ਼। ਇਹ ਵੈਬ ਪੇਜ ਹੁੰਦਾ, ਇਹਦੇ ਵਿੱਚ ਡਾਇਰੈਕਟਰੀ ਵਗੈਰਾ, ਫਾਈਲ ਦਾ ਨੇਮ ਸਾਰਾ ਆਉਂਦਾ, ਇਹਨੂੰ URL ਬੋਲਦੇ ਆ, ਠੀਕ ਹੈ। ਤਾਂ ਇਹ ਵੀ ਆਪਾਂ ਕਹਿ ਸਕਦੇ ਹਾਂ ਇੰਟਰਨੈਟ ਤੇ ਵੈਬਸਾਈਟ ਦਾ ਐਡਰੈਸ ਹੁੰਦਾ, ਉਹਨੂੰ ਕੀ ਬੋਲਦੇ? ਉਹਨੂੰ URL ਬੋਲਦੇ ਆ। ਅਗਲਾ ਕੁਐਸਚਨ ਆ ਗਿਆ, ਇਨ VPN ਸਿਕਿਉਰਿਟੀ ਵਾਟ ਇਜ਼ ਦੀ ਫੁੱਲ ਫਾਰਮ ਆਫ VPN? ਇਹ ਤਾਂ ਫੁੱਲ ਫਾਰਮ ਤਾਂ ਬੜੀ ਸੌਖੀ ਹੈ, ਵਰਚੁਅਲ ਪ੍ਰਾਈਵੇਟ ਨੈਟਵਰਕ। ਵਰਚੁਅਲ ਦੇਖੋ ਇੱਥੇ ਵੀ ਸਿਲੀ ਮਿਸਟੇਕ ਮੈਂ ਕਰਨ ਲੱਗਿਆ ਸੀ ਜਲਦਬਾਜ਼ੀ 'ਚ। ਵਰਚੁਅਲ ਪ੍ਰਾਈਵੇਟ ਨੈਟਵਰਕ ਮੈਂ ਇੰਨਾ ਦੇਖਿਆ, ਮੈਂ ਲਾ ਦੇ ਹੀ ਨਹੀਂ ਲਾਉਣਾ। ਵਰਚੁਅਲ ਪ੍ਰਾਈਵੇਟ ਨੈਟਵਰਕ, ਤਾਂ ਫਿਰ ਇਹ ਵੀ ਆਨਸਰ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਤਾਂ ਪਹਿਲਾ ਆਨਸਰ ਹੈ। ਕਲੀਅਰ ਹੋਈ ਗੱਲ? ਤਾਂ VPN ਹੁੰਦਾ ਕੀ ਹੈ? ਇਹਦੇ ਤੇ ਵੀ ਕੁਐਸਚਨ ਪੁੱਛ ਸਕਦਾ, ਬੜਾ ਘੈਂਟ ਜਿਹਾ ਕੁਐਸਚਨ ਬਣੂਗਾ ਜੇ ਬਣਿਆ ਇਹਦੇ ਤੇ। VPN ਦੀ ਐਬਰੀਵੇਸ਼ਨ ਦੱਸਤੀ ਆਪਾਂ। VPN ਇੱਕ ਵਰਚੁਅਲ ਪ੍ਰਾਈਵੇਟ ਨੈਟਵਰਕ ਹੁੰਦਾ, ਟੈਕਨੋਲੋਜੀ ਹੈ ਜਿਹੜੀ ਕ੍ਰੀਏਟ ਕਰਦੀ ਹੈ ਸੇਫ ਐਂਡ ਇਨਕ੍ਰਿਪਟਡ ਕਨੈਕਸ਼ਨ ਓਵਰ ਏ ਲੈਸ ਸਿਕਿਉਰ ਨੈਟਵਰਕ ਸੱਚ ਐਜ਼ ਇੰਟਰਨੈਟ। ਕੋਈ ਇੰਟਰਨੈਟ ਲੈਸ ਸਿਕਿਉਰ ਆ, ਮੰਨ ਲਓ ਇੱਥੋਂ ਮੈਂ ਪਟਿਆਲੇ ਤੋਂ ਬਠਿੰਡੇ ਜਾਣਾ, ਬਠਿੰਡੇ ਜਾਣ ਦੇ ਲਈ ਰਸਤਾ ਸੇਫ ਨਹੀਂ ਹੈਗਾ। ਜੇ ਮੈਂ ਇੱਕ ਥੱਲੇ ਦੀ ਟਨਲ ਬਣਾ ਲਾਂ, ਉਹਦੇ ਵਿੱਚ ਮੈਂ ਹੀ ਜਾ ਸਕਦਾ, ਹੋਰ ਕੋਈ ਬੰਦਾ ਐਂਟਰ ਨਹੀਂ ਕਰ ਸਕਦਾ, ਤਾਂ ਉਹ ਇੱਕ ਵਰਚੁਅਲ ਹੋ ਗਿਆ, ਨਕਲੀ ਪ੍ਰਾਈਵੇਟ ਨੈਟਵਰਕ ਜਿਹੜਾ ਸੇਫ ਹੋਊਗਾ, ਠੀਕ ਹੈ। ਤਾਂ ਇਹ ਟਨਲਿੰਗ ਪ੍ਰੋਟੋਕੋਲ ਯੂਜ਼ ਹੁੰਦੀਆਂ ਨੇ, ਦੱਸ ਦੇਣਾ ਮੈਂ। ਤਾਂ ਇੱਕ ਯੂਜ਼ਰ ਇੰਟਰਨੈਟ ਦੇ ਵਿੱਚ ਇੱਕ ਆਪਦਾ VPN ਬਣਾ ਲੈਂਦਾ, ਵਰਚੁਅਲ ਪ੍ਰਾਈਵੇਟ ਨੈਟਵਰਕ ਟਨਲ। ਤਾਂ ਅਟੈਕਰ ਨੇ ਜਾਂ ਸਨੂਪਰ ਵਗੈਰਾ ਨੇ, ਉਹ ਅਟੈਕ ਕਰਦੇ ਨੇ, ਟਨਲ ਦੇ ਵਿੱਚ ਕੋਈ ਅਟੈਕ ਨਹੀਂ ਕਰ ਸਕਦੀ। ਇੱਕ ਤਾਂ ਇਹ ਸਿਕਿਉਰਿਟੀ ਪ੍ਰੋਵਾਈਡ ਕਰਦਾ, ਇੱਕ ਕੰਮ ਤਾਂ ਇਹ ਕਰਦਾ, ਇੱਕ ਕੰਮ ਇਹਦਾ ਹੋਰ ਆ, ਉਹ ਵੀ ਦੱਸਦਾ। ਮੰਨ ਲਓ ਕਿ ਇਹ ਇੰਟਰਨੈਟ ਹੈ, ਇਹ ਪੰਜਾਬੀ ਯੂਨੀਵਰਸਿਟੀ ਦਾ ਨੈਟਵਰਕ ਹੈ, ਤੇ ਇੱਥੇ ਫਾਇਰਵਾਲ ਲੱਗੀ ਹੋਈ ਹੈ। ਫਾਇਰਵਾਲ ਆਪਾਂ ਨੂੰ ਪਤਾ, ਇਟ ਕੈਨ ਵੀ ਹਾਰਡਵੇਅਰ ਔਰ ਇਟ ਕੈਨ ਵੀ ਸੌਫਟਵੇਅਰ। ਇੱਥੇ ਆਪਾਂ ਰੂਲ ਪਾਏ ਹੋਏ ਨੇ, ਕਿਉਂਕਿ ਹੈਗਾ ਹੀ ਆਪਣੇ ਯੂਨੀਵਰਸਿਟੀ ਦੇ ਵਿੱਚ ਤੁਸੀਂ ਫੇਸਬੁੱਕ ਨਹੀਂ ਚਲਾ ਸਕਦੇ। ਫੇਸਬੁੱਕ ਹੈ ਜਿਹੜੀ ਉਹ ਰਿਸਟ੍ਰਿਕਟ ਕੀਤੀ ਹੋਈ ਹੈ। ਫੇਸਬੁੱਕ ਦਾ ਕੋਈ IP ਹੋਊ, ਮੰਨ ਲਓ 192.16.4.5, ਇਹ ਇੱਕ IP ਹੈ। ਵੈਸੇ 192 ਪ੍ਰਾਈਵੇਟ ਹੁੰਦਾ, ਪਬਲਿਕ ਨਹੀਂ ਹੈ। 190 ਲੈ ਲੈਂਦੇ ਹਾਂ, 190.16.4.5। ਇਹ ਇੱਕ ਆਪਣੇ ਕੋਲੇ IP ਐਡਰੈਸ ਹੈ। ਤਾਂ ਇਹ IP ਐਡਰੈਸ ਤੇ ਆਪਾਂ ਲਿਖਿਆ ਹੋਇਆ ਡਿਨਾਈ, ਇਹਨਾਂ ਨੂੰ ਡਿਨਾਈ ਕਰਨਾ, ਅੱਗੇ ਨਹੀਂ ਲੰਘਣ ਦੇਣਾ। ਤਾਂ ਹੁਣ ਅਸੀਂ ਚਾਹੁੰਦੇ ਵੀ ਹਾਂ ਵੀ ਜਦ ਅਸੀਂ ਫੇਸਬੁੱਕ ਵਰਤਣੀ ਆ, ਤਾਂ ਫਿਰ ਅਸੀਂ VPN ਡਾਊਨਲੋਡ ਕਰਾਂਗੇ। VPN ਕੀ ਹੁੰਦਾ ਹੈ? ਫੇਸਬੁੱਕ ਦੇ ਪੈਕੇਟ ਕਿਸੇ ਹੋਰ ਦੇ ਪੈਕੇਟ ਵਿੱਚ ਇਨਕੈਪਸੂਲੇਟ ਕਰ ਦਿੰਦਾ। ਇਹ ਫੇਸਬੁੱਕ ਦਾ ਪੈਕੇਟ ਹੈ, ਉਹ ਪਾ ਦੂਗਾ ਇੰਸਟਾਗ੍ਰਾਮ ਦੇ ਪੈਕੇਟ ਦੇ ਵਿੱਚ। ਤਾਂ ਜਿਹਨੂੰ ਇੱਥੇ ਆਊਗਾ ਉਹੀ ਪੈਕੇਟ ਲਪੇਟ ਕੇ, ਤਾਂ ਇੱਥੇ ਜਿਹੜਾ ਫਾਇਰਵਾਲ ਹੋਊਗਾ ਉਹਨੂੰ ਲੱਗੂ ਇਹ ਤਾਂ ਇੰਸਟਾਗ੍ਰਾਮ ਦਾ ਡਾਟਾ ਲੰਘ ਜਾਣ ਦੇ। ਲੈ ਮੈਂ ਸਮਝਾ ਦੇਣਾ, ਮੰਨ ਲਓ ਮੈਨੂੰ ਪੰਜਾਬੀ ਯੂਨੀਵਰਸਿਟੀ ਬੈਨ ਕਰ ਦਿੰਦੀ ਹੈ ਵੀ ਤੂੰ ਯੂਨੀਵਰਸਿਟੀ ਦੇ ਅੰਦਰ ਨਹੀਂ ਜਾ ਸਕਦਾ। ਮੇਰਾ ਹੁਣ ਜੀ ਕਰਦਾ ਜਾਣ ਨੂੰ, ਉੱਥੇ 143 ਕਰਨਾ, ਕਿਸੇ ਨਾਲ ਪੰਗੇ ਪੁੰਗੇ ਲੈਣੇ ਆ, ਹੈ ਨਾ। ਸੋ ਨਜ਼ਾਰੇ ਦੇਖਣੇ ਆ ਜ਼ਿੰਦਗੀ ਦੇ। ਤਾਂ ਹੁਣ ਮੈਨੂੰ ਬੈਨ ਕੀਤਾ ਹੋਇਆ ਕਿਉਂਕਿ ਮੇਰੀ ਲੜਾਈ ਪੜ੍ਹਾਈ ਹੋ ਗਈ, ਹੋਈ ਤਾਂ ਨਹੀਂ ਹੈਗੀ, ਹੋ ਗਈ ਮੰਨ ਲਓ। ਤਾਂ ਫਿਰ ਮੈਂ ਜੇ ਉਹ ਜਾਣਾ ਤਾਂ ਮੈਨੂੰ ਫੜ ਲੈਂਦੇ, ਉਹਦੀ ਸਕੈਨਰ ਲੱਗਿਆ ਹੋਇਆ ਜਾਂ ਮੇਰਾ ਆਈ ਕਾਰਡ ਚੈੱਕ ਕਰਦੇ ਨੇ। ਤਾਂ ਫਿਰ ਮੈਂ ਸਕੀਮ ਲਾਈ ਇੱਕ, ਮੈਂ ਨਾ ਵੇਰਕਾ ਵਾਲਿਆਂ ਦੀ ਬੈਨ ਆਉਂਦੀ ਆ ਤੜਕੇ ਸਾਰੇ ਹੋਸਟਲਾਂ 'ਚ ਦੁੱਧ ਪਹੁੰਚਾਉਣ ਦੇ ਲਈ, ਦੁੱਧ ਦਹੀਂ ਵਗੈਰਾ, ਹੈ ਨਾ, ਪਨੀਰ ਪਨੂਰ। ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਯਾਰ 1000 ਰੁਪਇਆ ਦਿਨ ਦਾ ਦੇ ਦਿਆ ਕਰੂੰਗਾ ਮਿੱਤਰੋ, ਮੈਨੂੰ ਆਪਦੀ ਗੱਡੀ 'ਚ ਵਾੜ ਕੇ ਲੈ ਜਾ ਕਰੂ। ਕਹਿੰਦੇ ਗੱਲ ਹੀ ਕੋਈ ਨਹੀਂ, ਆ ਜਾ ਵਿੱਚ 1000 ਰੁਪਇਆ ਕੱਢ। 1000 ਦਿੱਤਾ, ਮੈਂ ਗੱਡੀ 'ਚ ਬਹਿ ਕੇ ਵਗ ਗਿਆ। ਗੱਡੀ ਨੂੰ ਵਿੱਚੋਂ ਚੈੱਕ ਨਹੀਂ ਉਹ ਕਰਦੇ, ਉਹਨਾਂ ਨੂੰ ਪਤਾ ਵੀ ਵੇਰਕਾ ਵਾਲੇ ਦੁੱਧ ਵਾਲੇ ਆ। ਤੇ ਆਪਾਂ ਜਾ ਕੇ ਦੇ ਕੇ 1000 ਰੁਪਇਆ ਨਿਕਲੇ। ਸਾਰਾ ਦਿਨ ਸ਼ਾਮ ਨੂੰ ਰਹੇ, ਸ਼ਾਮ ਨੂੰ ਫਿਰ ਗੱਡੀ ਆਈ, ਫਿਰ ਵਿੱਚ ਵੜ ਕੇ ਨਿਕਲੇ। ਤਾਂ ਮੈਨੂੰ ਉਹਨਾਂ ਨੇ ਟਨਲ ਪ੍ਰੋਵਾਈਡ ਕਰਾਤੀ। ਤਾਂ ਮੈਂ
ਜਿਹੜਾ ਬਾਹਰ ਅੰਦਰ ਨਹੀਂ ਜਾ ਸਕਦਾ, ਅੰਦਰ ਜਾਣ ਲੱਗ ਗਿਆ, ਉਵੇਂ ਹੀ ਫੇਸਬੁੱਕ 'ਚ ਹੁੰਦਾ ਹੈ। ਫੇਸਬੁੱਕ 'ਚ ਨਹੀਂ, VPN 'ਚ ਹੁੰਦਾ। ਤੁਸੀਂ ਵਰਤਿਆ ਹੋਊ ਸਾਰਿਆਂ ਨੇ। VPN ਦੁਆਰਾ ਅਸੀਂ ਉਹ ਵਾਲੀਆਂ ਵੈਬਸਾਈਟਾਂ ਨੂੰ ਐਕਸੈਸ ਕਰ ਸਕਦੇ ਹਾਂ ਜਿਹੜੀਆਂ ਰਿਸਟ੍ਰਿਕਟ ਕੀਤੀਆਂ ਹੁੰਦੀਆਂ ਨੇ। ਕਲੀਅਰ ਹੋ ਗਈ ਗੱਲ? ਸੋ VPN ਦੇ ਦੋ ਕੰਮ ਹੈ, ਇੱਕ ਤਾਂ ਇਹ ਸਿਕਿਉਰਿਟੀ ਪ੍ਰੋਵਾਈਡ ਕਰਦਾ, ਦੂਸਰਾ ਇਹ ਕਿ ਜੇ ਤੁਹਾਨੂੰ ਰੋਕਿਆ ਹੋਇਆ ਉੱਥੇ ਵੀ ਜਾ ਕੇ ਤੁਸੀਂ ਐਕਸੈਸ ਕਰ ਸਕਦੇ ਹੋ। ਤਾਂ ਜਿਵੇਂ ਪ੍ਰੋਕਸੀ ਲਾ ਸਕਦੇ ਆ VPN, ਜਿਵੇਂ ਹੁਣ ਸੋਰਸ ਐਡਰੈਸ, ਇਹ ਡੈਸਟੀਨੇਸ਼ਨ ਦਾ ਐਡਰੈਸ ਹੈ, ਵੈਸੇ ਇੱਕ ਘੱਟ ਲਿਖਿਆ ਹੋਇਆ, ਇੱਥੇ 4 ਆਕਟੇਟ ਹੁੰਦੇ ਨੇ, 16.16 ਲਾ ਲਓ, 16.16 57.62 ਉਹੀ ਰੈਂਡਮਲੀ ਲਿਖ ਲੈਂਦੇ ਆ .65। ਤਾਂ ਇਹਦਾ ਐਡਰੈਸ ਹੈ, ਡੈਸਟੀਨੇਸ਼ਨ ਦਾ ਐਡਰੈਸ ਹੈ ਜਿੱਥੇ ਜਾਣਾ। ਮੰਨ ਲਓ ਇਹ ਫੇਸਬੁੱਕ ਦਾ IP ਐਡਰੈਸ ਹੈ, ਇੱਥੇ ਜਾਣਾ ਆ ਕੰਪਿਊਟਰ ਨੇ, ਤਾਂ ਇਹ ਪ੍ਰੋਕਸੀ ਦੇ ਨਾਲ ਵੀ ਜਾ ਸਕਦਾ। ਪ੍ਰੋਕਸੀ ਲਾ ਕੇ ਇਹਨੂੰ ਐਂ ਲੱਗੂ ਇੰਟਰਨੈਟ ਨੂੰ ਵੀ ਇਹ ਤਾਂ ਆਹ ਐਡਰੈਸ ਤੇ ਜਾ ਰਿਹਾ, ਹੋਰ ਐਡਰੈਸ ਤੇ ਜਾ ਰਿਹਾ, ਤਾਂ ਇਹ ਨਹੀਂ ਰੋਕੂਗਾ। ਜਿਵੇਂ ਇਹ ਵੀ ਫੇਸਬੁੱਕ ਤੇ ਜਾ ਰਿਹਾ, VPN ਵੀ ਕੀ ਕਰ ਦੂਗਾ, ਕੋਈ ਹੋਰ ਐਡਰੈਸ ਦੱਸ ਦੂਗਾ। VPN ਪ੍ਰੋਕਸੀ ਦੇ ਵਿੱਚ ਦੇਖੋ ਸਿਕਿਉਰਿਟੀ ਨਹੀਂ ਹੈਗੀ, ਇਹਦੇ ਵਿੱਚ ਸਿਕਿਉਰਿਟੀ ਵੀ ਹੈ, ਲੌਕ ਜਿਹਾ ਲੱਗਿਆ ਹੋਇਆ ਨਾ। ਪ੍ਰੋਕਸੀ ਜਿਹੜਾ ਬਾਈਪਾਸ ਤਾਂ ਕਰਾ ਦਿੰਦਾ, ਜਿਵੇਂ ਆਪਾਂ ਕਹਿੰਦੇ ਵੀ ਕਲਾਸ ਦੇ ਵਿੱਚ ਉਹਦੀ ਪ੍ਰੋਕਸੀ ਬੋਲਤੀ, ਅਟੈਂਡੈਂਸ ਕਿਸੇ ਨੇ ਬੋਲਤੀ, ਉਹਨੂੰ ਪ੍ਰੋਕਸੀ ਬੋਲ ਦਿੰਦੇ ਆ। ਪ੍ਰੋਕਸੀ ਜਿਹੜੀ ਹੈ ਸਿਕਿਉਰਿਟੀ ਨਹੀਂ ਹੈ। ਪ੍ਰੋਕਸੀ ਕਿਵੇਂ ਲਾਵਾਂਗੇ? ਜੇਕਰ ਮੈਂ ਚਲਾ ਗਿਆ ਕਿਸੇ ਨਾਲ ਮੋਟਰਸਾਈਕਲ 'ਤੇ ਜਾਂ ਕਿਸੇ ਦੀ ਗੱਡੀ 'ਚ ਬਹਿ ਕੇ, ਉੱਥੇ ਤਾਂ ਇਨਕੁਆਇਰੀ ਹੋ ਸਕਦੀ ਹੈ, ਜਾਂ ਗੋਲੀਆਂ ਮਾਰ ਸਕਦਾ ਕੋਈ। ਜਿਹੜੀ ਮੈਂ ਬੇਰਕਾਲਿਆਂ ਦੀ ਵੈਨ 'ਚ ਗਿਆ, ਉਹ ਕਹਿ ਲਓ ਵੀ ਵਾਟਰਪ੍ਰੂਫ ਤਾਂ ਕਿਹੜਾ ਮੈਂ ਭੇਜਦਾ, ਉਹ ਬੁਲਟ ਪ੍ਰੂਫ ਹੈ। ਤਾਂ ਬੁਲਟ ਪ੍ਰੂਫ ਸਿਕਿਉਰਿਟੀ ਵੀ ਹੋ ਗਈ ਹੈ, ਯਾਦ ਰੱਖੋ VPN ਬੁਲਟ ਪ੍ਰੂਫ ਹੁੰਦਾ ਹੈ। ਕਲੀਅਰ ਹੋਈ ਗੱਲ? ਆ ਰਿਹਾ ਨਾ ਨਜ਼ਾਰਾ? ਹਾਂ, ਚਲੋ ਅੱਗੇ ਚੱਲਦੇ ਹਾਂ। ਵਿਚ ਆਫ ਦੀ ਫੋਲੋਇੰਗ ਆਰ ਦੋਜ਼ ਅਬਸਟੈਕਲਸ, ਕਹਿੰਦਾ ਉਹ ਵਾਲੀਆਂ ਅਬਸਟੈਕਲ ਕੀ ਹੁੰਦਾ ਹੈ? ਰੁਕਾਵਟਾਂ ਦੈਟ ਯੂ ਨੀਡ ਟੂ ਓਵਰਕਮ, ਜਿਹੜੀਆਂ ਤੁਹਾਨੂੰ ਰਿਮੂਵ ਕਰਨੀਆਂ ਪੈਣਗੀਆਂ। ਇਹੋ ਜਿਹੇ ਸ਼ਬਦ ਨਾ ਇਹਨਾਂ ਨੂੰ ਮਾਰਕ ਕਰੋਗੇ, ਦੁਬਾਰੇ ਕੁਐਸਚਨ ਪੜ੍ਹਨਾ ਸੌਖਾ ਹੋ ਜਾਊਗਾ। ਮੰਨ ਲਓ ਹੁਣ ਮੈਂ ਤੁਹਾਨੂੰ ਚਲੋ ਨਾਲ ਕਰਕੇ ਦਿਖਾਉਣਾ। ਫੋਲੋਇੰਗ ਅਬਸਟੈਕਲ ਦੈਟ ਆਰ ਯੂ ਨੀਡ ਟੂ ਓਵਰਕਮ ਸੋ ਦੈਟ ਯੂ ਕੈਨ ਸਟਾਰਟ ਜਨਰੇਟਿੰਗ ਯੂਅਰ ਸ਼ੇਅਰ ਆਫ ਦੀ ਇੰਟਰਨੈਟ ਰੈਵਨਿਊ ਫਰੋਮ ਦੀ ਵੈਬਸਾਈਟਾਂ ਤੋਂ ਰੈਵਨਿਊ ਲੈਣਾ ਤੁਸੀਂ ਕਿਵੇਂ ਸਟਾਰਟ ਕਰੋਗੇ, ਉਹਦੇ ਵਿੱਚ ਕਿਹੜੀਆਂ ਅਬਸਟੈਕਲਾਂ ਨੇ? ਤੁਸੀਂ ਪੜ੍ਹਿਆ ਵੈਬ ਡਿਜ਼ਾਈਨਿੰਗ ਦੀ ਵੈਬਸਾਈਟ, ਗੈਟਿੰਗ ਵਿਜ਼ਟਰ ਟੂ ਦੀ ਵੈਬਸਾਈਟ, ਕਨਵਰਟਿੰਗ ਵਿਜ਼ਟਰ ਟੂ ਦੀ ਕਸਟਮਰ। ਤੁਹਾਨੂੰ ਲੱਗਿਆ ਵੀ ਯਾਰ ਵੈਬਸਾਈਟ ਹਰ ਵਾਰੀ ਕੋਈ ਅਬਸਟੈਕਲ ਤਾਂ ਨਹੀਂ ਆਉਂਦੀ। ਆਪਾਂ ਮੰਨ ਲਓ ਕੋਈ ਮੈਂ ਕੰਮ ਸ਼ੁਰੂ ਕਰਿਆ, ਮੰਨ ਲਓ ਮੈਂ YouTube ਚੈਨਲ ਸ਼ੁਰੂ ਕਰਿਆ, ਮੈਂ ਚਾਹੁੰਦਾ ਵੀ ਯਾਰ ਮੇਰੇ ਬਹੁਤ ਸਾਰੇ ਸਬਸਕ੍ਰਾਈਬਰ ਹੋ ਜਾਣ ਇੰਸਟਾਗ੍ਰਾਮ ਤੇ, YouTube ਤੇ, ਤਾਂ ਮੈਂ ਕੀ ਕਰਾਂ ਐਵੇਂ ਦਾ? ਤਾਂ ਮੈਨੂੰ ਕੀ ਹੋ ਜਾਊਗਾ, ਮੈਨੂੰ ਵਿਜ਼ਟਰ ਵਧਾਉਣੇ ਪੈਣਗੇ। ਇਹ ਤਾਂ ਮੈਨੂੰ ਸਮਝ ਆ ਗਈ ਵੀ ਹਾਂ ਯਾਰ ਗੈਟਿੰਗ ਵਿਜ਼ਟਰ ਟੂ ਦੀ ਵੈਬਸਾਈਟ ਇਹ ਅਬਸਟੈਕਲ ਹੈ, ਕਿ ਇਹ ਅਬਸਟੈਕਲ ਨੂੰ ਮੈਂ ਓਵਰਕਮ ਕਰਨਾ, ਕਿ ਮੇਰੇ ਕੋਲ ਜ਼ਿਆਦਾ ਤੋਂ ਜ਼ਿਆਦਾ ਬੰਦੇ ਆਉਣ। ਉਹ ਕਿਵੇਂ ਆਉਣਗੇ? ਜੇ ਮੈਂ ਵਧੀਆ ਪੜ੍ਹਾਊਂਗਾ, ਜੇ ਮੇਰੇ 'ਚ ਕੋਈ ਕੁਆਲਿਟੀ ਹੋਊਗੀ, ਚੀਜ਼ਾਂ ਮੈਂ ਵਧੀਆ ਕਰਾਊਂਗਾ, ਤਾਂ ਬੰਦੇ ਆਪਣੇ ਆਪ ਹੀ ਆਉਣਗੇ, ਬੰਦੇ ਤੁਹਾਡਾ ਸਪੋਰਟ ਕਰਨਗੇ। ਤੁਸੀਂ ਬੰਦਿਆਂ ਦੇ ਲਈ ਕੰਮ ਕਰੋਗੇ, ਬੰਦੇ ਤੁਹਾਡੇ ਨਾਲ ਖੜਨਗੇ, ਹੈ ਨਾ, ਜਿਵੇਂ ਤੁਸੀਂ ਖੜ ਹੀ ਰਹੇ ਹੋ ਸਾਰੇ, ਮੈਨੂੰ ਬਹੁਤ ਵਧੀਆ ਵੀ ਲੱਗ ਰਿਹਾ। ਸੋ ਅਗਲਾ ਹੈ ਜਿਵੇਂ ਕਨਵਰਟਿੰਗ ਵਿਜ਼ਟਰ ਟੂ ਕੰਜ਼ਿਊਮਰ। ਜਿਵੇਂ ਕੋਈ ਮੇਰੇ ਕੋਲੇ ਫਲਿੱਪਕਾਰਟ ਹੈ, ਐਮਾਜ਼ੋਨ ਹੈ, ਉੱਥੇ ਤਾਂ ਮੈਂ ਚੀਜ਼ਾਂ ਵੇਚਣੀਆਂ ਨੇ ਨਾ ਮੇਰੀਆਂ, ਖਰੀਦਣ। ਇੱਥੇ ਤਾਂ ਮੈਂ ਤੁਹਾਨੂੰ ਨੋਟਸ ਫ੍ਰੀ ਦੇ ਰਿਹਾ, ਮੈਂ ਕਿਹੜਾ ਕੰਜ਼ਿਊਮਰ ਬਣਾਉਣਾ ਤੁਹਾਨੂੰ ਵੀ ਤੁਸੀਂ ਮੈਨੂੰ ਪੈਸੇ ਦਿਓ, ਹੈ ਨਾ। ਸੋ ਉੱਥੇ ਮੈਂ ਤੁਹਾਨੂੰ ਐਂ ਹੋਊਗਾ ਮੈਂ ਉਹਦੀਆਂ ਚੀਜ਼ਾਂ ਵੇਚਾਂ, ਅਤੇ ਚੀਜ਼ਾਂ ਮੇਰੀਆਂ ਤਾਂ ਹੀ ਵਿਕਣੀਆਂ ਜੇ ਪੈਸੇ ਘੱਟ ਹੋਣਗੇ, ਕੁਆਲਿਟੀ ਵਧੀਆ ਹੋਊਗੀ, ਤਾਂ ਹੀ ਬੰਦੇ ਇੱਕ ਦੂਜੇ ਨੂੰ ਦੱਸਦੇ ਆ ਨਾ ਵੀ ਆਪਾਂ ਉਹਦੇ ਤੋਂ ਖਰੀਦੋ ਯਾਰ। ਤਾਂ ਫਿਰ ਇਹ 2 ਪੁਆਇੰਟ ਤਾਂ ਮੈਨੂੰ ਲੱਗ ਗਏ ਵੀ ਠੀਕ ਨੇ। ਤੀਜਾ ਯਾਰ ਮੇਰੇ ਡਾਊਟ 'ਚ ਹੈ, ਤਾਂ ਮੈਂ ਸੋਚਿਆ ਮੈਂ ਕੁਐਸਚਨ ਬਾਅਦ 'ਚ ਕਰੂੰਗਾ। ਤਾਂ ਇਹਨੂੰ ਤੁਸੀਂ ਗੋਲਾ ਲਾ ਲਓ, ਮੈਂ ਪਹਿਲਾਂ ਵੀ ਦੱਸਿਆ ਹੋਇਆ ਸੀ, ਗੋਲਾ ਲਾ ਲਓ। ਅਤੇ ਇੱਥੇ ਤੁਹਾਨੂੰ ਪਤਾ ਲੱਗ ਗਿਆ ਸੈਕਿੰਡ ਅਤੇ ਦੂਸਰਾ ਤਾਂ ਹੈਗਾ ਹੀ ਆ। ਤੁਹਾਨੂੰ ਇੱਕ ਤਾਂ ਲੱਗਦਾ ਵੀ ਆਹ ਠੀਕ ਹੋ ਸਕਦਾ ਯਾਰ, ਜਾਂ ਆਹ ਠੀਕ ਹੋ ਸਕਦਾ, ਤਾਂ ਇਹਨਾਂ ਦੋਨਾਂ 'ਤੇ ਗੋਲੇ ਲਾ ਲਓ। ਆਹ ਵੀ ਹੋ ਸਕਦਾ, ਆਹ ਵੀ ਹੋ ਸਕਦਾ, ਅਤੇ ਇਹਨੂੰ ਛੱਡ ਕੇ ਵਗ ਜਾਓ। ਇਹਨੂੰ ਬਾਅਦ 'ਚ ਆਏ, ਜਿਹਨੂੰ ਤੁਸੀਂ ਕੁਐਸਚਨ ਪੜ੍ਹਿਆ, ਪਹਿਲਾਂ ਤੁਸੀਂ ਇਹਦੇ 'ਤੇ 1 ਮਿੰਟ ਲਾ ਕੇ ਗਏ ਸੀ ਜਿਹੜਾ, ਉਹ ਤੁਹਾਡਾ ਵੇਸਟ ਨਹੀਂ ਹੋਊਗਾ। ਕਿਉਂ ਨਹੀਂ ਵੇਸਟ ਹੋਊਗਾ? ਕਿਉਂਕਿ ਦੁਬਾਰੇ ਪੜ੍ਹ ਕੇ ਆਉਂਗੇ, ਦਿਮਾਗ ਤੁਹਾਡਾ ਬਾਹਲੇ ਪਾਸੇ ਤੁਰਿਆ ਫਿਰਦਾ ਹੁੰਦਾ, ਟਾਈਮ ਥੋੜ੍ਹਾ ਹੁੰਦਾ, ਉਦੋਂ ਬੜਾ ਮਨ 'ਚ ਐਂ ਲੱਗਦਾ ਹੁੰਦਾ ਵੀ ਆਹ ਵੀ ਹੋ ਜਾਏ, ਆਹ ਵੀ ਇੱਕ ਚੀਜ਼ ਥੋੜ੍ਹਾ ਚੱਲ ਰਹੀ ਹੁੰਦੀ ਹੈ। ਤਾਂ ਉਦੋਂ ਜਿਹਨੂੰ ਤੁਸੀਂ ਆਹ ਜਿਹੜਾ ਮਾਰਕ ਕੀਤਾ ਹੋਊਗਾ ਅਬਸਟੈਕਲ, ਓਵਰਕਮਿੰਗ, ਇਹਨਾਂ ਤੋਂ ਜਲਦੀ ਦਿਮਾਗ 'ਚ ਆ ਜਾਊਗਾ ਵੀ ਅਬਸਟੈਕਲ ਕਿਹੜੇ ਸੀ, ਕਾਹਨੂੰ ਓਵਰਕਮ ਕਰਨ ਦੇ, ਜਨਰੇਟਿੰਗ ਸ਼ੇਅਰ ਵਗੈਰਾ ਨੂੰ, ਹੈ ਨਾ। ਤਾਂ ਆਪਾਂ ਕਿਹੜੇ ਆਪਸ਼ਨਾਂ ਲਾ ਚੁੱਕੇ ਸੀਗੇ? ਇੱਕ ਤਾਂ B ਲੱਗਦਾ ਸੀ ਆਪਾਂ ਨੂੰ, ਇੱਕ D ਲੱਗਦਾ ਸੀ, ਯਾਨੀ ਕਿ ਦੋਨੇ ਹੱਲ, ਪਹਿਲੇ ਦੂਜਾ ਤੀਜਾ ਠੀਕ ਨੇ। ਫਿਰ ਆਪਾਂ ਦੁਬਾਰੇ ਦੇਖਦੇ ਹਾਂ ਵੀ ਡਿਜ਼ਾਈਨਿੰਗ ਵੈਬਸਾਈਟ, ਯਾਰ ਵੈਬਸਾਈਟ ਡਿਜ਼ਾਈਨਿੰਗ ਕਰਨ ਦੀ ਅਬਸਟੈਕਲ ਥੋੜ੍ਹਾ ਹੈ। ਮੈਂ ਇੱਕ ਵਾਰੀ YouTube ਚੈਨਲ ਬਣਾ ਲਿਆ, ਇੱਕ ਵਾਰੀ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਬਣਾ ਲਿਆ, ਜਾਂ ਮੈਂ ਫਲਿੱਪਕਾਰਟ ਦੀ ਵੈਬਸਾਈਟ ਬਣਾ ਲਈ, ਰੋਜ਼ ਤਾਂ ਨਹੀਂ ਉਹ ਅਬਸਟੈਕਲ ਆਉਂਦੀ, ਤਾਂ ਇਹ ਅਬਸਟੈਕਲ ਨਹੀਂ ਹੈ। ਤਾਂ ਮੇਰਾ ਆਨਸਰ ਫਿਰ ਲਾਸਟ 2 ਠੀਕ ਹੈ। ਇਹਨੂੰ ਛੱਡ ਦਿਓ, ਇਹਦੇ ਟਿੱਕ ਲਾ ਦਿਓ, ਇਹਦੇ 'ਤੇ ਟਿੱਕ ਲਾ ਕੇ D ਲਾ ਦਿਓ, ਅਤੇ ਨਾਲ ਦੀ ਨਾਲ ਉੱਧਰ OMR ਚੱਕ ਕੇ ਉੱਥੇ ਡਾਟ ਜਾ ਲਾ ਦਿਓ। ਇਹ ਆਪਾਂ ਨੂੰ ਪਤਾ ਹੋ ਜਾਊਗਾ ਵੀ ਡਨ ਹੋ ਗਿਆ। ਜਾਂ ਤੁਸੀਂ ਆਪਦਾ ਕੋਈ ਵੀ ਕੋਡ ਰੱਖ ਸਕਦੇ ਹੋ, ਅਤੇ ਇੱਥੇ ਵੀ ਟਿੱਕ ਲਾਏ ਤੋਂ ਪਤਾ ਲੱਗ ਜਾਊਗਾ। ਬਾਅਦ 'ਚ ਘਰੇ ਆ ਜਾਓਗੇ, ਤੁਹਾਨੂੰ ਪਤਾ ਲੱਗ ਜਾਊਗੀ ਯਾਰ ਮੈਨੂੰ ਪਹਿਲਾਂ ਤਾਂ ਆਹ ਦੋਨੇ ਲੱਗਦੇ ਸੀ, ਜਿਹੜੇ 'ਤੇ ਮੈਂ ਠੀਕਾ ਜਿਹਾ ਲਾ ਕੇ ਆਇਆ, ਮੇਰਾ ਉਹੀ ਠੀਕ ਹੈ। ਸੋ ਇੱਕ ਤਰੀਕਾ ਹੈ,
ठीक है, आंसर आप देख लीजिए किहड़ा डी आंसर है। क्लीयर हुई गल। तो वट इज द फुल फॉर्म ऑफ FDM इन 3D प्रिंटिंग टैक्नोलॉजी। लास्ट वीडियो च भी मैं दस चुकिया कि जी आह 3D प्रिंटिंग टैक्नोलॉजी है ये इन्हों दियां ही फुल फॉर्म पूछिया जांदियां ने। पिछली दे विच SLA ते गल कीती सी आपां, अज FDM की पूछ रही फ्यूज डिपोजिशन मॉडलिंग। तो मैं पिछली वीडियो च डिटेल च करा चुके हैं, आप नहीं टाइम वेस्ट करते। अगला क्वेश्चन है बिफोर यूजिंग न्यू मोबाइल फोन विच ऑफ द फॉलोइंग स्टैप्स शुड बी फॉलोड। कहता नवा मोबाइल फोन वरतन तो पहला किहड़े स्टैप तुहानूं फॉलो करने चाहिए ने। रिकॉर्ड दी IMEI नंबर, बहुत बारी दस चुके हैं IMEI नंबर की हुंदा है। रीड मैन्युफैक्चरर्स मैनुअली मैनुअल केयरफुली। जदों कोई भी असीं चीज़ लियाउने नाल उहदे मैनुअल दिता हुंदा, कोई फ्रिज खरीददे आ AC खरीददे आ, वो मैनुअल हुंदा, वो पढ़ना जरूरी हुंदा। नहीं तो असीं कई बारी की करदे आ, कोई चीज़ नूं असैंबल करन वाली हुंदी उहनां धक्का मुक्की करके उहदे ते जोर मेश करके तोड़ दिंदे आ। मैनुअल पढ़ना चाहिए, बहुत सारिया चीज़ां च सानू कुछ पता ही नहीं होंगे स्टैप, है ना। तो पहला है रिकॉर्ड IMEI नंबर। IMEI बारे थोड़ा जिहा पढ़ लेंगे। IMEI नंबर होंदा इंटरनेशनल मोबाइल इक्विपमेंट आइडेंटिटी। ये अपने कोले मोबाइल जिवें अपने कोल 10 नंबरां दा हुंदा ना मोबाइल फोन दे विच 10 डिजिट्स होंदे ने। क्लीयर, 10 डिजिट्स होंदे ने। बट जे बंदा सिम का नंबर सिम का कढ़ के सिट दूगा तो मोबाइल की आइडेंटिटी किहदे नाल हुंदी है, हार्डवेयर की आइडेंटिटी वो IMEI नंबर नाल हुंदी है। तो यह 15 डिजिट का हुंदा है। ठीक है, ये आ वाला स्टार #06 हैश ये तुसीं तुहाडे फोन ते टाइप करो, तुहाडा IMEI नंबर निकले आउणगे। जे तुहाडे कोले 2 सिम ने तो 2 वो कढ़ दूगा। क्यों? क्योंकि ਜਿਹੜੇ ਜਿਹੜੇ तरीके ਹੁੰਦੇ ਨੇ मोबाइल फोन ਦੇ ਵਿੱਚੋਂ ਬਾਹਰ ਕਮਿਊਨੀਕੇਟ ਕਰਨ ਦੇ ਜਿੰਨੇ ਰਸਤੇ ਹੁੰਦੇ ਨੇ ਉਹਦਾ ਫਿਰ ਉਹ ਕੀ ਹੋ ਜਾਂਦਾ IMEI ਨੰਬਰ ਹੁੰਦਾ। ਜੇ ਮੰਨ ਲਓ ਇੱਕੋ ਹੀ IMEI ਨੰਬਰ ਹੋਵੇ ਫਿਰ ਉਹਦੇ ਨਾਲ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਤਾਂ ਜਿੰਨੇ ਸਿਮ ਹੋਣਗੇ ਉਨੇ IMEI ਨੰਬਰ ਹੋਣਗੇ। ਜੇ ਤੁਹਾਡਾ ਫੋਨ ਗਵਾਚ ਗਿਆ, ਜੇ ਤੁਹਾਨੂੰ IMEI ਨੰਬਰ ਯਾਦ ਆ ਤਾਂ ਫੋਨ ਆਪਾਂ ਟਰੇਸ ਕਰ ਸਕਦੇ ਹਾਂ। ਤਾਂ ਇਹਨੂੰ ਲਿਖ ਕੇ ਰੱਖਣਾ ਚਾਹੀਦਾ। ਠੀਕ ਹੈ, ਤੇ ਨਾਲ ਲੱਗਦਾ ਪੱਕ ਮੈਂ ਲਾਸਟ ਵੀਡੀਓ 'ਚ ਦੱਸਿਆ ਸੀ ਪੱਕ ਹੁੰਦਾ ਪਰਸਨਲ ਅਨਬਲੋਕਿੰਗ ਕੀ ਜਾਂ ਕੋਡ, ਤੇ ਇਹ 8 ਬਿਟ ਦਾ ਹੁੰਦਾ ਹੈ। ਤੇ ਇਹ 4 ਜਿਹੜਾ ਪਿੰਨ ਹੁੰਦਾ ਇਹ 4 ਡਿਜਿਟ ਦਾ ਹੁੰਦਾ। ਕਲੀਅਰ ਹੋਈ ਗੱਲ। ਸੋ ਇਹ ਤੁਸੀਂ ਦੇਖ ਸਕਦੇ ਹੋ। ਸੋ ਇਹਦੇ ਫਿਰ ਦੋਨੋਂ ਹੀ ਠੀਕ ਨੇ, ਬੋਥ A ਐਂਡ ਬੋਥ 1 ਐਂਡ 2। ਕਲੀਅਰ ਹੋਈ ਗੱਲ। 26ਵਾਂ ਕੁਐਸਚਨ ਵਿਚ ਆਫ ਦੀ ਫੋਲੋਇੰਗ ਆਰ ਦੀ ਬ੍ਰਾਂਡ ਆਫ ਮੋਬਾਈਲ ਫੋਨਸ। ਕਹਿੰਦਾ ਮੋਬਾਈਲ ਫੋਨ ਦੇ ਕਿਹੜੇ ਬ੍ਰਾਂਡ ਨੇ। ਇਹ ਵੀ ਆਪਾਂ ਨੂੰ ਪਤਾ ਨੋਕੀਆ, ਸੈਮਸੰਗ, ਐਪਲ, ਜਿਓਨੀ ਦੇ ਫੋਨ ਵੀ ਆਉਂਦੇ ਨੇ, ਹੈ ਨਾ। ਸਾਰੇ ਇਹ ਮੋਬਾਈਲ ਫੋਨ ਦੇ ਬ੍ਰਾਂਡ ਨੇ। ਤੇ ਇਹਦੇ ਤੋਂ ਬਿਨਾਂ ਮੋਬਾਈਲ ਦੀਆਂ ਕਿਹੜੀਆਂ ਕਿਹੜੀਆਂ ਕੰਪਨੀਆਂ ਨੇ। ਜਿਵੇਂ ਨੋਕੀਆ ਹੈ, ਇਹ ਫਿਨਲੈਂਡ ਦੀ ਹੈ। ਇਹਦਾ ਈਅਰ ਪੁੱਛਿਆ ਜਾਂਦਾ ਕਈ ਵਾਰੀ, ਬਹੁਤ ਇੰਪੋਰਟੈਂਟ ਹੈ। ਫਿਨਲੈਂਡ ਦੀ ਕੰਪਨੀ 1865 ਦੇ ਵਿੱਚ ਬਣੀ ਸੀ, ਸਭ ਤੋਂ ਪੁਰਾਣੀ ਕੰਪਨੀ ਸੀ। ਕਿਸੇ ਟਾਈਮ ਤੇ ਨੋਕੀਆ ਨੇ ਵੀ ਬਹੁਤ ਕੁੱਤੀਆਂ ਕੰਧਾਂ ਤੇ ਚੜਾਈਆਂ, ਇਹਨਾਂ ਦਾ ਵੀ ਰਾਜ ਰਿਹਾ। ਪਰ ਹੌਲੀ ਹੌਲੀ ਇਹ ਐਂਡਰੋਇਡ ਤੇ ਸ਼ਿਫਟ ਨਹੀਂ ਹੋਏ। ਇਹ ਬੰਦੇ ਆਪਦੇ ਕਹਿ ਲਓ ਵੀ ਇਹਨਾਂ ਦਾ ਆਪਰੇਟਿੰਗ ਸਿਸਟਮ ਸੀਗਾ ਕੀ ਸੀਗਾ ਨਾਮ ਭੁੱਲ ਗਿਆ ਮੈਂ ਉਹਦਾ। ਸਿੰਬੀਅਨ, SYMBIN, ਸਿੰਬੀਅਨ ਆਪਰੇਟਿੰਗ ਸਿਸਟਮ ਤੇ ਰਹੇ ਨੇ। ਇਹ ਸ਼ਿਫਟ ਨਹੀਂ ਹੋਏ ਸੀ ਤਾਂ ਫਿਰ ਹੌਲੀ ਹੌਲੀ ਡਾਊਨਫਾਲ ਆਇਆ। ਮੋਟਰੋਲਾ ਵੀ ਪੁਰਾਣੀ ਕੰਪਨੀ ਹੈ। ਸੈਮਸੰਗ ਹੋ ਗਿਆ, ਐਪਲ US ਦੀ ਹੈ ਨਾ। ਇਹ ਸਟੀਵ ਜੌਬਸ, ਇਹ ਬੰਦੇ ਦਾ ਨਾਮ ਯਾਦ ਰੱਖਣਾ। ਦਾ ਫਾਊਂਡਰ ਕੌਣ ਸੀ? ਸਟੀਵ ਜੌਬ, ਬਹੁਤ ਤਕੜਾ ਬੰਦਾ ਸੀ ਇਹ ਵੀ, ਹੈ ਨਾ। ਸਟੀਵ ਜੌਬਸ, ਡਾਟ ਕਨੈਕਟਿੰਗ ਵਾਲਾ। LG ਸਾਊਥ ਕੋਰੀਆ ਦੀ ਹੈ, ਹਵਾਈ ਚਾਈਨਾ ਦੀ ਹੈ, ਗੂਗਲ ਅਮਰੀਕਾ ਦੀ ਹੈ, ਇਹ ਵੀ ਫੋਨ ਬਣਾਉਂਦੇ ਆ। ਜਿਹੜੇ ਮੋਟੋ ਜੀ ਨਹੀਂ ਪੜ੍ਹਦੇ ਆਪਾਂ, ਮੋਟੋ ਜੀ ਉਹ ਮੋਟਰੋਲਾ ਦੇ, ਇਹਨਾਂ ਨੇ ਮੋਟਰੋਲਾ ਖਰੀਦ ਲਈ ਸੀ ਬਾਅਦ 'ਚ ਗੂਗਲ ਨੇ। ਓਪੋ, ਵੀਵੋ, ਸ਼ਾਓਮੀ ਇਹ ਚਾਈਨਾ ਦੇ ਨੇ ਬ੍ਰਾਂਡ ਸਾਰੇ। ਤੇ OnePlus ਇਹ ਵੀ ਚਾਈਨਾ ਦਾ ਹੈ। Redmi is a subsidiary company owned by Chinese electronics company Xiaomi। Redmi ਤੇ Xiaomi ਇਹ ਉਹਨਾਂ ਦੀਆਂ ਹੀ ਅਲੋਇਜ਼ ਨੇ। ਕਲੀਅਰ ਹੋਈ ਗੱਲ। ਤਾਂ ਅਗਲਾ ਬੜਾ ਵਧੀਆ ਕੁਐਸਚਨ ਆ ਗਿਆ GSM ਵਾਲਾ। ਇਹਦੀ ਆਪਾਂ ਥਿਊਰੀ ਪੜਾਉਂਗਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਕਰਕੇ, ਹੈ ਨਾ। ਥੋੜਾ ਜਿਹਾ ਲੱਗਣਗੇ 5-4 ਮਿੰਟ, ਸੁਣਿਓ ਧਿਆਨ ਨਾਲ। ਕਹਿੰਦਾ ਬਟ ਇਜ਼ ਨੋਟ, ਇਹਨੂੰ ਚੀਜ਼ ਨੂੰ ਤਾਂ ਆਪਾਂ ਭੱਜ ਕੇ ਪੈਂਦੇ ਹਾਂ, ਇਹਨੂੰ ਤਾਂ ਆਪਾਂ ਸਰਕਲ ਕਰਨਾ ਹੀ ਕਰਨਾ। ਬਟ ਇਜ਼ ਨੋਟ ਕੰਪੋਨੈਂਟ ਆਫ GSM ਨੈਟਵਰਕ। ਠੀਕ ਹੈ, GSM ਨੈਟਵਰਕ ਦਾ ਕਿਹੜਾ ਕੰਪੋਨੈਂਟ ਨਹੀਂ ਹੈਗਾ। ਠੀਕ ਹੈ, 1 ਮਿੰਟ ਰੁਕ ਜਾਓ ਬਸ। ਹਾਂਜੀ, ਆਪਾਂ GSM ਬਾਰੇ ਗੱਲਬਾਤ ਕਰ ਰਹੇ ਸੀਗੇ। GSM ਜਿਹੜਾ ਹੈ, ਪਹਿਲਾਂ ਇਹ ਆਪਾਂ ਨੂੰ ਇਹ ਸਮਝਣਾ ਪਊਗਾ ਕਿ GSM ਕੀ ਹੈ, ਫਿਰ ਹੀ ਆਪਾਂ ਇਹ ਕੁਐਸਚਨ ਸੋਲਵ ਕਰ ਸਕਦੇ ਹਾਂ। ਕਿਉਂਕਿ ਇਹਦੇ 'ਚੋਂ ਕੁਐਸਚਨ ਹੋਰ ਵੀ ਪੁੱਛਿਆ ਜਾ ਸਕਦਾ ਹੈ। ਤੇ ਟੌਪਿਕ ਥੋੜਾ ਜਿਹਾ ਟੇਢਾ, ਇਹ ਸੌਖਾ ਬਹੁਤ ਹੈ, ਡੇਲੀ ਲਾਈਫ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਮੈਂ ਡਿਟੇਲ 'ਚ ਕਰਾਉਂਗਾ, ਫਿਰ ਤੁਹਾਨੂੰ ਚੀਜ਼ਾਂ ਸਮਝ ਆਉਣਗੀਆਂ, ਹੈ ਨਾ। ਤਾਂ GSM ਪਹਿਲਾਂ ਤਾਂ ਐਬਰੀਵੇਸ਼ਨ ਪੁੱਛ ਸਕਦਾ। GSM ਦੀ ਐਬਰੀਵੇਸ਼ਨ ਹੁੰਦੀ ਹੈ ਗਲੋਬਲ ਸਿਸਟਮ ਫॉर मोबाइल कम्युनिकेशन।
ਗਲੋਬਲ ਸਿਸਟਮ ਫॉर ਮੋਬਾਈਲ ਕਮਿਊਨੀਕੇਸ਼ਨ। ਜਿੰਨੇ ਵੀ ਆਪਾਂ ਕਾਲ ਕਰਦੇ ਹਾਂ ਅੱਜ ਕੱਲ੍ਹ ਹੈ ਨਾ, ਆਪਾਂ ਸਿਮ ਦੁਆਰਾ ਕਾਲ ਨਹੀਂ ਕਰਦੇ, ਉਹ ਸਾਰਾ GSM ਨੈਟਵਰਕ ਹੁੰਦਾ ਹੈ। ਜਿਵੇਂ ਉਹਦੇ ਅੱਗੇ 2G ਆ ਗਿਆ, 3G ਆ ਗਿਆ, 4G ਆ ਗਿਆ, LTE ਆ ਗਿਆ, WCDMA ਹੋ ਗਿਆ, TDMA, ਉਹ 'ਚ ਟੈਕਨੋਲੋਜੀ ਯੂਜ਼ ਹੁੰਦੀਆਂ ਨੇ। ਤਾਂ GSM ਇੱਕ ਬੇਸਿਕ ਸਟਰਕਚਰ ਹੈ ਤੇ ਇਹ ਡਿਜੀਟਲ ਹੈ, ਠੀਕ ਹੈ, ਡਿਜੀਟਲ ਨੈਟਵਰਕ ਆ, ਐਨਾਲੌਗ ਐਂਡ ਡਿਜੀਟਲ ਦੋਨੋਂ ਹੀ ਫੋਲੋ ਕਰਦਾ। ਤੇ ਪਹਿਲਾ ਜਿਹੜਾ ਸੀਗਾ 1G ਸੀਗਾ ਜਿਹੜਾ, ਉਹ ਐਨਾਲੌਗ ਸੀ। ਉਸ ਤੋਂ ਬਾਅਦ 2G ਤੋਂ ਬਾਅਦ ਡਿਜੀਟਲ ਸ਼ੁਰੂ ਹੋ ਗਈਆਂ ਚੀਜ਼ਾਂ। ਚਲੋ ਡਿਟੇਲ 'ਚ ਜਾਣ ਦੀ ਲੋੜ ਨਹੀਂ, ਨੋਟਸਾਂ 'ਚ ਮੈਂ ਆਲਰੇਡੀ ਗੱਲ ਦਿੱਤੀ ਹੋਈ ਹੈ। ਜਿੰਨਾ ਕੁ ਕੁਐਸਚਨ ਦੇ ਵਿੱਚ ਆਊਗਾ ਉਹਨਾਂ ਕਿ ਮੈਂ ਕਰਾ ਰਿਹਾ, ਨਹੀਂ ਤਾਂ ਫਿਰ ਬਹੁਤ ਟਾਈਮ ਲੱਗ ਜੂਗਾ ਆਪਾਂ ਨੂੰ, ਹੈ ਨਾ। ਤੇ ਹੁਣ ਆਪਾਂ GSM ਦਾ ਸਟਰਕਚਰ ਦੇਖਦੇ ਹਾਂ। ਦੇਖੋ ਇਹ GSM ਦਾ ਸਟਰਕਚਰ ਹੈ, GSM ਸਟਰਕਚਰ, ਗਲੋਬਲ ਸਿਸਟਮ ਫॉर ਮੋਬਾਈਲ ਕਮਿਊਨੀਕੇਸ਼ਨ। ਦੇਖੋ ਇਹਦੇ 'ਚ ਤਿੰਨ ਚੀਜ਼ਾਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਮੋਬਾਈਲ ਸਟੇਸ਼ਨ, ਦੂਸਰਾ ਹੁੰਦਾ BSS ਬੇਸ ਸਟੇਸ਼ਨ ਸਬ ਸਿਸਟਮ, ਤੇ ਤੀਸਰਾ ਹੁੰਦਾ NSS ਨੈਟਵਰਕ ਸਵਿਚਿੰਗ ਸੈਂਟਰ, ਤੇ ਇੱਕ ਚੌਥਾ ਵੀ ਬੋਲਦੇ ਨੇ ਕਈ ਵਾਰੀ OSS ਹੁੰਦਾ ਆਪਰੇਸ਼ਨ ਐਂਡ ਸਪੋਰਟ ਸਿਸਟਮ, ਠੀਕ ਹੈ। ਕਿਵੇਂ ਆਪਾਂ ਇੰਟਰਨੈਟ ਤੇ ਕਹਿ ਰਹੇ ਹਾਂ, ਕਿਵੇਂ ਆਪਾਂ ਮੋਬਾਈਲ ਫੋਨ ਦੁਆਰਾ ਕਾਲ ਕਰਦੇ ਹਾਂ, ਕਿਵੇਂ ਕਿੰਨੇ ਬੰਦੇ ਸਬਸਕ੍ਰਾਈਬਰ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਾਂ ਹੈਂਡਲ ਕਰਦੇ ਹਾਂ, ਮੈਨੇਜ ਕਰਦੇ ਹਾਂ, ਸਾਰੀਆਂ ਚੀਜ਼ਾਂ ਕਿਵੇਂ ਹੁੰਦੀਆਂ ਨੇ, ਕਿਵੇਂ ਟਾਵਰ ਲੱਗੇ ਹੁੰਦੇ ਨੇ, ਕਿਵੇਂ ਟਾਵਰ ਇੱਕ ਦੂਜੇ ਦੇ ਨਾਲ ਆਪਣੀ ਲੋਕੇਸ਼ਨ ਸ਼ੇਅਰ ਕਰਦੇ ਨੇ, ਕਿਵੇਂ ਆਪਾਂ ਕਿਸੇ ਬੰਦੇ ਨੂੰ ਟਰੈਕ ਕਰ ਸਕਦੇ ਹਾਂ, ਟਰੇਸ ਕਰ ਸਕਦੇ ਹਾਂ, ਬੈਕ ਐਂਡ ਤੇ ਕੀ ਹੁੰਦਾ, ਸਾਰੀਆਂ ਚੀਜ਼ਾਂ ਨੇ ਉਹ। ਤਾਂ ਤੁਸੀਂ ਪੁਲਿਸ ਦੇ ਵਿੱਚ ਜਾ ਰਹੇ ਹੋ ਸਕਦਾ ਤੁਸੀਂ ਇੰਟੈਲੀਜੈਂਸ ਦੇ ਵਿੱਚ ਹੋ, ਤਾਂ ਤੁਹਾਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ, ਤਾਂ ਹੀ ਇਹ ਤੇ ਕੁਐਸਚਨ ਪਾਊਗਾ। ਇੰਟੈਲੀਜੈਂਸ ਵਾਲੇ ਬੰਦਿਆਂ ਨੂੰ ਉਹਨੇ ਪਾਏ ਵੀ ਹੋਏ ਨੇ, ਸਬ ਇੰਸਪੈਕਟਰ ਦੇ ਵਿੱਚ ਇਹ ਨਹੀਂ ਪਾਏ ਹੋਏ, ਹੈ ਨਾ। ਸੋ ਤਾਂ ਇਹ ਮੈਂ ਆਪਾਂ ਡਿਟੇਲ 'ਚ ਗੱਲਬਾਤ ਕਰਾਂਗੇ। ਘਬਰਾਇਓ ਨਾ, ਇੱਕ ਵਾਰੀ ਚੀਜ਼ ਕੋਈ ਵੀ ਆਪਾਂ ਨਵੀਂ ਪੜ੍ਹਦੇ ਹਾਂ ਔਖੀ ਲੱਗਦੀ ਹੁੰਦੀ ਆ, ਪਰ ਤੁਸੀਂ ਇਕੱਲੇ ਹੀ ਹੋਵੋਗੇ ਜਿਨ੍ਹਾਂ ਨੂੰ ਇਹ ਚੀਜ਼ ਪਤਾ ਹੋਊਗੀ, ਤੁਹਾਨੂੰ ਸਵਾਦ ਵੀ ਬਹੁਤ ਆਊਗਾ। ਦੇਖੋ ਪਹਿਲਾਂ ਤਾਂ ਆਪਾਂ 3 ਐਂਡ ਦੀ ਗੱਲ ਕੀਤੀ ਹੈ। ਸਭ ਤੋਂ ਪਹਿਲਾਂ ਹੁੰਦਾ ਮੋਬਾਈਲ ਸਟੇਸ਼ਨ, ਦੂਜਾ ਹੁੰਦਾ ਹੈਗਾ ਬੇਸ ਸਟੇਸ਼ਨ ਸਬ ਸਿਸਟਮ BSS, ਤੇ ਤੀਸਰਾ ਹੁੰਦਾ NSS ਨੈਟਵਰਕਿੰਗ ਸਵਿਚਿੰਗ ਸੈਂਟਰ। ਪਹਿਲੇ ਵਾਲੇ ਨੂੰ ਬੋਲਦੇ ਆਪਾਂ ਫਰੰਟ ਐਂਡ, ਇਹ ਹੁੰਦਾ ਮਿਡਲ ਲੌਜਿਕ, ਤੇ ਲਾਸਟ ਵਾਲੇ ਨੂੰ ਆਪਾਂ ਬੋਲਦੇ ਆ ਬੈਕ ਐਂਡ। ਮੰਨ ਲਓ ਤੁਸੀਂ ਕਿਤੇ ਕੋਈ ਪ੍ਰੋਗਰਾਮ ਕਰਵਾ ਰਹੇ ਹੋ, ਤੁਸੀਂ ਮੰਨ ਲਓ ਕਿਸੇ ਸਿੰਗਰ ਦਾ ਅਖਾੜਾ ਲਵਾ ਰਹੇ ਹੋ, ਹੈ ਨਾ, ਆਨਲਾਈਨ ਪ੍ਰਮੋਸ਼ਨਾਂ ਤੁਸੀਂ ਕਰ ਰਹੇ ਹੋ, ਤੁਸੀਂ ਫੇਸ ਵੈਲਿਊ ਵੀ ਇੱਥੇ ਐਂ ਕਰੋ, ਤੁਸੀਂ ਹੋ ਗਏ ਫਰੰਟ ਐਂਡ। ਕੁਛ ਬੰਦੇ ਪਿੱਛੇ ਰਹਿ ਕੇ ਕੰਮ ਕਰਦੇ ਹੁੰਦੇ ਨੇ, ਮੂਵੀ ਦੇ ਵਿੱਚ ਵੀ ਐਂ ਹੁੰਦਾ, ਕੋਈ ਜਿਹੜੇ ਬੰਦੇ ਮੂਹਰੇ ਆ ਜਾਂਦੇ ਨੇ ਉਹ ਫਰੰਟ ਐਂਡ ਹੁੰਦੇ ਨੇ, ਜਿਹੜੇ ਬੈਕ ਐਂਡ ਤੇ ਕੰਮ ਕਰਦੇ ਨੇ ਉਹ ਬੈਕ ਐਂਡ ਹੁੰਦੇ ਨੇ, ਉਹੀ ਕੰਮ ਹੈ ਇੱਥੇ। ਫਰੰਟ ਐਂਡ ਦੇ ਵਿੱਚ ਸਾਰਿਆਂ ਕੋਲੇ ਆਪਣੇ ਕੋਲੇ ਆ ਗਿਆ ਮੋਬਾਈਲ ਸਟੇਸ਼ਨ, ਇਹਨੂੰ MS ਵੀ ਬੋਲਿਆ ਜਾਂਦਾ, ਦੂਜੇ ਨੂੰ BSS ਤੇ NSS ਮੋਬਾਈਲ ਸਟੇਸ਼ਨ, ਠੀਕ ਹੈ। ਮੋਬਾਈਲ ਸਟੇਸ਼ਨ ਦੇ ਵਿੱਚ ਬਹੁਤ ਸਾਰੇ ਮੋਬਾਈਲ ਸਬਸਕ੍ਰਾਈਬਰ ਵਗੈਰਾ ਆ ਗਏ, ਸਿਮ ਵਗੈਰਾ ਆ ਜਾਂਦੇ ਨੇ ਜਿਹੜੇ ਬੰਦੇ ਹੁੰਦੇ ਨੇ। ਫਿਰ BTS ਹੁੰਦਾ ਬੇਸ ਟ੍ਰਾਂਸੀਵਰ ਸਿਸਟਮ, BTS2। ਇਹ ਬਹੁਤ ਸਾਰੇ BTS ਨੇ ਜਿਹੜੇ ਇੱਕ BSC ਨਾਲ ਕਨੈਕਟ ਹੁੰਦੇ ਨੇ। BSC ਕੀ ਹੁੰਦਾ, ਬੇਸ ਸਟੇਸ਼ਨ ਕੰਟਰੋਲਰ। ਜਿਹੜਾ BTS ਹੈ ਟਾਵਰ ਨੇ, ਜਿਵੇਂ ਆਪਣੇ ਟਾਵਰ ਨਹੀਂ ਲੱਗੇ ਹੋਏ, ਆਪਣੇ ਨੇੜੇ ਤੇੜੇ ਲੋਕੇਸ਼ਨ ਤੇ ਟਾਵਰ ਲੱਗੇ ਹੋਏ ਨੇ, ਉਹ ਬਹੁਤ ਸਾਰੇ ਟਾਵਰਾਂ ਦੇ ਨਾਲ, ਇੱਕ ਟਾਵਰ ਦੇ ਨਾਲ ਬਹੁਤ ਜ਼ਿਆਦਾ ਲੋਕ ਜੁੜੇ ਹੁੰਦੇ ਨੇ। ਤਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ BTS ਦੇ ਵਿੱਚ ਬਹੁਤ ਸਾਰੇ ਮੋਬਾਈਲ ਸਟੇਸ਼ਨ ਜੁੜੇ ਹੁੰਦੇ ਨੇ। ਤਾਂ BTS ਕੀ ਹੁੰਦਾ, ਬੇਸ ਟ੍ਰਾਂਸੀਵਰ ਸਿਸਟਮ, ਠੀਕ ਹੈ। ਐਬਰੀਵੇਸ਼ਨ ਮੈਂ ਅੱਗੇ ਦੇਵਾਂਗਾ, ਤਾਂ ਇੱਕ ਵਾਰੀ ਸਮਝ ਲਓ, ਇੱਕ ਵਾਰੀ ਸਟਰਕਚਰ ਸਮਝੋ, ਸਾਰੀ ਥਿਊਰੀ ਦੇਵਾਂਗਾ ਨਾਲ। ਟੈਨਸ਼ਨ ਲੈਣ ਦੀ ਲੋੜ ਨਹੀਂ, ਕੁਝ ਵੀ ਲਿਖਣ ਦੀ ਲੋੜ ਨਹੀਂ, ਕੱਲੀ ਗੱਲ ਦੱਸੂਗਾ, ਪਰ ਸਮਝਣਾ ਜ਼ਰੂਰੀ ਆ। ਤਾਂ BTS ਹੁੰਦਾ ਜਿਹੜਾ ਬੇਸ ਟ੍ਰਾਂਸੀਵਰ ਸਿਸਟਮ, ਜਾਂ ਇਹਨੂੰ ਆਪਾਂ ਟਾਵਰ ਬੋਲਦੇ ਹਾਂ। ਟ੍ਰਾਂਸੀਵਰ ਕਿਉਂ ਬੋਲਦੇ ਹਾਂ, ਕਿਉਂਕਿ ਟ੍ਰਾਂਸਮਿਟ ਤੇ ਰਿਸੀਵ ਦੋਨੋਂ ਦਾ ਕੰਮ ਕਰਦਾ ਇਹ। ਤਾਂ ਬੇਸ ਟ੍ਰਾਂਸੀਵਰ ਸਿਸਟਮ, ਇੱਕ BTS ਦੇ ਨਾਲ ਬਹੁਤ ਸਾਰੇ ਮੋਬਾਈਲ ਸਟੇਸ਼ਨ ਲੱਗੇ ਹੁੰਦੇ ਨੇ। ਤੇ BTS ਹੈ ਜਿਹੜਾ ਇਹ ਚਿਲਡਰਨ ਹੈ, ਇਹ ਯਾਦ ਰੱਖਣਾ ਚਿਲਡਰਨ ਹੈ। ਤਾਂ ਇਹਦਾ ਪਾਪਾ ਹੈਗਾ BSC ਬੇਸ ਸਟੇਸ਼ਨ ਕੰਟਰੋਲਰ। ਇੱਕ BSC ਦੇ ਨਾਲ ਬਹੁਤ ਜ਼ਿਆਦਾ BTS ਲੱਗੇ ਹੁੰਦੇ ਨੇ, ਦੂਸਰਾ BTS, ਤੀਸਰਾ BTS, ਚੌਥਾ, ਪੰਜਵਾਂ। ਇੱਕ ਬੇਸ ਸਟੇਸ਼ਨ ਕੰਟਰੋਲਰ ਦੇ ਨਾਲ ਇੱਕ ਤੋਂ ਜ਼ਿਆਦਾ BTS ਹੋ ਸਕਦੇ ਨੇ। ਇਹ ਕੀ ਕਰਦਾ, ਇਹ ਸਾਰੇ ਟਾਵਰਾਂ ਨੂੰ, ਇਹਨਾਂ ਨੂੰ ਜਿਹੜੇ ਵੱਡੀਆਂ ਲੱਗੀਆਂ ਹੁੰਦੀਆਂ ਹੈ ਨਾ, ਉਹਨਾਂ ਨੂੰ ਇਹ ਕੰਟਰੋਲ ਕਰਦਾ। ਸੋ ਇਹਦਾ ਗੱਲ ਕਲੀਅਰ ਹੋ ਗਈ, ਮਿਡਲ ਲੌਜਿਕ ਹੋ ਗਿਆ, ਹੈ ਨਾ। ਇਹ ਹੋ ਗਿਆ ਪੇਰੈਂਟ, ਆਹ ਸੀਗਾ ਚਾਈਲਡ, ਤੇ ਇਹ ਹੋ ਗਿਆ ਪੇਰੈਂਟ। ਤੇ MSC ਹੈਗਾ ਵੀ ਗ੍ਰੈਂਡ ਪੇਰੈਂਟ, ਦਾਦਾ ਇਹਨਾਂ ਦਾ, ਪਾਪਾ ਤੇ ਦਾਦਾ, ਗ੍ਰੈਂਡ ਫਾਦਰ ਜਾਂ ਗ੍ਰੈਂਡ ਪੇਰੈਂਟ, ਹੈ ਨਾ। MSC ਹੁੰਦਾ ਮੋਬਾਈਲ ਸਵਿਚਿੰਗ ਸੈਂਟਰ। ਤਾਂ ਇੱਕ ਜਿਹੜਾ MSC ਹੈ ਉਹਦੇ ਨਾਲ ਬਹੁਤ ਸਾਰੇ BSC ਲੱਗੇ ਹੁੰਦੇ ਨੇ, ਬੇਸ ਸਟੇਸ਼ਨ ਕੰਟਰੋਲਰ ਨੇ ਜਿਹੜਾ, ਇੱਕ MSC ਦੇ ਨਾਲ ਬਹੁਤ ਸਾਰੇ ਲੱਗੇ ਹੁੰਦੇ ਨੇ। ਤੁਸੀਂ ਇਹ ਦੇਖ ਲਓ ਵੀ ਜਿਹੜਾ BSC ਹੈ ਉਹਦੇ ਨਾਲ ਬਹੁਤ ਸਾਰੇ ਨੇੜੇ ਦੇ ਟਾਵਰ ਲੱਗੇ ਹੋਏ ਨੇ, ਤਾਂ BSC ਤੇ ਕਿੰਨਾ ਲੋਡ ਹੈ। ਤਾਂ ਉਵੇਂ ਹੀ MSC ਤੇ ਕੀ ਪਤਾ ਕਿੰਨੇ ਕੁ BSC ਲੱਗੇ ਹੋਏ ਨੇ, ਤਾਂ MSC ਤੇ ਦੇਖੋ ਕਿੰਨਾ ਜ਼ਿਆਦਾ ਲੋਡ ਹੈ। ਤਾਂ MSC ਨੂੰ ਲੋਡ ਕਰਨ ਦੇ ਲਈ ਕੁਝ ਰਜਿਸਟਰ ਹੁੰਦੇ ਨੇ, ਜਿਵੇਂ EIR ਹੈ, HLR ਹੈ, AUC ਹੈ,
ਇਹ ਸਾਰੀਆਂ ਚੀਜ਼ਾਂ ਦੀ ਹੈਲਪ ਕਰਦੀਆਂ ਨੇ, ਇਹ ਸਾਡੇ ਹੈਲਪ ਕਰਦੇ ਨੇ ਚੀਜ਼ਾਂ। ਗੱਲ ਕਲੀਅਰ ਹੋਈ? ਸਾਰਿਆਂ ਤੋਂ ਪਹਿਲਾਂ ਕਾਲ ਹੈ ਜਿਹੜੀ ਮੋਬਾਈਲ ਫੋਨ ਚਾਹੀਦਾ, ਉਹ ਟਾਵਰ ਚਾਹੀਦੀ ਹੈ, ਟਾਵਰਾਂ ਨੂੰ ਕੰਟਰੋਲ ਕਰਨ ਦੇ ਲਈ BSC ਹੈ, ਬੇਸ ਸਟੇਸ਼ਨ ਕੰਟਰੋਲਰ ਹੈ, ਬੇਸ ਸਟੇਸ਼ਨ ਕੰਟਰੋਲਰ ਨੂੰ ਰੋਮਿੰਗ ਵਗੈਰਾ ਜਾਂ ਚੀਜ਼ਾਂ ਸਾਰਿਆਂ ਨੂੰ ਟ੍ਰੈਫਿਕ ਵਗੈਰਾ ਨੂੰ ਹੈਂਡਲ ਕਰਨ ਦੇ ਲਈ ਮੋਬਾਈਲ ਸਵਿਚਿੰਗ ਸੈਂਟਰ ਹੈ। ਤਾਂ 3 ਫੇਜ਼ ਹੋ ਗਏ ਨਾ ਆਪਣੇ। ਚੌਥਾ ਫੇਜ਼ ਹੈ ਆਪਰੇਸ਼ਨ ਐਂਡ ਸਪੋਰਟ ਸਿਸਟਮ, ਜਿਹਦੇ ਵਿੱਚ ਕਸਟਮਰ ਕੇਅਰ ਵਗੈਰਾ ਆ ਜਾਂਦੇ ਨੇ, ਜਿਹੜੇ ਆਪਾਂ ਨੂੰ ਹੈਲਪ ਦਿੰਦੇ ਨੇ, ਇੰਟਰਨੈਟ ਵੀ ਸਰਵਿਸ ਪ੍ਰੋਵਾਈਡ ਕਰਾਉਂਦੇ ਨੇ, ਪੈਕੇਜ ਦਿੰਦੇ ਨੇ, ਉਹ ਬੈਂਡ ਆਪਾਂ ਨੂੰ ਉਹ ਸਰਕਾਰ ਤੋਂ ਖਰੀਦਦੇ ਨੇ। ਜਿਵੇਂ ਏਰਾਜ ਵਾਲਾ ਘੁਟਾਲਾ ਹੋਇਆ ਸੀ, 2G ਬੈਂਡ 3G ਸਪੈਕਟਰਮ, ਉਹ ਸਪੈਕਟਰਮ ਨੂੰ ਅੱਗੇ ਵੇਚਦੇ ਨੇ, ਪੈਸੇ ਇਕੱਠੇ ਕਰਦੇ ਨੇ ਲੋਕਾਂ ਤੋਂ, ਉਹ ਆਪਰੇਸ਼ਨ ਐਂਡ ਸਪੋਰਟ ਸਿਸਟਮ ਦੇ ਵਿੱਚ ਆਉਂਦੇ ਨੇ। ਕਲੀਅਰ ਹੋਈ ਗੱਲ? ਸੋ 1 ਮਿੰਟ ਮੈਂ ਥੋੜਾ ਜਿਹਾ ਚੈੱਕ ਕਰ ਲਾਂ ਇੱਕ ਗੱਲ, ਵੀਡੀਓ ਬਣ ਰਹੀ ਹੈ ਕਿ ਨਹੀਂ। ਕਈ ਵਾਰੀ ਪਾਉਜ਼ ਵੀਡੀਓ ਤੇ ਦੱਬੀ ਤੁਰਿਆ ਜਾਵਾਂ ਮੈਂ, ਤੁਹਾਨੂੰ ਸਮਝ ਨਾ ਆਵੇ ਚੀਜ਼ਾਂ। ਹਾਂ ਠੀਕ ਹੈ, ਬਣ ਰਹੀ ਹੈ। ਤਾਂ ਇਹ ਫਰੰਟ ਐਂਡ ਸੀਗਾ, ਆਪਾਂ ਗੱਲ ਕਰ ਚੁੱਕੇ ਹਾਂ ਫਰੰਟ ਐਂਡ, ਤੇ ਇਹ ਮਿਡਲ ਲੌਜਿਕ, ਤੇ ਇਹ ਬੈਕ ਐਂਡ। ਇਹ ਵੀ ਗੱਲ ਕਲੀਅਰ ਹੋ ਗਈ। ਤਾਂ ਹੁਣ ਮੈਂ ਇਕੱਲੇ ਦਾ ਦੱਸ ਦੇਣਾ ਕੀ ਫੰਕਸ਼ਨ ਹੈ। 3 ਤਰ੍ਹਾਂ ਦੇ ਬ੍ਰੌਡ 3 ਕੈਟਾਗਰੀ ਦੇ ਵਿੱਚ GSM ਨੂੰ, ਨੈਟਵਰਕ ਨੂੰ ਡਿਵਾਈਡ ਕੀਤਾ ਜਾ ਸਕਦਾ ਹੈ। ਮੋਬਾਈਲ ਸਟੇਸ਼ਨ, ਬੇਸ ਸਟੇਸ਼ਨ ਐਂਡ ਸਬ ਸਟੇਸ਼ਨ, ਨੈਟਵਰਕ ਸਵਿਚਿੰਗ ਸਬ ਸਿਸਟਮ। ਦੇਖੋ ਕੁਐਸਚਨ ਵੀ ਮੈਨੂੰ ਲੱਗਦਾ ਇੱਥੇ ਹੀ ਸੋਲਵ ਹੋ ਜਾਊਗਾ। ਨੈਟਵਰਕ ਸਵਿਚਿੰਗ ਸਬ ਸਿਸਟਮ ਇਹ ਤਾਂ ਹੁੰਦਾ ਹੀ ਹੈ ਕੰਪੋਨੈਂਟ, ਤੇ ਮੋਬਾਈਲ ਸਟੇਸ਼ਨ ਵੀ ਹੁੰਦਾ, ਬੇਸ ਸਟੇਸ਼ਨ। ਲੈ ਕੁਐਸਚਨ ਤਾਂ ਸੋਲਵ ਹੀ ਹੋ ਗਿਆ, ਗੱਲ ਹੀ ਕੁਛ ਨਹੀਂ ਸੀਗੀ ਯਾਰ, ਮੈਨੂੰ ਤਾਂ ਐਸੀ ਅਜੇ ਹੋਰ ਜ਼ੋਰ ਲੱਗੂਗਾ। ਬੇਸ ਸਟੇਸ਼ਨ BSS ਹੈ, ਤੇ ਮੋਬਾਈਲ ਸਟੇਸ਼ਨ MS ਹੈ ਪਹਿਲਾ, ਤੇ ਨੈਟਵਰਕ ਸਵਿਚਿੰਗ ਸਬ ਸਿਸਟਮ ਇਹ ਤੀਸਰਾ ਬੈਕ ਐਂਡ ਹੈ, ਇਹ ਫਰੰਟ ਐਂਡ ਹੈ ਤੇ ਮਿਡਲ ਲੌਜਿਕ। ਆ ਦੇਖੋ ਆਪਾਂ ਗੱਲ ਕੀਤੀ ਸੀ ਨਾ, ਫਰੰਟ ਐਂਡ ਹੈ, ਮਿਡਲ ਲੌਜਿਕ ਹੈ, ਤੇ ਨੈਟਵਰਕ ਸਵਿਚਿੰਗ ਸੈਂਟਰ ਹੈ ਜਿਹੜਾ ਲਾਸਟ। ਕਲੀਅਰ ਹੈ ਜੀ? ਤਾਂ ਇੱਥੋਂ ਹੀ ਕੁਐਸਚਨ ਸੋਲਵ ਹੋ ਗਿਆ। ਤਾਂ ਇਹਦੇ ਨਾਲ ਦੇ ਹੋਰ ਵੀ ਪੁੱਛ ਸਕਦਾ, ਜਿਹਨੂੰ ਇੱਕ ਪੁੱਛਿਆ ਤਾਂ ਆਪਾਂ ਡਿਟੇਲ 'ਚ ਕੰਮ ਕਰ ਰਹੇ ਹਾਂ। ਤਾਂ ਹੁਣ ਪਹਿਲਾਂ ਆਪਾਂ ਮੋਬਾਈਲ ਸਟੇਸ਼ਨ ਦੀ ਗੱਲ ਕਰਦੇ ਹਾਂ। ਮੋਬਾਈਲ ਸਟੇਸ਼ਨ ਫਰੰਟ ਐਂਡ ਹੈ। ਮੋਬਾਈਲ ਸਟੇਸ਼ਨ ਇਜ਼ ਯੂਜ਼ਡ ਬਾਏ ਮੋਬਾਈਲ ਸਬਸਕ੍ਰਾਈਬਰ, ਜਿਵੇਂ ਅਸੀਂ ਮੇਰੇ ਕੋਲ ਸਿਮ ਹੈ, ਮੈਂ ਸਬਸਕ੍ਰਾਈਬਰ ਹੋ ਗਿਆ, ਟੂ ਕਮਿਊਨੀਕੇਟ ਵਿਦ ਮੋਬਾਈਲ ਨੈਟਵਰਕਸ। The mobile station consists of the physical equipment like radio transceiver, display and digital signal processor and SIM card. ਇਹਦੇ ਵਿੱਚ physical component ਆਉਂਦੇ ਨੇ। It provide the air interface to the user in GSM network। ਤਾਂ GSM ਦੇ ਨਾਲ ਇੱਕ air interface ਹੈ, ਹਵਾ ਦੇ ਵਿੱਚ ਸਾਡਾ ਸਿਗਨਲ ਦੀ ਵੌਇਸ ਜਾਂਦੀ ਹੈ, ਸਿਗਨਲ ਆਉਂਦਾ, ਉੱਥੋਂ ਅਸੀਂ ਕਮਿਊਨੀਕੇਟ ਕਰ ਸਕਦੇ ਹਾਂ। ਤੇ MS ਦੇ ਕਿਹੜੇ ਪਾਰਟ ਹੁੰਦੇ ਨੇ? ਮੋਬਾਈਲ ਟਰਮੀਨਲਸ ਹੁੰਦੇ ਨੇ, ਤੇ SIM ਹੁੰਦਾ, ਸਬਸਕ੍ਰਾਈਬਰ ਆਇਡੈਂਟੀ ਮੋਡਿਊਲ। ਠੀਕ ਹੈ। ਫਿਰ ਆ ਗਿਆ ਜੀ ਦੂਸਰਾ ਪਾਰਟ, ਜਿਹਨੂੰ ਆਪਾਂ ਮਿਡਲ ਲੌਜਿਕ ਬੋਲਦੇ ਹਾਂ, BSS। ਇਹਦੇ ਦੇਖ ਲੈਂਦੇ ਹਾਂ ਇਹਦੇ 'ਚ ਕੀ ਹੁੰਦਾ। ਇਹਦੇ 'ਚ ਇਹ ਮਿਡਲ ਲੌਜਿਕ ਹੈ, ਇਹਦੇ 'ਚ 2 ਚੀਜ਼ਾਂ ਹੁੰਦੀਆਂ ਨੇ। ਆਪਾਂ ਪੜ੍ਹਿਆ ਨਾ BTS ਹੁੰਦਾ ਬੇਸ ਟਰਾਂਸੀਵਰ ਸਿਸਟਮ, ਤੇ BS ਹੁੰਦਾ ਬੇਸ ਸਟੇਸ਼ਨ ਕੰਟਰੋਲਰ। ਇਹ 2 ਕੰਪੋਨੈਂਟ ਨੇ। ਹੁਣ BTS ਦਾ ਕੀ ਕੰਮ ਹੈ? ਇਹ ਚਿਲਡਰਨ ਹੈ, ਮੈਂ ਤੁਹਾਨੂੰ ਦੱਸਿਆ ਸੀਗਾ। ਇਹ ਮੋਬਾਈਲ ਟਾਵਰ ਹੈ, ਤੇ ਯੂਜ਼ ਟੂ ਟਰਾਂਸਮਿਟ ਐਂਡ ਰਿਸੀਵ ਦੀ ਸਿਗਨਲ। ਮੈਨੀ ਮੋਬਾਈਲ ਸਿਸਟਮ ਕੈਨ ਵੀ ਕਨੈਕਟਡ ਟੂ 1 BTS। ਆਪਾਂ ਨੂੰ ਪਤਾ ਇੱਕ ਤੋਂ ਜ਼ਿਆਦਾ ਮੋਬਾਈਲ ਸਿਸਟਮ ਆਪਾਂ ਕਨੈਕਟ ਕਰ ਸਕਦੇ ਹਾਂ। ਮੈਨੀ BTS ਆਰ ਕੰਟਰੋਲਡ ਬਾਏ 1 BSC। ਆ ਉਹੀ ਗੱਲ ਕਰ ਰਹੇ ਨਾ ਆਪਾਂ, ਇੱਥੋਂ ਡਾਇਗਰਾਮ 'ਚ ਤੁਹਾਨੂੰ ਵੱਧ ਸਮਝ ਆ ਜਾਣਾ, ਥਿਊਰੀ 'ਚ ਪੜ੍ਹ ਕੇ ਸਮਝ ਨਹੀਂ ਆਉਂਦਾ। ਇੱਕ ਤੋਂ ਜ਼ਿਆਦਾ BTC ਹੈ ਜਿਹੜੇ ਕੰਟਰੋਲਡ ਬਾਏ ਹੁੰਦੇ ਨੇ 1 BSC, ਉਹੀ ਚੀਜ਼ ਲਿਖੀ ਹੋਈ ਆ। ਕਲੀਅਰ? ਸਕਰੀਨਸ਼ਾਟ ਲੈਣਾ, ਮੈਂ ਹਟਾ ਦੇਣਾ ਚੀਜ਼ਾਂ, ਇਹ ਲੈ ਲਿਓ ਨਾਲ। ਅੱਗੇ ਆ ਗਿਆ ਲਾਸਟ ਬੇਸ ਸਟੇਸ਼ਨ ਕੰਟਰੋਲਰ। ਇਹ ਪੇਰੈਂਟ ਹੈ, ਉਹ ਚਿਲਡਰਨ ਸੀ, ਇਹ ਪੇਰੈਂਟ ਹੈ ਪਾਪਾ ਉਹਦਾ, ਹਨਾ। ਇਟ ਕੰਟਰੋਲ ਦੀ ਟ੍ਰੈਫਿਕ ਆਫ ਨੈਟਵਰਕ, ਦੀ ਟ੍ਰੈਫਿਕ ਨੂੰ ਕੰਟਰੋਲ ਕਰਦਾ। ਮੇਨਟੇਨ ਦੀ ਕੋਆਰਡੀਨੇਸ਼ਨ ਆਫ BTS ਟਾਵਰਾਂ ਦਾ ਆਪਸ 'ਚ ਕੋਆਰਡੀਨੇਸ਼ਨ ਕਰਾਉਂਦਾ। 1 BS ਕੰਟੇਨ ਸਿੰਗਲ BSC ਐਂਡ ਮੈਨੀ BTS। 1 BSS ਕੰਟੇਨ, ਆ ਦੇਖੋ ਇਹਦੀ ਗੱਲ ਕਰਦਾ, ਇੱਕ BSS ਦੇ ਵਿੱਚ ਇੱਕ BSC ਹੁੰਦਾ ਤੇ ਇੱਕ ਤੋਂ ਜ਼ਿਆਦਾ BTS ਹੁੰਦੇ ਨੇ। ਕਲੀਅਰ ਹੋਈ ਗੱਲ? ਤਾਂ ਅੱਗੇ ਆ ਗਿਆ ਵੀ ਨੈਟਵਰਕਿੰਗ ਸਵਿਚਿੰਗ ਸੈਂਟਰ NSS। ਇਹ ਬੈਕ ਐਂਡ ਹੈ, ਇਹਦਾ ਫੰਕਸ਼ਨ ਜ਼ਰੂਰ ਯਾਦ ਰੱਖਣਾ। ਸਿੱਧਾ ਹੀ ਕੁਐਸਚਨ ਇਹਦੇ ਪੁੱਛਿਆ ਗਿਆ ਇੱਕ ਵਾਰੀ। ਪ੍ਰੋਵਾਈਡ ਦੀ ਮੋਬਿਲਿਟੀ ਮੈਨੇਜਮੈਂਟ, ਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜੇ ਬੰਦੇ ਨੇ ਜਾਣਾ, ਉਹ ਮੋਬਿਲਿਟੀ ਮੈਨੇਜਮੈਂਟ ਕੌਣ ਪ੍ਰੋਵਾਈਡ ਕਰਦਾ? NSS। ਐਂਡ ਕਾਲ ਆਊਟ ਫੰਕਸ਼ਨ ਫॉर ਦੀ ਮੋਬਾਈਲ ਫੋਨ ਰੋਮਿੰਗ। ਦੇਖੋ ਇਹ ਬਹੁਤ ਇੰਪੋਰਟੈਂਟ ਲਾਈਨ ਯਾਰ, ਇਹ ਛੱਡਣੀ ਹੈ, ਇਹ ਸਿੱਧੀ ਪੁੱਛੀ ਹੋਈ ਹੈ। NSS is referred to as a core network part of GSM। ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ GSM ਦਾ ਕੋਰ ਕੰਪੋਨੈਂਟ ਕਿਹੜਾ ਹੈ? ਤਾਂ ਨੈਟਵਰਕ ਸਵਿਚਿੰਗ ਸੈਂਟਰ ਜਾਂ ਬੈਕ ਐਂਡ ਵਾਲਾ। ਇਹ ਗੱਲ ਯਾਦ ਰੱਖਣੀ ਆ। ਤੇ ਹੁਣ NSS ਦੇ ਕੰਪੋਨੈਂਟ ਕਿਹੜੇ ਨੇ? ਪਹਿਲਾ ਕੰਪੋਨੈਂਟ ਤਾਂ ਹੁੰਦਾ ਮੋਬਾਈਲ ਸਵਿਚਿੰਗ ਸੈਂਟਰ। ਕਾਲ ਸਵਿਚਿੰਗ ਫੰਕਸ਼ਨ ਇਜ਼ ਪਰਫਾਰਮਡ ਬਾਏ, ਕਾਲ ਸਵਿਚ ਕਰਨਾ ਮਤਲਬ ਪਹਿਲੀ ਤੋਂ ਦੂਜੀ ਕਾਲ ਅੱਗੇ ਤੋਂ ਅੱਗੇ ਸਵਿਚ ਕਰਨਾ, MSC ਪਰਫਾਰਮ ਕਰਦਾ ਹੈ। ਇਟ ਇਜ਼ ਏ ਗ੍ਰੈਂਡ ਪੇਰੈਂਟ, ਇਹ ਦਾਦਾ ਇਹਨਾਂ ਦਾ, ਹਨਾ। ਮੈਨੀ BSC ਕੈਨ ਕਨੈਕਟਡ ਬਾਏ 1 MSC। ਇੱਕ MSC ਹੈ ਜਿਹੜਾ ਬਹੁਤ BSC ਨੂੰ ਕੰਟਰੋਲ ਕਰਦਾ ਹੈ। ਟੂ ਕੰਟਰੋਲ ਹਿਊਜ ਨੰਬਰ ਆਫ BSC ਮੈਨੀ ਰਜਿਸਟਰ ਦੇਅਰ ਆਰ ਵਿਚ ਹੈਲਪਸ ਦੀ MSC ਟੂ ਹੈਂਡਲ ਦੀ ਲਾਰਜ ਨੰਬਰ ਆਫ BSC। ਇਹ ਸਾਰੇ ਯਾਦ ਰੱਖਣ ਦੀ ਲੋੜ ਨਹੀਂ, ਇਹਦੇ ਬਾਰੇ ਨਹੀਂ ਪੁੱਛਦਾ। ਬੇਸਿਕ ਜਿੰਨਾ ਕਿ ਮੈਂ ਦੱਸ ਚੁੱਕਿਆ ਉਹ ਪੁੱਛੂਗਾ। ਫਿਰ ਵੀ ਯਾਦ ਰੱਖ ਸਕਦੇ ਹੋ ਹੋਮ
ਲੋਕੇਸ਼ਨ ਰਜਿਸਟਰ ਹੁੰਦਾ, ਇੱਕ ਵਿਜ਼ਟਰ ਲੋਕੇਸ਼ਨ ਰਜਿਸਟਰ ਹੁੰਦਾ, ਇੱਕ ਅਥੈਂਟੀਕੇਸ਼ਨ ਸੈਂਟਰ ਹੁੰਦਾ, ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਹੁੰਦਾ। ਇਹ ਤੋਂ ਜ਼ਿਆਦਾ ਡੀਪ ਚ ਨਹੀਂ ਪੁੱਛੂਗਾ, ਅੱਗੇ ਜਾਣ ਦੀ ਲੋੜ ਨਹੀਂ, ਨੈਟ ਤੋਂ ਸਰਚ ਮਾਰ ਕੇ ਕਰਨ ਦੀ ਲੋੜ ਨਹੀਂ, ਇੰਨਾ ਕਰ ਲਿਓ ਬਹੁਤ ਹੈ। ਲਾਸਟ ਬਚ ਗਿਆ ਆਪਰੇਸ਼ਨ ਐਂਡ ਸਪੋਰਟ ਸਿਸਟਮ। ਕਈ ਵਾਰੀ ਕੁਐਸਚਨ ਐ ਬਣ ਜਾਂਦਾ ਹੈ ਕਿ ਹੇਠ ਲਿਖਿਆਂ ਚੋਂ ਕਿਹੜਾ ਪਾਰਟ ਹੈ ਜਿਹਦੇ ਵਿੱਚ ਕਸਟਮਰ ਕੇਅਰ ਆਉਂਦੇ ਨੇ, ਤਾਂ ਇਹ ਹੈ। 3 ਕੰਪੋਨੈਂਟ ਉਹੀ ਨੇ, ਚੌਥਾ ਹੈ ਇਹ GSM ਦੇ ਨਾਲ ਨੂੰ ਹੈਲਪ ਜੀ ਕਰਦਾ। ਯੂਜ਼ਡ ਬਾਏ ਸਰਵਿਸ ਪ੍ਰੋਵਾਈਡਰ ਆਫ ਦ ਟੈਲੀਕਮਿਊਨੀਕੇਸ਼ਨ ਟੂ ਮੈਨੇਜ ਦੀ ਨੈਟਵਰਕ। ਸਰਵਿਸ ਪ੍ਰੋਵਾਈਡਰ ਜਿਵੇਂ ਆਪਣੇ ਕੋਲ ਏਅਰਟੈਲ ਹੈ ਤੇ ਹੋਰ ਕਿਹੜਾ ਵੋਡਾਫੋਨ ਆ, ਉਹ ਸਾਰੇ ਸਰਵਿਸ ਪ੍ਰੋਵਾਈਡਰ ਨੇ। ਇਨ GSM ਸਿਸਟਮ ਕਸਟਮਰ ਕੇਅਰ ਪਾਰਟ ਇਜ਼ a part of OSS। GSM ਦੇ ਵਿੱਚ ਕਸਟਮਰ ਕੇਅਰ ਇਸੇ ਦਾ ਹੀ ਪਾਰਟ ਆ। the OSS is connected to the different, ਚਲੋ ਪੜ੍ਹ ਹੀ ਲਓਗੇ ਤੁਸੀਂ ਨਾ। ਤਾਂ ਅੱਗੇ ਕੁਝ ਇੰਟਰਫੇਸ ਆ ਗਏ। ਆ ਇੰਟਰਫੇਸ ਤੇ ਕੁਐਸਚਨ ਵੀ ਬਣਦਾ ਹੈ ਕਿ ਪਹਿਲੇ ਪਾਰਟ ਦੇ ਨਾਲ ਦੂਜੇ ਪਾਰਟ ਨੂੰ ਜੋੜਨ ਵਾਲਾ ਜਿਹੜਾ ਇੰਟਰਫੇਸ ਹੁੰਦਾ UM ਇੰਟਰਫੇਸ ਹੁੰਦਾ ਪਹਿਲਾ ਇੰਟਰਫੇਸ। ਦੂਜੇ ਪਾਰਟ ਨੂੰ ਤੀਜੇ ਪਾਰਟ ਨਾਲ ਜੋੜਨ ਵਾਲਾ ਜਿਹੜਾ ਇੰਟਰਫੇਸ ਹੁੰਦਾ ਉਹ ABIS ਇੰਟਰਫੇਸ ਹੁੰਦਾ, ABIS। ਤੇ ਤੀਸਰੇ ਪਾਰਟ ਨੂੰ BSC ਨੂੰ MSC ਚ ਜਿਹੜਾ ਇੰਟਰਫੇਸ ਜੋੜਦਾ ਉਹਨੂੰ A ਇੰਟਰਫੇਸ ਬੋਲਦੇ ਆ। ਕਈ ਵਾਰੀ ਨਾਮ ਪੁੱਛ ਲੈਂਦਾ U ਮੋਬਾਈਲ U ਤੇ ABIS ਵਿਚਕਾਰ ਤੇ A ਪਿੱਛੇ, ਇਹਨਾਂ ਬਾਰੇ ਪੜ੍ਹ ਲੈਂਦੇ ਆ। ਤਾਂ ਕਹਿੰਦਾ UM ਇੰਟਰਫੇਸ ਹੁੰਦਾ ਚ ਰੇਡੀਓ ਫ੍ਰੀਕੁਐਂਸੀ ਯੂਜ਼ ਕਰਦੇ ਆ, TDMA ਯੂਜ਼ ਕਰਦਾ, ਟਾਈਮ ਡਿਵੀਜ਼ਨ ਮਲਟੀਪਲ ਐਕਸੈਸ, ਇਹ ਆਪਾਂ ਪੜ੍ਹ ਚੁੱਕੇ ਆ ਕਿ ਫ੍ਰੀਕੁਐਂਸੀ ਡਿਵੀਜ਼ਨ ਤੇ ਟਾਈਮ ਡਿਵੀਜ਼ਨ ਦੀਆਂ ਟੈਕਨੀਕ ਹੁੰਦੀਆਂ ਨੇ ਨਾ। ਇਹ ਕਾਹਦੇ ਵਿੱਚ ਹੁੰਦਾ MS ਤੇ BTS ਪਹਿਲੇ ਦੋ ਦੇ ਵਿੱਚ। ਫਿਰ ABIS ਇੰਟਰਫੇਸ ਯੂਜ਼ ਲੈਪ ਲਿੰਕ ਐਕਸੈਸ ਪ੍ਰੋਟੋਕੋਲ ਵਰਤਦਾ ਹੈ, ਕਿਹਦੇ ਵਿੱਚ ਹੁੰਦਾ BTS ਤੇ BSC ਦੇ ਵਿੱਚ। ਤੇ A ਇੰਟਰਫੇਸ ਕਾਲ ਹੈਂਡਲਿੰਗ ਲਈ ਵਰਤਿਆ ਜਾਂਦਾ ਹੈ, ਨੋਇਸ ਫ੍ਰੀ ਹੁੰਦਾ, ਕਾਲ ਰਾਈਟ ਯੂਜ਼ਰ ਹੈ ਨਾ, ਇਹ BSC ਤੇ MSC ਦੇ ਵਿੱਚ ਹੁੰਦਾ। ਤੇ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਕੱਲ੍ਹ ਵਾਲੀ ਵੀਡੀਓ 'ਚ ਵੀ ਦੱਸ ਚੁੱਕਿਆ ਸੀਗਾ ਕਿ ਇੱਕ TDMA ਦਾ ਫਰੇਮ ਹੈ ਜਿਹੜਾ 8 ਸਲੋਟ ਦੇ ਬਰਾਬਰ ਹੁੰਦਾ ਹੈ। ਤਾਂ ਮੈਕਸੀਮਮ TDMA ਦੇ ਵਿੱਚ 8 ਫੋਨ ਕਾਲ ਆਪਾਂ ਇੱਕ ਟਾਈਮ ਤੇ ਕਰ ਸਕਦੇ ਹਾਂ GSM ਦੇ ਵਿੱਚ, TDMA ਦੇ ਵਿੱਚ। ਕਲੀਅਰ? ਕੱਲ੍ਹ ਵਾਲੀ ਵੀਡੀਓ 'ਚ ਮੈਂ ਡਿਟੇਲ 'ਚ ਦੱਸਿਆ ਵੀ ਕਿਵੇਂ ਟਾਈਮ ਡਿਵੀਜ਼ਨ ਹੁੰਦੀ, 8 ਸਲੋਟ ਹੁੰਦੇ ਨੇ। ਕਲੀਅਰ ਹੋਈ ਗੱਲ? ਤਾਂ ਹੁਣ ਕੁਐਸਚਨ ਤਾਂ ਕਹਿੰਦੇ ਫਿਰ ਭੱਜੇ ਜਾਊਗਾ, ਹੁਣ ਤਾਂ ਕੋਈ ਗੱਲ ਰਹੀ ਨਹੀਂ। ਪੈਕੇਟ ਕੰਟਰੋਲ ਫੰਕਸ਼ਨ ਹੈ ਜਿਹੜਾ ਇਹਦਾ ਕੰਪੋਨੈਂਟ ਨਹੀਂ ਹੁੰਦਾ। ਕਲੀਅਰ ਹੋਈ ਗੱਲ? ਠੀਕ ਹੈ ਜੀ। ਸੋ ਲਾਸਟ ਕੁਐਸਚਨ ਹੈ ਇਹ, ਜਿਵੇਂ ਇਹਦੇ ਵਿੱਚ ਪੁੱਛਿਆ ਗਿਆ ਕੰਸੀਡਰ ਦੀ ਫੋਲੋਇੰਗ ਡਾਇਰੈਕਟਰੀਜ਼ ਆਉਣਾ ਸੀ, ਡਾਇਰੈਕਟਰੀਜ਼ ਐਂਟਰੀ ਐਸ ਸ਼ੋ ਇਨ ਬਲੋ। ਕੱਲ ਵੀ ਆਪਾਂ ਇਹਦੇ ਨਾਲ ਦਾ ਕੁਐਸਚਨ ਕੀਤਾ ਸੀ, ਮੈਂ ਚੰਗੀ ਤਰ੍ਹਾਂ ਡਿਟੇਲ ਚ ਕਰਾਈ ਹੋਈ ਹੈ ਗੱਲ, ਆ ਥਿਊਰੀ ਸਾਰੀ ਪੜ੍ਹਾਈ ਹੋਈ ਹੈ। ਵਿਚ ਪੇਅਰ ਇਜ਼ ਆਰ ਕਰੈਕਟ ਅਬਾਊਟ ਦੀ ਡਾਇਰੈਕਟਰੀ ਐਂਟਰੀ। ਡਾਇਰੈਕਟਰੀ ਐਂਟਰੀ ਦੇ ਬਾਰੇ ਕਿਹੜਾ ਕਰੈਕਟ ਹੈ? ਲੌਕ ਤੇ ਫਲੈਗ ਪੁੱਛਦਾ, ਮੈਨੂੰ ਲੱਗਦਾ ਕੱਲ ਵਾਲੇ ਪੁੱਛ ਲਿਆ। ਕੱਲ ਵੀ ਉਹਨੇ ਲੌਕ ਨਹੀਂ, ਕੱਲ ਉਹਨੇ ਓਪਨ ਕਾਊਂਟ ਬਾਰੇ ਪੁੱਛਿਆ ਸੀ। ਜਦੋਂ ਬਹੁਤ ਸਾਰੀਆਂ ਪ੍ਰੋਸੈਸਸ ਕਿਸੇ ਫਾਈਲ ਨੂੰ ਕਨਕਰੈਂਟਲੀ ਖੋਲਦੀਆਂ ਨੇ ਉਦੋਂ ਆਪਾਂ ਓਪਨ ਕਾਊਂਟ ਵਰਤਿਆ ਸੀ। ਅੱਜ ਆਪਾਂ ਨੂੰ ਲੌਕ ਤੇ ਫਲੈਗ ਬਾਰੇ ਪੁੱਛ ਲਿਆ। ਲੌਕ ਕਹਿੰਦਾ ਕੀ ਕੰਮ ਕਰਦਾ ਹੈ? ਯੂਜ਼ਡ ਵੈਨ ਪ੍ਰੋਸੈਸ ਡਿਜ਼ਾਇਰਡ ਐਕਸਕਲੂਸਿਵ ਐਕਸੈਸ ਟੂ ਫਾਈਲ। ਇਹ ਬਿਲਕੁਲ ਠੀਕ ਹੈ ਕਿ ਜਦੋਂ ਆਪਾਂ ਕੱਲ ਗੱਲ ਕੀਤੀ ਸੀ, ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਯਾਦ ਆ ਜੂ ਕਿ 4 ਬੰਦੇ ਸੀਗੇ, ਟਿਕਟ ਬੁੱਕ ਕਰਨਾ ਚਾਹੁੰਦੇ ਸੀ। ਇਹਨੇ 10 ਟਿਕਟਾਂ ਬੁੱਕ ਕਰਨੀਆਂ ਸੀ ਪਹਿਲੇ ਨੇ, ਦੂਜੇ ਨੇ 20, ਟੋਟਲ 30 ਟਿਕਟਾਂ ਸੀ। ਇਹਨੇ 15 ਕਰਨੀਆਂ ਸੀ, ਬਟ 15 ਹੈ ਹੀ ਨਹੀਂ ਸੀ ਸਾਡੇ ਕੋਲੇ ਕਿਉਂਕਿ ਇਹਨਾਂ ਨੇ ਅਪਡੇਟ ਨਹੀਂ ਕਰਿਆ ਸੀ। ਤਾਂ ਪਹਿਲਾ ਬੰਦਾ ਲੌਕ ਲੈ ਲੂਗਾ ਵੀ ਜਿੰਨਾ ਚਿਰ ਮੈਂ ਅਪਡੇਟ ਕਰਦਾ ਨਾ ਉਨਾ ਚਿਰ ਟਿਕਟਾਂ ਘਟਣੀਆਂ ਵਧਣੀਆਂ ਨਹੀਂ ਚਾਹੀਦੀਆਂ। ਐਕਸਕਲੂਸਿਵ ਲੌਕ ਲੈ ਲੂਗਾ। ਜਦੋਂ ਹੀ ਇਹ ਅਪਡੇਟ ਕਰਕੇ ਵਗ ਗਿਆ ਤਾਂ ਸੈਂਟਰਲ ਪੂਲ 'ਚ 20 ਰਹਿ ਜਾਣਗੀਆਂ, ਇਹਨੂੰ 20 ਦਿਖਣਗੀਆਂ, ਬੁੱਕ ਕਰ ਲੂ। ਇਹਦੇ ਵਾਸਤੇ ਤਾਂ ਕੁਝ ਵੀ ਨਹੀਂ ਬਚਣਾ ਫਿਰ। ਤਾਂ ਐਕਸਕਲੂਸਿਵ ਲੌਕ ਜ਼ਰੂਰੀ ਹੁੰਦਾ, ਅਦਰਵਾਈਜ਼ ਡੇਟਾ ਦੇ ਵਿੱਚ ਇਨਕਨਸਿਸਟੈਂਸੀ ਆ ਜਾਂਦੀ ਹੁੰਦੀ ਹੈ। ਤਾਂ ਪਹਿਲੀ ਗੱਲ ਠੀਕ ਲੱਗ ਰਹੀ ਹੈ ਮੈਨੂੰ। ਦੂਸਰਾ ਫਲੈਗ ਕਦੋਂ ਵਰਤਦੇ ਆ? ਯੂਜ਼ ਟੂ ਡਿਫਰੈਂਸ਼ੀਏਟ ਬਿਟਵੀਨ ਕਾਈਂਡਸ ਆਫ ਡਾਇਰੈਕਟਰੀ ਐਂਟਰੀ। ਇੱਥੇ ਆਪਾਂ ਨੂੰ D ਹੁੰਦਾ, ਇੱਕ M ਫੀਲਡ ਹੁੰਦਾ, ਇੱਕ L ਹੁੰਦਾ। D ਹੁੰਦਾ ਡਾਇਰੈਕਟਰੀ ਬਾਰੇ ਦੱਸਦਾ, M ਮਾਊਂਟਡ ਬਾਰੇ ਦੱਸਦਾ ਤੇ L ਲਿੰਕ ਜਾਂ ਅਨਲਿੰਕ ਫਾਈਲ ਉਹਦੇ ਬਾਰੇ ਦੱਸਦਾ। ਤਾਂ ਫਿਰ ਇਹ ਆਪਾਂ ਪੜ੍ਹਾਇਆ ਹੋਇਆ ਸਾਰੀਆਂ ਚੀਜ਼ਾਂ ਤੁਹਾਨੂੰ। ਇਹਦੇ ਕਿਹੜੇ ਫੀਲਡ ਨੇ? ਜਿਵੇਂ ਲੌਕ ਆ ਯੂਜ਼ਡ when a process desire exclusive access to file or when several processes open file concurrently। ਠੀਕ ਹੈ। ਸੋ ਡਾਇਰੈਕਟਰੀ ਬਾਰੇ ਵੀ ਦੱਸਿਆ ਹੋਇਆ, ਫਲੈਗ ਬਾਰੇ, D ਤੇ ਡਾਇਰੈਕਟਰੀ, L ਤੇ ਲਿੰਕ, M ਤੇ ਮਾਊਂਟਡ ਫਾਈਲਸ। ਮਾਊਂਟ ਕਰਨਾ ਹੁੰਦਾ ਨਾਲ ਜੋੜਨਾ, ਜਿਵੇਂ ਪੈਨ ਡਰਾਈਵ ਵਗੈਰਾ ਲਗਾ ਦਿੰਦੇ ਹਨਾ। ਸੋ ਫਿਰ ਇਹਦਾ B ਆਨਸਰ ਹੈ। ਦੋਨੋਂ ਹੀ ਗੱਲਾਂ ਠੀਕ ਨੇ। ਸੋ ਇਹ ਸੀਗੇ ਆਪਣੇ। ਇੱਕ ਹੋਰ ਬਚਿਆ ਪਿਆ ਕਿ ਅੱਛਾ ਮੈਂ ਕਿਤੇ ਲਾਸਟ ਹੀ ਹੈ, 28 ਲਾਸਟ ਹੋ ਗਏ। ਚਲੋ ਮੈਨੂੰ ਲਾਸਟ ਹੀ ਹੋਊਗਾ, 29ਵਾਂ ਲਾਸਟ ਹੋਊਗਾ। ਚਲੋ ਦੇਖਦੇ ਹਾਂ। ਇਨ ਵਿਚ ਡਾਇਰੈਕਟਰੀ ਸਟਰਕਚਰ ਇਹ ਫਾਈਲ ਕੈਨ ਹੈਵ ਮੈਨੀ ਪੇਰੈਂਟ ਡਾਇਰੈਕਟਰੀ। ਵੀ ਮੈਂ ਤੁਹਾਨੂੰ ਕੱਲ ਚੰਗੀ ਤਰ੍ਹਾਂ ਕਰਾ ਚੁੱਕਿਆ ਕਿ ਬਹੁਤ ਸਾਰੀਆਂ ਡਾਇਰੈਕਟਰੀ ਸਟਰਕਚਰ ਹੁੰਦਾ, ਕਿਵੇਂ ਡਾਇਰੈਕਟਰੀਆਂ ਹੁੰਦੀਆਂ ਨੇ। ਡਾਇਰੈਕਟਰੀ ਹੈ, ਕਿਊ ਡਾਇਰੈਕਟਰੀ ਹੈ, ਗ੍ਰਾਫ ਹੈ ਤੇ ਸਟੈਕ ਹੈ। ਕਿਊ ਤਾਂ ਹੁੰਦੀ ਨਹੀਂ, ਸਟੈਕ ਵੀ ਨਹੀਂ ਹੁੰਦੀ, ਟਰੀ ਹੁੰਦੀ ਹੈ ਤੇ ਗ੍ਰਾਫ ਹੁੰਦੀ ਹੈ। ਆਪਾਂ ਦੋਨੇ ਦੇਖਦੇ ਹਾਂ। ਕੈਨ ਹੈਵ ਮੈਨੀ ਪੇਰੈਂਟ ਡਾਇਰੈਕਟਰੀ, ਇੱਕ ਤੋਂ ਜ਼ਿਆਦਾ ਪੇਰੈਂਟ, ਇੱਕ ਤੋਂ ਜ਼ਿਆਦਾ ਭਾਪੇ ਹੋਣ ਜਿਹਦੇ। ਵੈਸੇ ਗੱਲ ਤਾਂ ਬੁਰੀ ਜਿਹੀ ਲੱਗਦੀ, ਇੱਕ ਤੋਂ ਜ਼ਿਆਦਾ ਫਾਦਰ ਹੈ ਨਾ। ਚਲੋ ਕੋਈ ਗੱਲ ਨਹੀਂ, ਤਾਂ ਆਪਾਂ ਡਾਇਰੈਕਟਰੀ 'ਚ ਹੀ ਗੱਲ ਕਰ ਰਹੇ ਹਾਂ। 2 ਲੈਵਲ ਟਾਈਪਸ ਆਫ ਡਾਇਰੈਕਟਰੀ ਕਿਹੜੀ ਹੁੰਦੀ ਹੈ? ਸਿੰਗਲ ਲੈਵਲ ਡਾਇਰੈਕਟਰੀ, 2 ਲੈਵਲ ਡਾਇਰੈਕਟਰੀ, ਹਾਇਰਾਰਕੀਕਲ ਨੂੰ ਟਰੀ ਵੀ ਬੋਲਦੇ ਆ, ਤੇ ਇਹ ਸਾਈਕਲਿਕ ਗ੍ਰਾਫ।
ਇਹ ਆਪਾਂ ਪੜ੍ਹਿਆ ਸੀ। ਇੱਕੋ ਹੀ ਪੇਰੈਂਟ ਡਾਇਰੈਕਟਰੀ ਹੁੰਦੀ ਹੈ, ਹੋਰ ਕੋਈ ਵੀ ਡਾਇਰੈਕਟਰੀ ਕ੍ਰੀਏਟ ਨਹੀਂ ਕਰ ਸਕਦੇ। ਜੇ ਤੁਸੀਂ ਡਿਟੇਲ 'ਚ ਦੇਖਣਾ ਚਾਹੁੰਦੇ ਹੋ ਨਾ, ਤਾਂ ਆਪਾਂ ਪਾਰਟ ਪਹਿਲੇ 'ਚ ਇਹ ਡਿਟੇਲ 'ਚ ਕਰਾਈਆਂ ਹੋਈਆਂ ਚੀਜ਼ਾਂ ਨੇ, ਉੱਥੇ ਦੇਖ ਲਿਓ। ਦੂਸਰੀ ਡਾਇਰੈਕਟਰੀ ਦੇ ਵਿੱਚ 2 ਡਾਇਰੈਕਟਰੀਆਂ ਹੁੰਦੀਆਂ ਨੇ, ਇੱਕ ਮਾਸਟਰ ਲੈਵਲ ਡਾਇਰੈਕਟਰੀ, ਇੱਕ ਯੂਜ਼ਰ ਦੀ ਡਾਇਰੈਕਟਰੀ, ਹੈ ਨਾ। ਸੋ ਇਹ ਫਾਈਲਾਂ ਹੁੰਦੀਆਂ ਨੇ। ਹਾਇਰਾਰਕੀਕਲ ਦੇ ਵਿੱਚ ਇੱਕ ਤੋਂ ਜ਼ਿਆਦਾ ਆਪਾਂ ਸਬ ਡਾਇਰੈਕਟਰੀ ਬਣਾ ਸਕਦੇ ਹਾਂ। ਤੇ ਏ ਸਾਈਕਲਿਕ ਦੇ ਵਿੱਚ ਆਹ ਫਾਈਲ ਹੈ, ਇਹਦਾ ਪੇਰੈਂਟ ਆ ਵੀ ਹੈ ਤੇ ਇਹਦਾ ਪੇਰੈਂਟ ਆ ਵੀ ਹੈ। ਦੇਖੋ ਇੱਕ ਤੋਂ ਜ਼ਿਆਦਾ ਪੇਰੈਂਟ ਹੋ ਗਏ ਨਾ ਫਾਈਲ ਦੇ, ਤੇ ਆਹ ਵਾਲੀ ਡਾਇਰੈਕਟਰੀ ਦੇ ਵੀ ਇੱਕ ਤੋਂ ਜ਼ਿਆਦਾ ਪੇਰੈਂਟ ਹੈ। ਇੱਕ ਤਾਂ ਆਹ ਪ੍ਰੋਜੈਕਟ ਵਾਲਾ ਦਾ ਪੇਰੈਂਟ ਹੈ, ਇੱਕ ਆਹ ਪੇਰੈਂਟ ਹੈ। ਤਾਂ ਆਪਾਂ ਨੂੰ ਇਹੀ ਤਾਂ ਕੁਐਸਚਨ ਪੁੱਛ ਰਿਹਾ ਉਹ, ਬੜਾ ਵਧੀਆ ਕੁਐਸਚਨ ਹੈ। ਇਨ ਵਿਚ ਡਾਇਰੈਕਟਰੀ ਸਟਰਕਚਰ ਇਹ ਫਾਈਲ ਕੈਨ ਹੈਵ ਮੈਨੀ ਪੇਰੈਂਟ। ਤਾਂ ਫਿਰ ਸਿੱਧੇ ਤੋਂ ਸਿੱਧਾ ਆਨਸਰ C1 ਹੀ ਆਪਣੇ ਆਪ ਹੀ ਹੋ ਜਾਊਗਾ। ਅਸੀਂ ਥੋੜੀ ਲਾਵਾਂਗੇ ਆਨਸਰ, ਕਹਿੰਦਾ ਆਪਣੇ ਆਪ ਹੀ ਵਗ ਜਾਂਦਾ। ਤੁਸੀਂ ਬਾਅਦ ਚ ਕਹੋਗੇ ਕਿ ਕੰਪਿਊਟਰ ਦੇ ਕੁਐਸਚਨ ਅਸੀਂ ਥੋੜੀ ਠੀਕ ਕਰਕੇ ਆਏ ਹਾਂ, ਆਪਣੇ ਆਪ ਹੀ ਬਸ ਦਿਮਾਗ ਖਿੱਚ ਕੇ ਹੀ ਲੈ ਜਾਂਦਾ ਸੀ ਵੀ ਇਹ ਆਨਸਰ ਹੈ, ਕਿਉਂਕਿ ਕਨਸੈਪਟ ਕਲੀਅਰ ਹੋ ਗਈ ਸੀ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਦੇ ਦੋਸਤਾਂ ਮਿੱਤਰਾਂ ਤੱਕ ਵੀ ਸ਼ੇਅਰ ਕਰਿਓ। ਤੇ ਇੱਕ ਪਾਰਟ ਮੈਨੂੰ ਲੱਗਦਾ ਹੋਰ ਰਹਿੰਦਾ, ਇੱਕ ਵੀਡੀਓ ਰਹਿੰਦੀ ਹੈ ਜਿਹਦੇ ਵਿੱਚ ਆਪਾਂ ਪੁਰਾਣੇ ਕੁਐਸਚਨ ਡਿਸਕਸ ਕਰਾਂਗੇ, ਤੇ ਨਾਲ ਨਾਲ ਜਿਹੜੇ ਐਕਸਪੈਕਟਡ ਕੁਐਸਚਨ ਨੇ ਮੈਂ ਉਹ ਵੀ ਤੁਹਾਨੂੰ ਕਰਾ ਰਿਹਾ। ਨਾਲ ਨਾਲ ਦੇਖਦੇ ਰਹੋ, ਬਸ ਦੱਬੀ ਰੱਖੋ ਕੰਮ। ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਤੁਹਾਡਾ ਕੰਪਿਊਟਰ ਦਾ ਕੋਈ ਵੀ ਕੁਐਸਚਨ ਬਾਹਰੋਂ ਨਹੀਂ ਆਉਣ ਦਿੰਦੇ ਆਪਾਂ।